ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਕਿ ਟੀਵੀ ਤੇ ਮੈਂ ਹਾਂ ਜਗਜੀਤ ਸਿੰਘ ਜੀਤਾ। ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ, ਦੁਨੀਆ ਭਰ ਦੇ ਵਿੱਚ ਬਹੁਤ ਵੱਡਾ ਮਸਲਾ ਖੜਿਆ ਹੋਇਆ। ਇੱਕ ਭਾਰਤ ਦੀ ਸਰਕਾਰ ਹੈ ਤੇ ਦੂਜੇ ਪਾਸੇ ਅੰਨਦਾਤਾ। ਚਾਹੇ ਅਸੀਂ ਬਾਹਰਲੀਆਂ ਕੰਟਰੀਆਂ 'ਚ ਬੈਠੇ ਹਾਂ, ਜਿਹੜਾ ਅਸੀਂ ਭੋਜਨ ਛਕਦੇ ਹਾਂ, ਜਦੋਂ ਵੀ ਛਕਦੇ ਹਾਂ ਤੇ ਉਹ ਜਿਹੜਾ ਪ੍ਰੋਡਿਊਸ ਕੀਤਾ ਉਹ ਸਾਡੇ ਫਾਰਮਰ ਜਿਹੜੇ ਨੇ ਇਸ ਟਾਈਮ ਭਾਰਤ ਦਿੱਲੀ ਦੇ ਬਾਰਡਰ ਤੇ ਬੈਠੇ ਨੇ। ਤਕਰੀਬਨ ਆਪਾਂ ਅੰਕੜਿਆਂ ਦੀ ਗੱਲ ਕਰੀਏ ਤੇ 2 ਤੋਂ 4 ਲੱਖ ਵੀ ਕਹਿ ਸਕਦੇ ਹਾਂ, 3 ਤੋਂ 5 ਲੱਖ ਵੀ ਕਹਿ ਸਕਦੇ ਹਾਂ। ਅਣਗਿਣਤ ਜਿਹੜਾ ਭਾਰਤ ਦਾ ਅੰਨਦਾਤਾ, ਪੂਰੇ ਭਾਰਤ ਦਾ, ਜਿਹੜਾ ਕਿ ਉਹ ਉੱਥੇ ਐਜੀਟੇਸ਼ਨ ਕਰ ਰਿਹਾ ਕਿ ਜਿਹੜੇ ਬੀਜੇਪੀ ਸਰਕਾਰ ਵੱਲੋਂ ਜਿਹੜੇ ਕਾਨੂੰਨ ਲੈ ਕੇ ਆਂਦੇ ਨੇ ਕਰੋਨਾ ਵਾਇਰਸ ਦੀ ਆੜ ਦੇ ਵਿੱਚ। ਪਰ ਆਪਾਂ ਗੱਲ ਅੱਜ ਕਰ ਰਹੇ ਹਾਂ ਸਿੱਖ ਕੌਂਸਲ ਯੂਕੇ ਦੇ ਨੁਮਾਇੰਦੇ, ਜਿਹੜੀ ਕਿ ਨਵੀਂ ਸੰਸਥਾ ਰੀਇਲੈਕਟ ਹੋਈ ਹੈ ਤੇ ਕੋਵਿਡ-19 ਦੇ ਚੱਲਦਿਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਿਹੜੇ ਤੁਸੀਂ ਸਾਨੂੰ ਸੁਣ ਰਹੇ ਹੋ, ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨੇ ਮਾਰ ਕੀਤੀ ਆ। ਬਹੁਤ ਮੌਤਾਂ ਹੋਈਆਂ ਨੇ। ਆਪਣੇ ਸਿੱਖ ਭਾਈਚਾਰੇ, ਪੰਜਾਬੀ ਭਾਈਚਾਰੇ ਦੇ ਵਿੱਚ ਵੀ ਬਹੁਤ ਮੌਤਾਂ ਹੋਈਆਂ ਨੇ। ਤੇ ਅੱਜ ਮੇਰੇ ਨਾਲ ਖਾਸ ਪੈਨਲ ਤੇ ਸਿੱਖ ਕੌਂਸਲ ਯੂਕੇ ਦੇ ਨੁਮਾਇੰਦੇ, ਮੈਂ ਉਹਨਾਂ ਦੇ ਨਾਲ ਤੁਹਾਨੂੰ ਪਹਿਲਾਂ ਇੰਟਰੋਡਿਊਸ ਕਰਾਉਣਾ। ਸਭ ਤੋਂ ਪਹਿਲਾਂ ਜਿਹੜੇ ਸਾਡੇ ਨਾਲ, ਜਿਹੜੇ ਕਿ ਗੁਰਪ੍ਰੀਤ ਸਿੰਘ ਆਨੰਦ, ਸੈਕਟਰੀ ਆਫ ਜਨਰਲ, ਉਹਨਾਂ ਦੇ ਨਾਲ ਮਨਮਗਨ ਸਿੰਘ, ਅਸਿਸਟੈਂਟ ਸਪੋਕਸਮੈਨ। ਮੈਂਬਰਸ਼ਿਪ ਜਿਹੜੀ ਹੈ ਉਹਦੇ ਜਿਹੜੇ ਆਪਣੇ ਬਵਿੰਦਰ ਸਿੰਘ ਬੱਬੀ ਭਾਜੀ ਨਾਲ, ਸਾਡੇ ਭੈਣ ਜਿਹੜੇ ਆ ਮਨਜਿੰਦਰ ਪਾਲ ਕੌਰ, ਐਗਜ਼ੈਕਟਿਵ ਮੈਂਬਰ। ਇੱਕ ਇਹਨਾਂ ਦੀ ਇੱਕ ਗੱਲ, ਇਹਨਾਂ ਦਾ ਬੜੱਪਣ ਮੈਂ ਇਹ ਵੀ ਕਹਿ ਦਵਾਂ, ਇਹ ਬੜੀ ਸੇਵਾ ਕਰਦੇ ਨੇ। ਯੂਨਾਈਟਿਡ ਸਿੱਖਸ ਇੱਕ ਬਹੁਤ ਵੱਡਾ ਆਪਣੇ ਆਪ ਚ ਨਾਂ ਆ, ਤੁਸੀਂ ਜਾਣਦੇ ਹੋ, ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੀ ਹੈ ਹਰ ਖੇਤਰ ਦੇ ਵਿੱਚ। ਉਹਦੇ ਇਹ ਫਾਊਂਡਰ ਵੀ ਨੇ। ਕਿਉਂਕਿ ਜਦੋਂ ਕਿਸੇ ਭੈਣ ਦੀ ਗੱਲ ਆਉਂਦੀ ਹੈ, ਸਾਡੀ ਉਹਦੀ ਗੱਲ ਆਉਂਦੀ, ਤੇ ਉਹਦੇ ਲਈ ਸਾਡੇ ਮਾਣ ਵਾਲੀ ਵੀ ਗੱਲ ਆ ਕਿ ਸਾਡੀਆਂ ਭੈਣਾਂ ਨੇ ਐਡੀ ਤਰੱਕੀ ਵੱਡੇ ਲੈਵਲ ਤੇ ਕੀਤੀ ਹੈ। ਉਹ ਵੀ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਨੇ। ਤੇ ਨਾਲ ਸਾਡੇ ਜੇ ਇੰਗਲੈਂਡ ਦੀ ਆਪਾਂ ਗੱਲ ਕਰੀਏ, ਮਿਡਲੈਂਡ ਦੇ ਵਿੱਚ ਜਦੋਂ ਪਹਿਲਾ ਪ੍ਰੋਗਰਾਮ ਆਪਾਂ ਕੀਤਾ ਸੀ, ਡਾਕਟਰ ਸੁਖਦੇਵ ਸਿੰਘ, ਜਿਹੜੇ ਐਗਜ਼ੈਕਟਿਵ ਮੈਂਬਰ, ਉਹ ਵੀ ਇਹ ਸਿੱਖ ਕੌਂਸਲ ਦੇ ਨੇ। ਮੈਂ ਸਾਰੇ ਮੇਰੇ ਵੀਰਾਂ ਤੇ ਭੈਣਾਂ ਨੂੰ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਆਨੰਦ ਜੀ, ਤੁਸੀਂ ਹੁਣ ਤਕਰੀਬਨ ਆਪਣਾ ਦੂਜਾ ਸ਼ੋਅ ਆ। ਜੇ ਆਪਾਂ ਗੱਲ ਕਰੀਏ, ਪਹਿਲਾਂ ਆਪਾਂ ਉਦੋਂ ਸ਼ੋਅ ਕੀਤਾ, ਸ਼ਾਇਦ ਹੋਰ ਪ੍ਰੋਗਰਾਮ ਵੀ ਹੋ ਸਕਦੇ ਸਨ, ਪਰ ਸਿੱਖ ਕੌਂਸਲ ਜਿਹੜੀ ਹੈ ਉਹ ਕਈ ਉਤਾਰਾਂ ਚੜਾਵਾਂ ਦੇ ਵਿੱਚੋਂ ਨਿਕਲੀ ਹੈ। ਤੇ ਮੈਨੂੰ ਆਸ ਕਰਦਾ ਕਿ ਤੁਸੀਂ ਹੁਣ ਸੈਟਲ ਡਾਊਨ ਹੋ ਗਏ ਹੋਵੋਗੇ। ਪਰ ਮੈਂ ਤੁਹਾਡੇ ਕੋਲ ਪਹਿਲਾ ਕੁਐਸਚਨ ਇਹ ਜਾਣਨਾ ਚਾਹੁੰਦਾ ਵੀ ਪਿਛਲੇ ਜਦੋਂ ਦਾ ਤੁਸੀਂ ਸੇਵਾ ਸੰਭਾਲੀ ਹੈ, ਜਾਂ ਜਦੋਂ ਦੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ, ਕਿਹੜੀਆਂ ਮਤਲਬ ਕਿ ਗਵਰਨਮੈਂਟ ਦੇ ਲੈਵਲ ਤੇ ਤੁਸੀਂ ਕਿਹੜਾ ਕੰਮ ਕੀਤਾ ਸੋ ਫਾਰ, ਗੁਰਪ੍ਰੀਤ ਆਨੰਦ ਜੀ? ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਸੋ ਸਿੱਖ ਕਾਉਂਸਲ ਜਦੋਂ ਇਲੈਕਟ ਹੋਈ ਤੇ ਬੜਾ ਬਿਜ਼ੀ ਹੋ ਗਏ। ਉਸੀ ਵੇਲੇ ਕਿਸਾਨ ਦਾ ਮੂਵਮੈਂਟ ਸ਼ੁਰੂ ਹੋ ਗਿਆ ਸੀ ਇੰਡੀਆ ਵਿੱਚ, ਜਿਹੜੇ 3 ਲਾਜ਼ ਆਏ ਤੇ ਅਸੀਂ ਸਿੱਧਾ ਜਿਹੜੇ ਯੂਕੇ ਦੇ ਰੈਜ਼ੀਡੈਂਟਸ ਦਾ ਸਰਵੇ ਕਰਾਇਆ ਸੀ, ਇਹ ਪਤਾ ਕਰਨ ਸਾਡਾ ਕੀ ਅਸਰ ਪੈ ਰਿਹਾ ਇੱਥੇ ਸਾਡੇ ਫੈਮਲੀਜ਼ ਨੂੰ, ਤੇ ਜੇ ਸੰਗਤਾਂ ਇਸ ਮੁਲਕ ਵਿੱਚ ਹੈ, ਸਾਡੇ ਉੱਪਰ ਕੀ ਅਸਰ ਪੈ ਰਿਹਾ ਇਸ ਲਾਜ਼ ਦਾ। ਬਿਕੋਜ਼ ਬੜਾ ਸਿੰਪਲ, ਉਹ ਹਰ ਵੇਲੇ ਕਹਿੰਗੇ ਤੁਸੀਂ ਬਾਹਰ ਬੈਠੇ ਹੋਏ, ਤੁਹਾਡੇ ਤੇ ਕੋਈ ਅਸਰ ਨਹੀਂ, your voice doesn't matter, what your views are, that doesn't count. ਪਰ ਸਾਨੂੰ ਲੱਗ ਰਿਹਾ ਸੀ ਇੱਥੇ ਵੀ ਅਸਰ ਪਏਗਾ ਜਿਹੜੇ ਫੈਮਲੀਜ਼ ਹੈਗੇ, ਤੇ ਉਹਦਾ ਰਿਜ਼ਲਟ ਬੜਾ ਖਾਸ ਆਇਆ ਸੀ ਬਾਹਰ। ਤੇ ਉਹ ਉੱਥੇ ਤੋਂ ਨਜ਼ਰ ਆਇਆ ਜਿਨ੍ਹਾਂ ਨੇ ਰਿਸਪੌਂਸ ਕੀਤਾ, that we have a large number of families and people here in the UK who are connected with farming in India. ਤੇ ਇਹ ਵੀ ਇੱਕ ਬੜਾ ਵੱਡਾ concern ਸੀ that ਜਿਹੜੇ ਸਾਡੇ respondents ਸੀ, around I think it was over 90% were saying they were worried that human rights would become a big issue on this matter, as India will try to clamp down on protesting farmers. ਤੇ ਨਜ਼ਰ ਆ ਗਿਆ। ਸੋ ਅਸੀਂ
ਜਦੋਂ ਸਰਵੇ ਕੀਤਾ ਸੀ ਇਹ ਵਿਊ ਆ ਰਿਹਾ ਸੀ ਸੰਗਤਾਂ ਤੋਂ, ਤੇ ਇਹ ਹੁਣ ਅਸਲੀ ਵਿੱਚ ਨਜ਼ਰ ਪੈ ਰਿਹਾ ਜਦੋਂ ਤੁਸੀਂ ਦੇਖੀਏ ਕਿਸਾਨਾਂ ਦਾ ਪੀਸਫੁਲ ਪ੍ਰੋਟੈਸਟ ਚੱਲ ਰਹੇ ਤੇ ਉਹਨਾਂ ਨੂੰ ਮਾਰਦੇ ਪਏ, ਕੁੱਟਦੇ ਪਏ, ਵਾਟਰ ਕੈਨਨ ਵਰਤ ਰਹੇ, ਟੀਅਰ ਗੈਸ ਵਰਤ ਰਹੇ, ਜੀ ਫੈਮਲੀਜ਼ ਜਾ ਰਹੇ ਉੱਥੇ, ਬਜ਼ੁਰਗ ਜਾ ਰਹੇ, ਕਿਸਾਨ ਹੈਗੇ, ਕੋਈ ਉਹਨਾਂ ਨੂੰ ਟੈਰਰਿਸਟ ਲੇਬਲ ਪਾ ਰਹੇ, ਹਰ ਗਲਤ ਕੰਮ ਕਰ ਰਹੇ ਪ੍ਰੋਟੈਸਟਰਸ ਨਾਲ। ਜੀ ਮਨਮਗਨ ਸਿੰਘ ਜੀ, ਮੈਂ ਤੁਹਾਡੇ ਕੋਲੋਂ ਅਗਲਾ ਸਵਾਲ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹੈ, ਐਜ਼ ਅ ਸਪੋਕਸਮੈਨ ਕਿਹੜੀਆਂ ਪ੍ਰੈਸ ਰਿਲੀਜ਼ ਜਾਂ ਤੁਸੀਂ ਕੋਈ ਉਹਨਾਂ ਨੂੰ ਲੈਟਰ ਜਿਹੜੀਆਂ ਭਾਰਤ ਦੀ ਸਰਕਾਰ ਨੂੰ ਜਾਂ ਤੁਸੀਂ ਹੋਰ ਇੰਗਲੈਂਡ ਦੇ ਵਿੱਚ ਇੱਥੇ ਦੀ ਸਰਕਾਰ ਨੂੰ ਕਿਹੜੇ ਤੁਸੀਂ ਪ੍ਰੈਸ ਨੋਟ ਜਾਂ ਆਪਣੇ ਤਰੀਕੇ ਦੇ ਨਾਲ ਤੁਸੀਂ ਕਿਸਾਨਾਂ ਦੀ ਜਿਹੜੀ ਇਹ ਮੁਸੀਬਤ ਹੈ, ਜਿਹੜੇ ਕਿ ਕੋਵਿਡ ਕਾਲ ਦੇ ਵਿੱਚ COVID-19 ਦਾ ਸਹਾਰਾ ਲੈ ਕੇ ਜੂਨ ਮਹੀਨੇ ਦੇ ਵਿੱਚ ਇੱਕ ਪਾਸੇ ਤੇ ਦੁਨੀਆ ਜਿਹੜੀ ਹੈ ਡਰ ਦੇ ਨਾਲ, ਭੁੱਖ ਦੇ ਨਾਲ ਮਰ ਰਹੀ ਹੈ, ਤੇ ਭਾਰਤ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਧੱਕੇ ਨਾਲ ਇਹ ਕਾਨੂੰਨ ਪਾਸ ਕਰ ਦਿੱਤਾ। ਕਿਹੜਾ ਐਕਸ਼ਨ ਤੁਸੀਂ ਲਿਆ ਉਹਦੇ ਬਾਰੇ ਇਹਦੇ ਬਾਰੇ ਜ਼ਰੂਰ ਬਰੀਫਲੀ ਦੱਸੋ ਜੀ। ਜਿਸ ਤਰ੍ਹਾਂ ਆਪਣੇ ਭਾਈ ਸਾਹਿਬ ਟੱਚ ਕੀਤਾ ਮਾੜੀ ਜੀ ਗੱਲ ਦੇ ਉੱਤੇ ਕਿ ਜਿਹੜਾ ਆਪਣੇ ਸਾਡੇ ਵੱਲੋਂ ਅਸੀਂ ਜਿਹੜੀਆਂ ਇੱਥੇ ਜਥੇਬੰਦੀਆਂ ਸੀਗੀਆਂ ਸਾਰਿਆਂ ਨੂੰ ਪਹਿਲੋਂ ਇੱਕ ਸਾਂਝਾ ਮੰਚ ਬਖਸ਼ਿਆ ਕਿ ਆਪਾਂ ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਕਿਸੇ ਵੀ ਆਪਣੇ ਜਥੇਬੰਦੀ ਥੱਲੇ ਨਹੀਂ ਪਰ ਆਪਣੀ ਇੰਡੀਪੈਂਡੈਂਟ ਤੌਰ ਤੇ ਇਕੱਠੇ ਹੋ ਕੇ ਇੱਕ ਸਾਂਝੀ ਚਿੱਠੀ ਲਿਖੀ ਹੈ ਤੇ ਉਸ ਚਿੱਠੀ ਨੂੰ ਫਿਰ ਅਸੀਂ ਸਾਰੇ ਤੱਕ ਪਹੁੰਚਾਇਆ ਕਿ ਆਪਾਂ ਸਾਰੇ ਇਸ ਤੇ ਆਪਣੇ ਜਿਹੜੇ ਚੈਰਿਟੀਜ਼ ਜਾਂ ਆਰਗੇਨਾਈਜੇਸ਼ਨਸ ਆ ਉਹਨਾਂ ਦਾ ਦਰਜ ਕਰੀਏ ਨਾ ਕਿ ਸਾਰੇ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਆ। ਬੇਸ਼ੱਕ ਅਸੀਂ ਬਾਹਰ ਬੈਠੇ ਹਾਂ ਪਰ ਸਾਡੀ ਜਿਹੜੀ ਆਪਣੇ ਹਿਊਮਨ ਰਾਈਟਸ ਦੇ ਤੌਰ ਤੇ ਵੀ ਪਰ ਸਾਡਾ ਜਿਹੜੀ ਹੈਰੀਟੇਜ ਤੌਰ ਤੇ ਵੀ ਅਸੀਂ ਕਨੈਕਟਡ ਹਾਂ, ਇਸ ਕਰਕੇ ਅਸੀਂ ਉਸ ਤੋਂ ਵੱਖਰੇ ਨਹੀਂ ਹੋ ਸਕਦੇ। ਉਹਦੇ ਵਿੱਚ 170 ਤੋਂ ਉੱਪਰ ਜਿਹੜੇ ਸੰਸਥਾ ਸੀਗੀਆਂ ਉਹਨਾਂ ਨੇ ਆਪਣੇ ਸਹਿਯੋਗ ਲਿਆ, ਆਪਣੇ ਨਾਲ ਲਿਖੇ ਕਿ ਅਸੀਂ 71 ਸਾਰੇ ਇਕੱਠੇ ਇਸ ਮੁਹਿੰਮ ਦੇ ਸ਼ਾਮਿਲ ਹਾਂ। ਬਾਹਰੋਂ ਇਹ ਖਾਸੀਅਤ ਹੈ ਕਿ ਦੇਖੋ ਅਸੀਂ ਉੱਥੇ ਫਰੰਟ ਲਾਈਨ ਤੇ ਤਾਂ ਨਹੀਂ ਗਏ, ਅਸੀਂ ਪਰ ਜਿਹੜੀ ਆਪਣੀ ਸਰਕਾਰਾਂ ਇਹਨਾਂ ਤੇ ਪ੍ਰੈਸ਼ਰ ਪਾ ਸਕਦੇ ਕਿਉਂਕਿ ਜਿਹੜੀਆਂ ਡੀਲਸ ਆਪਣੀ ਇੰਡੀਆ ਕਰਨਾ ਚਾਹੁੰਦਾ ਆ ਉਹ ਇਹਨਾਂ ਸਰਕਾਰਾਂ ਦੇ ਨਾਲ ਆ, ਤੇ ਜੇ ਅਸੀਂ ਇਹਨਾਂ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਪਾਵਾਂਗੇ ਕਿ ਲੋਕ ਤੁਸੀਂ ਜੋ ਕਰ ਰਹੇ ਆ ਇਹ ਅਨਕਨਸਟੀਟਿਊਸ਼ਨਲ ਆ ਤੇ ਜਿਹੜੀ ਆਪਣੀ ਹਿਊਮਨ ਰਾਈਟਸ ਆ ਜਿਹੜੇ ਆਪਣੇ ਮਨੁੱਖੀ ਅਧਿਕਾਰ ਦੇ ਖਿਲਾਫ ਆ। ਸੋ ਅਸੀਂ ਜਿਹੜੇ ਇੱਥੇ ਦਾ ਫੋਰਨ ਮਿਨਿਸਟਰ ਆ ਆਪਣੇ ਡੋਮਿਨਿਕ ਵੈਬ ਜਦੋਂ ਗਿਆ ਵੀ ਆ, ਆਪਣੇ ਜਾਣ ਤੋਂ ਪਹਿਲਾਂ ਵੀ ਅਸੀਂ ਆਪਣੇ ਚਿੱਠੀ ਲਿਖਦੇ ਰਹੇ ਹਾਂ, ਪਰ ਜਦੋਂ ਗਿਆ ਵੀ ਆ ਉਦੋਂ ਅਸੀਂ ਆਪਣੇ ਪ੍ਰੈਸ ਰਿਲੀਜ਼ ਕੀਤੀ ਸੀਗੀ ਉਹਦੇ ਲਈ ਖਾਸ ਕਰਕੇ ਕਿ ਜਿਹੜੇ ਤੁਸੀਂ ਇੰਡੀਆ ਚੱਲਣੇ ਆ ਆਪਣੇ ਜਿਹੜੇ ਟ੍ਰੇਡ ਰੂਲਸ ਆਪਣੇ ਜਿਹੜੇ ਹੈਗੇ ਆ ਕੰਟਰੈਕਟਸ ਵਧਾਉਣ ਚੱਲੇ ਆ ਉਹਨਾਂ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਹੈ ਇਸ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ। ਤੇ ਉਹਨੇ ਇਹ ਵੀ ਕਿਹਾ ਸੀਗਾ ਕਿ ਉਹ ਜੱਗੀ ਦਾ ਜਿਹੜਾ ਆਪਣੇ ਇਸ ਵੇਲੇ ਜਗਤਾਰ ਸਿੰਘ ਜੀ ਨੇ ਆਪਣੇ ਜੇਲ੍ਹ 'ਚ ਉਹਨਾਂ ਦਾ ਮਸਲਾ ਤੇ ਜਿਹੜੇ ਕਿਸਾਨਾਂ ਦਾ ਮਸਲਾ ਇਹਨਾਂ ਦੋਨਾਂ ਨੂੰ ਉਹਨਾਂ ਦੋਨਾਂ ਉੱਤੇ ਗੱਲਬਾਤ ਕਰੇ। ਸੋ ਅਸੀਂ ਇਹ ਚਿੱਠੀ ਨੂੰ ਬਕਾਇਦਾ ਲਿਖੀ ਸੀ। ਦੂਜਾ ਜਿਹੜੀ ਆਪੋਜੀਸ਼ਨ ਪਾਰਟੀ ਹੈ ਲੇਬਰ ਪਾਰਟੀ ਜਿਹੜੀ ਆ ਕੀਅਰ ਸਟਾਰਮਰ ਉਹਨੂੰ ਤੇ ਉਹਦੇ ਜਿਹੜੇ ਹੈਗੇ ਐਮਪੀਜ਼ ਆਪਣੇ ਪ੍ਰੀਤ ਕੌਰ ਤੇ ਤਨਮਨ ਟੈਸੀ ਤੇ ਹੋਰ ਵੀ ਜਿਹੜੇ ਆਪਣੇ ਹੈਗੇ ਉਹਨਾਂ ਸਾਰਿਆਂ ਨੂੰ ਵੀ ਆਪਣੀ ਚਿੱਠੀ ਲਿਖੀ ਗਈ ਹੈ ਕਿ ਤੁਸੀਂ ਵੀ ਲੇਬਰ ਪਾਰਟੀ ਦੇ ਪਾਸੋਂ ਪ੍ਰੈਸ਼ਰ ਪਾਓ ਕਿ ਸਾਨੂੰ ਕੋਈ ਵੀ ਕਾਨੂੰਨ ਇੰਡੀਆ ਦੇ ਨਾਲ ਕੋਈ ਵੀ ਇਹੋ ਜਿਹਾ ਟੀਟੀ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਲੋਕਾਂ ਦਾ ਨੁਕਸਾਨ ਹੋਵੇ। ਤੇ ਹੁਣ ਵੀ ਅਸੀਂ ਦੇਖ ਰਹੇ ਹਾਂ ਇਸ ਕਰਕੇ ਜਿਹੜੇ ਇਹ ਜਿਹੜੀਆਂ ਮੇਨ ਸੀਗੀਆਂ ਆਪਣੇ ਡਿਪਾਰਟਮੈਂਟਸ ਫੋਰਨ ਮਿਨਿਸਟਰੀ ਤੇ ਆਪਣੇ ਲੇਬਰ ਪਾਰਟੀ ਕਿਉਂਕਿ ਚਿੱਠੀ ਜਿਹੜੀ ਮਰਜ਼ੀ ਪਾ ਸਕਦੇ ਆ ਪਰ ਖਾਸ ਨੁਮਾਇੰਦੇ ਨੂੰ ਚਿੱਠੀ ਪਾਉਣ ਦਾ ਮਤਲਬ ਹੁੰਦਾ ਆ, ਉਸ ਚਿੱਠੀ ਦਾ ਕੋਈ ਮਾਇਨਾ ਹੁੰਦਾ ਆ, ਵੈਸੇ ਉਹਨੇ ਤਾਂ ਕੋਈ ਫਾਇਦਾ ਨਹੀਂ ਹੁੰਦਾ। ਤੇ ਹੁਣ ਅਸੀਂ ਇਹ ਕਰ ਰਹੇ ਟਰਾਈ ਕਾਮਨਵੈਲਥ ਉਹਨਾਂ ਦੇ ਨਾਲ ਜਿਹੜੇ ਕੋਈ ਉਹਨਾਂ ਦੇ ਖਾਸ ਮੈਂਬਰ ਆ ਜਿਹੜੇ ਉਹਨਾਂ ਦੇ ਨਾਲ ਅਸੀਂ ਤਾਲਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੇ ਨਾਲ ਅਸੀਂ ਆਪਣੇ ਕੋਈ ਤਾਲਮੇਲ ਕਰੀਏ। ਤੇ UN ਦੇ ਵਿੱਚ ਵੀ ਨਾ ਆਪਣੇ ਜਿਹੜੀ ਹੈਗੀ ਆ ਸਿੱਖ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਉਹਨਾਂ ਨੇ ਵੀ ਨਾ EU ਦੇ ਵਿੱਚ ਕਈ ਖਾਸ ਬੰਦਿਆਂ ਦੇ ਨਾਲ ਤਾਲਮੇਲ ਕੀਤਾ ਆ ਕਿ ਇਹ ਜਿਹੜਾ ਲੋਜ਼ ਇਹ ਪਾਸ ਹੋਏ ਨੇ ਇਹ ਮੁੜ ਕੇ ਰਿਟਰੈਕਟ ਕੀਤੇ ਜਾਣ ਤੇ ਨਾਲ ਦੀ ਨਾਲ ਜਿਹੜੀ ਹਿਊਮਨ ਰਾਈਟਸ ਤੇ ਕੋਈ ਵੀ ਵਾਇਲੇਸ਼ਨ ਨਾ ਹੋਵੇ। ਜੀ ਬਹੁਤ ਬਹੁਤ ਧੰਨਵਾਦ। ਸਾਡੇ ਭੈਣ ਮਨਜਿੰਦਰ ਪਾਲ ਕੌਰ ਯੂਨਾਈਟਿਡ ਸਿੱਖ ਦੇ ਫਾਊਂਡਰ ਵੀ ਨੇ। ਭੈਣ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ। ਖੁਸ਼ੀ ਵਾਲੀ ਗੱਲ ਆ ਕਿ ਅੱਜ ਸਾਡੇ ਵੀਰਾਂ ਦੇ ਨਾਲ ਸਾਡੀ ਭੈਣ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਹੋ। ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਤੁਸੀਂ ਲੰਬੇ ਸਮੇਂ ਤੋਂ ਫੀਲਡ 'ਚ ਕੰਮ ਕਰ ਰਹੇ ਹੋ। ਭਾਰਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਇੱਥੇ ਆਉਣ ਤੋਂ ਪਹਿਲਾਂ ਮੈਂ ਜ਼ਰੂਰ ਥੋੜਾ ਤੁਹਾਡਾ ਸਮਾਂ ਜਿਹੜਾ ਕਿਸਾਨੀ ਅੰਦੋਲਨ ਆ ਉਹਦੇ ਬਾਰੇ ਲਵਾਂਗਾ। ਤੁਸੀਂ ਲੰਬੇ ਸਮੇਂ ਤੋਂ ਕਦੇ ਨੇਪਾਲ ਹੋਵੇ ਜਿੱਥੇ ਵੀ ਇਦਾਂ ਦੀ ਆਫਤ ਪੈਂਦੀ ਹੈ ਤੇ ਸਿੱਖ ਉੱਥੇ ਪਹੁੰਚਦੇ ਨੇ। ਤੇ ਜਿਹੜੀ ਗੱਲ ਪਿਛਲੇ ਦਿਨਾਂ 'ਚ ਮੈਨੂੰ ਦੇਖਣ ਨੂੰ ਮਿਲੀ ਹੈ
ਜਿਹੜੀਆਂ ਵੀ ਸੰਸਥਾਵਾਂ ਉੱਥੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਭਾਰਤ ਦਾ ਮੀਡੀਆ ਜਿਹੜਾ ਉਹ ਅੱਤਵਾਦੀ ਪਾਕਿਸਤਾਨ ਉਹਨਾਂ ਦੇ ਬੈਕ ਤੇ ਆ, ਇਦਾਂ ਦੀਆਂ ਗੱਲਾਂ ਜਿਹੜੀਆਂ ਜਿੱਥੇ ਆਪਾਂ ਗੁਰੂ ਨਾਨਕ ਮਹਾਰਾਜ ਦੇ ਸਿਧਾਂਤ ਦੀ ਗੱਲ ਕਰਦੇ ਹੋ, ਤੁਸੀਂ ਲੰਬੇ ਸਮੇਂ ਤੋਂ ਸੇਵਾ ਕਰਦੇ ਹੋ, ਤੁਹਾਨੂੰ ਲੱਗਦਾ ਨਹੀਂ ਕਿ ਭਾਰਤ ਸਰਕਾਰ ਜਿਸ ਤਰੀਕੇ ਨਾਲ ਰਵੱਈਆ ਕਰ ਰਹੀ ਆ ਆਪਣੇ ਬਾਹਰਲੀਆਂ ਸੰਸਥਾਵਾਂ ਦੇ ਨਾਲ, ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਪੈਦਾ ਹੋ ਸਕਦਾ, ਤੇ ਸਿੱਖ ਕੌਂਸਲ ਨੂੰ ਇਹਦੇ ਬਾਰੇ ਕੀ ਕਰ ਰਹੀ ਸਿੱਖ ਕੌਂਸਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਹਾਂਗੀ ਪਹਿਲੀ ਵਾਰੀ ਹੈ ਕਿ ਇੰਡੀਅਨ ਮੀਡੀਆ ਨੇ NGOs ਤੇ ਟਾਕਰਾ ਕੀਤਾ ਹੈ, ਕਿਉਂਕਿ ਜਦੋਂ ਦੇ ਆਪਾਂ ਕੇਰਲਾ ਵਿੱਚ ਸੇਵਾ ਕੀਤੀ ਹੈ, ਜਾਂ ਪੰਜਾਬ ਦੇ ਫਲੱਡਸ ਵੀ ਆਉਂਦੇ ਰਹੇ ਨੇ, ਉੱਤਰਾਖੰਡ ਦੇ ਫਲੱਡ ਸਨ, ਕਸ਼ਮੀਰ ਦੇ ਵਿੱਚ ਨੇਪਾਲ 'ਚ ਵੀ ਤੁਸੀਂ ਗਏ ਹੋ, ਮੈਨੂੰ ਜ਼ਿਆਦਾ 2015 'ਚ ਨੇਪਾਲ 'ਚ ਵੀ ਤੁਸੀਂ ਗਏ ਹੋ, ਮੈਨੂੰ ਯਾਦ ਹੈ। ਹਾਂਜੀ ਹਾਂਜੀ। ਕਰਿਓ। ਸੋ ਉਸ ਕੰਮਾਂ ਦੇ ਵਿੱਚ ਇਹੀ ਕਹਿੰਦੇ ਰਹੇ ਨੇ ਵੀ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਆ, ਸਿੱਖ ਪਹੁੰਚ ਜਾਂਦੇ ਨੇ, ਭਾਵੇਂ ਕੇਰਲਾ ਪਹੁੰਚਣਾ ਹੋਵੇ ਜਾਂ ਜਿੱਥੇ ਵੀ ਹੈ। ਇਹ ਪਹਿਲੀ ਵਾਰੀ ਹੈ ਕਿ ਉਹਨਾਂ ਨੇ ਟਾਰਗੇਟ ਬਣਾਇਆ ਜਿਹੜੇ NGOs, ਖਾਸ ਕਰਕੇ ਹੁਣ ਸਿੱਖ NGOs ਜਿਹੜੇ ਬਾਹਰੋਂ ਜਾਂ ਅੰਦਰੋਂ ਚੱਲ ਰਹੇ ਸਨ, ਟਿਕਰੀ ਬਾਰਡਰ ਜਾਂ ਸਿੰਘੂ ਬਾਰਡਰ ਵਿੱਚ। ਤੇ ਜਿਹੜੇ ਸਰੋਤੇ ਨੇ ਜਾਂ ਤੁਹਾਡੇ ਦਰਸ਼ਕ ਨੇ, ਉਹਨਾਂ ਨੇ ਵੀ ਸੁਣਿਆ ਹੋਏਗਾ ਕਿ ਕਿਸ ਤਰ੍ਹਾਂ ਇਹ ਸੋਚ ਹੈ ਕਿ ਕੀ ਇਸ ਕਰਕੇ ਸਾਡੇ ਤੇ ਅਟੈਕ ਹੋ ਰਿਹਾ ਕਿਉਂਕਿ ਅਸੀਂ ਸਿੱਖਾਂ ਦੀ ਮਦਦ ਕਰ ਰਹੇ ਹਾਂ। ਕਿਉਂਕਿ ਜਦੋਂ ਅਸੀਂ ਗੈਰ ਸਿੱਖਾਂ ਦੀ ਮਦਦ ਕੀਤੀ, ਉਹਦਾ ਤਾਂ ਹੱਲਾਸ਼ੇਰੀ ਮਿਲੀ ਵੀ ਤੁਸੀਂ ਕਿੰਨੇ ਚੰਗੇ ਲੋਕ ਹੋ। ਪਰ ਜਦੋਂ ਇੱਕ ਸਿੱਖ ਦੀ ਮਦਦ ਕਰਦਾ ਹੈ, ਉਹ ਕੀ ਇੱਕ ਈਰਖਾ ਹੈ ਕਿ ਉਹਨਾਂ ਨੂੰ ਦੁੱਖ ਲੱਗਾ ਵੀ ਇਹ ਸਿੱਖ ਕਿਉਂ ਕਰ ਰਹੇ, ਇਹਨਾਂ ਦਾ ਪੈਸਾ ਕਿੱਥੋਂ ਆ ਰਿਹਾ, ਤੇ ਇਹ ਮਤਲਬ ਵੀ ਇਹ ਕੋਈ ਹੋਰ ਮੰਤਵ ਇਹਨਾਂ ਦਾ ਹੋ ਸਕਦਾ ਹੈ ਹਿਊਮੈਨਿਟੇਰੀਅਨ ਤੋਂ ਬਾਹਰ। ਸੋ ਸਿੱਖ ਕਾਉਂਸਲ UK ਦਾ ਇਹੀ ਉਪਰਾਲਾ ਜਿਹੜਾ ਅੱਜ ਤੁਹਾਡੇ ਚੈਨਲ ਤੇ ਵੀ ਹੋ ਰਿਹਾ ਹੈ, ਇਹੀ ਹੈ ਕਿ ਜਿੱਥੇ ਜਿੱਥੇ ਕੋਈ ਸਿੱਖ ਬੈਠਾ, ਉਹ ਵੀ ਕੋਈ ਭੁਲੇਖੇ ਵਿੱਚ ਨਾ ਬੈਠਾ ਹੋਵੇ ਕਿ ਜੋ ਅਸੀਂ ਕਰ ਰਹੇ ਹਾਂ ਇਹ ਬਾਰਡਰ ਸਾਈਟਸ ਤੇ, ਦਿੱਲੀ ਦੇ ਬਾਰਡਰ ਸਾਈਟਸ ਤੇ, ਉਹਦਾ ਅਸਲੀ ਮੰਤਵ ਕੀ ਹੈ। ਅਸਲੀ ਮੰਤਵ ਇਹੀ ਹੈ ਕਿ ਜੇ ਲੱਖਾਂ ਦੇ ਕਿਸਾਨ ਪਹਿਲਾਂ ਤਾਂ ਪੰਜਾਬ ਤੋਂ ਹੀ ਤੁਰੇ ਨੇ ਨਾ 26 ਤਰੀਕ ਦੇ, ਨਵੰਬਰ 26 ਤਰੀਕ ਦੇ, ਜੇ ਲੱਖਾਂ ਦੇ ਨੰਬਰਾਂ ਤੇ ਕਿਸਾਨ ਬਗੈਰ ਕਿਸੇ ਨੂੰ ਪੁੱਛੇ ਦੱਸੇ ਆਪਣੇ ਗੱਡਿਆਂ ਵਿੱਚ, ਆਪਣੇ ਟਰਾਲੀਆਂ ਵਿੱਚ ਆਪਣੇ 6 ਮਹੀਨਿਆਂ ਦਾ ਰਾਸ਼ਨ ਭਰ ਕੇ ਤੁਰੇ ਹਨ, ਤੇ ਅੱਜ ਦੇ ਦਿਨ ਤੁਹਾਨੂੰ ਪਤਾ ਹੈ ਕਿੰਨੀ ਉੱਤੇ ਠੰਡ ਹੋ ਰਹੀ ਹੈ, ਤੇ ਉਹਨਾਂ ਵਾਸਤੇ ਜੇ ਅਸੀਂ ਨਾ ਖੜੇ ਹੋਵਾਂਗੇ ਤੇ ਫਿਰ ਕਹਿੰਦੇ ਚੈਰਿਟੀ ਬਿਗਿਨਸ ਐਟ ਹੋਮ, ਤਾਂ ਇੱਕ ਮਜ਼ਾਕ ਹੀ ਹੋਏਗਾ। ਸੋ there is a necessity ਕਿ ਹਰ ਇੱਕ NGO ਉੱਥੇ ਸ਼ਾਮਲ ਹੋਵੇ, ਸਿਰਫ ਸਿੱਖ NGO ਨਹੀਂ, ਤੇ ਅਸੀਂ ਹਰ ਇੱਕ ਦੀ ਸੇਵਾ ਕਰੀਏ। ਸੋ ਸਿੱਖ ਕਾਉਂਸਲ UK by showcasing the work done at the border sites today is trying to prove that point that ਸਾਡੀ ਲੋੜ ਹੈ ਉੱਥੇ ਪਹੁੰਚਣਾ, ਭਾਵੇਂ ਇੱਕ ਇੰਡੀਵਿਜੂਅਲ ਹੈ, ਮਾਫ ਕਰਨਾ, ਉੱਥੇ ਸਿਰਫ ਸੰਸਥਾਵਾਂ ਨਹੀਂ ਸੇਵਾ ਕਰ ਰਹੀਆਂ, ਦਿੱਲੀ ਦੇ ਪਰਿਵਾਰ ਆਪਣੀ ਛੁੱਟੀਆਂ ਲੈ ਕੇ ਪਰਿਵਾਰਾਂ ਨੂੰ ਆਪਣੇ ਜੋ ਵੀ ਉਹਨਾਂ ਦੇ ਕੰਮ ਹੁੰਦੇ ਲੈ ਕੇ ਲੰਗਰ ਲਗਾ ਰਹੇ ਨੇ। ਸੋ ਇਹ ਸ਼ੋਕੇਸ ਹੈ ਸਿੱਖੀ ਦੀ ਚੜ੍ਹਦੀ ਕਲਾ ਦੀ। ਬਹੁਤ ਵਧੀਆ ਗੱਲ ਨਾਲ ਇੱਥੇ ਤੱਕ ਮੈਂ ਕਹਿ ਸਕਦਾ ਜਿਹੜੀ ਤੁਸੀਂ ਦੇਖ ਰਹੇ ਹੋ, ਇੱਕ ਗੱਲ ਤੇ ਜ਼ਰੂਰ ਕੀਤੀ ਕਿ ਇਸ ਕਾਨੂੰਨ ਨੇ 1947 ਤੋਂ ਪਹਿਲਾਂ ਵਾਲਾ ਸਾਡਾ ਪਿਆਰ ਜਿਹੜਾ ਉਹ ਬਣਾ ਦਿੱਤਾ। ਮੈਂ ਅੱਜ ਸਵੇਰੇ ਛੋਟੇ ਛੋਟੇ ਬੱਚੇ ਹਰਿਆਣੇ ਦੇ, ਉਹਨਾਂ ਦੇ ਪਰਿਵਾਰ ਦੀ ਇੰਟਰਵਿਊ ਸੁਣਦਾ ਸਾਂ, ਪੰਜਾਬ ਤੋਂ ਉਹਨਾਂ ਦੀ ਕੋਈ ਰਿਸ਼ਤੇਦਾਰੀ ਨਹੀਂ, ਉਹਨਾਂ ਨੇ ਉਹਨਾਂ ਨੂੰ ਖਾਸ ਕਰਕੇ ਜਿਵੇਂ ਭੈਣ ਜੀ ਉਹਨਾਂ ਨੂੰ ਪਤਾ ਬਈ ਔਰਤਾਂ ਨੂੰ ਇਸ ਟਾਈਮ ਸਾਡੀਆਂ ਭੈਣਾਂ ਨੂੰ ਮੁਸੀਬਤ ਬਹੁਤ ਹੈ, ਕਿਉਂਕਿ ਹਰ ਜਿਹੜੀ ਇੱਕ ਪੜਦੇ ਦੀ ਗੱਲ ਹੈ, ਜੈਂਟਸ ਵਾਸਤੇ ਥੋੜਾ ਈਜ਼ੀ ਆ, ਭੈਣਾਂ ਵਾਸਤੇ ਬਹੁਤ ਔਖਾ। ਉਹ ਇੱਕ ਔਰਤ ਹੀ ਉਹ ਜਿਹੜਾ ਉਹਨੂੰ ਦਰਸਾ ਸਕਦੀ ਆ। ਪਰ ਉਹਨਾਂ ਨੇ ਇੱਕ ਗੱਲ ਦੱਸੀ ਵੀ ਅਸੀਂ ਕਿਸੇ ਦੇ ਘਰ ਰਹੇ ਆ, ਸਾਡੇ ਬੱਚੇ ਇਹਨਾਂ ਨਾਲ ਰਹੇ ਨੇ, ਹਰਿਆਣੇ ਵਾਲੇ ਕਹਿੰਦੇ ਅਸੀਂ ਹੁਣ ਪੰਜਾਬ 'ਚ ਜਾਣਾ। ਜਿਹੜੀ ਪੋਲੀਟੀਕਲ ਲੈਵਲ ਤੇ ਇਨੀ ਪ੍ਰੋਪੇਗੈਂਡਾ ਕਰਕੇ ਸਾਨੂੰ ਪੰਜਾਬ ਤੇ ਹਰਿਆਣੇ ਨੂੰ ਲੰਬੇ ਸਮੇਂ ਤੋਂ ਪਾਰੀ ਖੇਲੀ ਆ, ਸ਼ਾਇਦ ਇਸ ਮੋਰਚੇ ਦੇ ਵਿੱਚੋਂ ਵੀ ਕੁਝ ਚੰਗੀ ਗੱਲ ਨਿਕਲੇ। ਭਵਿੰਦਰ ਸਿੰਘ ਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ, ਜਿਵੇਂ ਤੁਸੀਂ ਗੱਲ ਕੀਤੀ ਕਿ 170 ਆਰਗੇਨਾਈਜੇਸ਼ਨ ਤੁਹਾਡੇ ਨਾਲ ਇੱਥੋਂ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਨੇ, ਮੈਂ ਤੁਹਾਡੇ ਕੋਲ ਪਹਿਲਾਂ ਲੈ ਕੇ ਜਾਵਾਂ ਬਈ ਮੈਨੂੰ ਪਤਾ ਤੁਸੀਂ ਔਖੇ ਸਮੇਂ ਚੋਂ ਨਿਕਲੇ ਆ, ਐਂਡ ਮੈਨੂੰ ਖੁਸ਼ੀ ਵਾਲੀ ਗੱਲ ਇਹ ਆ ਬਹੁਤ ਸੁੰਦਰ ਟੀਮ ਐਂਡ ਡੈਲੀਗੇਟ ਟੀਮ ਮੈਂ ਦੇਖੀ ਆ, ਜਿਹੜੀ ਪਿਛਲੇ 3-4 ਦਿਨ ਤੋਂ ਮੈਂ ਤਾਂ ਤੁਹਾਡੇ 'ਚ ਇਨਵੋਲਵ ਹੋਇਆ ਇੱਕ ਪ੍ਰੋਗਰਾਮ ਨੂੰ ਲੈ ਕੇ, ਜੋ ਮੈਂ ਮਤਲਬ ਇੱਕ ਉਹਨਾਂ ਦੇ ਅੱਖਰਾਂ 'ਚ ਜੋ ਕਰੇਜ਼ ਮੈਂ ਦੇਖਿਆ ਜਾਂ ਇਹਨਾਂ 'ਚ ਡੈਡੀਕੇਸ਼ਨ ਦੇਖੀ ਹੈ ਵੀ ਬੰਦੇ ਇੰਨੇ ਮਤਲਬ ਕਿ ਕੰਮ ਸਾਰੇ ਕੁਆਲੀਫਾਈਡ, ਸਾਰੇ ਪੜ੍ਹੇ ਲਿਖੇ, ਉੱਚ ਲੈਵਲ ਦੀ ਗੱਲ ਕਰਨ ਵਾਲੇ। ਜਿੱਦਾਂ ਹੁਣ ਤੁਸੀਂ ਇਹ ਮੈਨੂੰ ਦੱਸਣਾ ਚਾਹੋ ਵੀ ਤੁਹਾਡੇ ਨਾਲ ਜਿਵੇਂ ਕਿ ਪ੍ਰੋਪੇਗੈਂਡਾ ਪਹਿਲਾਂ ਸੀਗਾ, ਹੁਣ ਤੇ ਕੌਂਸਲ ਬਣ ਗਈ ਆ,
ਤੇ ਹੁਣ ਤੁਹਾਡੇ ਨਾਲ ਇੰਗਲੈਂਡ ਦੇ ਵਿੱਚੋਂ ਵੱਖ-ਵੱਖ ਸੰਸਥਾਵਾਂ, ਵੱਖ-ਵੱਖ ਗੁਰੂ ਘਰ ਤੁਹਾਡੇ ਨਾਲ ਜੁੜ ਰਹੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀਤਾ ਵੀਰ ਜੀ, ਸਾਨੂੰ ਆਪ ਪਤਾ ਸਾਰੀ ਗੱਲ, ਤੁਸੀਂ ਆਪ ਹੀ ਸਾਡੇ ਨਾਲ ਹੀ ਪਿਛਲੇ ਸਾਲ, ਇਹ ਸਾਰਾ ਸਾਲ ਜਿੱਦਾਂ ਵੀ ਲੰਘਿਆ ਤੁਸੀਂ ਨਾਲ ਹੀ ਸੀਗੇ। ਕੋਈ ਪ੍ਰੋਪਾਗੈਂਡਾ ਆਪਣੇ ਨੌਜਵਾਨਾਂ ਦੇ ਖਿਲਾਫ ਜਾਂ ਆਪਣੇ ਮੈਂਬਰਾਂ ਦੇ ਖਿਲਾਫ ਜਿਹੜੇ ਪਿਛਲੇ ਚੱਲੇ ਸੀ, ਪਰ ਹੁਣ ਨਵਾਂ ਮੋੜ ਕਹਿ ਸਕਦੇ ਆਇਆ ਆ ਤੇ ਬਹੁਤ ਵਧੀਆ ਚੜ੍ਹਦੀ ਕਲਾ ਵਿੱਚ ਸੇਵਾਵਾਂ ਵੀ ਚੱਲ ਰਹੀ ਆ। ਤੁਸੀਂ ਆਪ ਦੇਖਿਆ ਕਿਉਂਕਿ ਸਾਡੇ ਗਰੁੱਪ ਦੇ ਵਿੱਚ ਬਹੁਤ ਜ਼ਿਆਦਾ ਕਹਿ ਸਕਦੇ ਆ ਪੜ੍ਹੇ ਲਿਖੇ ਪਰ ਸੇਵਾਦਾਰ ਆ। ਮੇਨ ਚੀਜ਼ ਜਿਹੜੀ ਆ, ਜੀ ਜਿੱਦਾਂ ਮੈਂ ਆਪ ਪੜ੍ਹਿਆ ਲਿਖਿਆ ਨਹੀਂ ਹੈ ਨਹੀਂ, ਪਰ ਮਨ ਦੇ ਵਿੱਚ ਇਹ ਆ ਕਿ ਅਸੀਂ ਪੰਥ ਲਈ ਕੁਛ ਕਰੀਏ। ਤੇ ਇਹ ਜਿਹੜੀ ਜੀ ਸੋਚ ਆ, ਡਜ਼ਨਟ ਮੈਟਰ ਵਾਟ ਲੈਵਲ ਤੁਸੀਂ ਆ, ਹਨਾ, ਜੇ ਤੁਸੀਂ ਪੜ੍ਹੇ ਲਿਖੇ ਆ ਜਾਂ ਨਹੀਂ ਪੜ੍ਹੇ ਲਿਖੇ ਆ, ਪਰ ਜੇ ਸੋਚ ਹੋਵੇ ਤੁਸੀਂ ਜੋ ਮਰਜ਼ੀ ਕਰ ਸਕਦੇ ਹਨਾ। ਜਿਹੜੀ ਸੇਵਾ ਵਿੱਚ ਆ, ਜੀ ਸੇਵਾ ਹੱਥੀਂ ਕਰੀਦੀ ਆ ਤੇ ਜੀ ਮਨ ਲਾ ਕੇ ਕਰੀਦੀ ਆ। ਸੋ ਜੋ ਅਸੀਂ ਦੇਖਿਆ, ਜਿੱਦਾਂ ਹੁਣ ਜਿਹੜੀ ਸਪੋਰਟ ਸਾਨੂੰ ਮਿਲੀ ਜਦੋਂ ਕਿਸਾਨ ਦਾ ਇਹ ਮੋਰਚੇ ਚੱਲੇ ਆ, ਇਹ ਜਿਹੜੀ ਭਾਈ ਮਨਮੋਹਨ ਸਿੰਘ ਨੇ ਵੀ ਗੱਲ ਕੀਤੀ ਸੀ, ਇੱਕ ਚਿੱਠੀ ਲਿਖੀ ਸੀਗੀ ਰੈਡ ਅਲਰਟ, ਜਿਹੜੀ ਅਸੀਂ ਲਿਖੀ ਸੀਗੀ ਜੀ ਕਿ ਇੱਥੇ ਦੀ ਗਵਰਨਮੈਂਟ ਨੂੰ ਕਿ ਅਸੀਂ ਅਵੇਅਰ ਹੋਵੇ ਕਿ ਆਹ ਹੋ ਰਿਹਾ ਇੰਡੀਆ ਵਿੱਚ, ਤੇ ਇਹਦੇ ਵਿੱਚ ਡੇਂਜਰਸ ਕੀ ਆ, ਹਿਊਮਨ ਰਾਈਟਸ ਵਾਇਲੇਸ਼ਨਸ ਹੋ ਸਕਦੀ, ਹੋਰ ਵੀ ਬਹੁਤ ਕੁਝ ਹੋ ਸਕਦਾ ਜਿਹੜੇ ਕਿਸਾਨ ਪ੍ਰੋਟੈਕਟ ਹੈ। ਕਿਉਂਕਿ ਇੰਡੀਆ ਦੀ ਇੱਕ ਟਰੈਕ ਰਿਕਾਰਡ ਆ ਜਿਹੜੀ ਜੀ ਕਾਫੀ ਦੁਨੀਆ ਹਨਾ ਬਲਾਈਂਡ ਆਈ ਦੇ ਦਿੰਦੀ ਹੈ ਕਿ ਨਹੀਂ ਅਸੀਂ ਦੇਖਣਾ, ਡੋਂਟ ਵਰੀ ਅਬਾਊਟ ਇਹਨਾਂ ਦੀ ਹਿਊਮਨ ਰਾਈਟਸ ਵਾਇਲੇਸ਼ਨ ਜੋ ਵੀ ਇਹ ਕੀਤੀ ਇਹਨਾਂ ਨੇ ਪਾਸਟ ਵਿੱਚ, ਅਸੀਂ ਇਹਨਾਂ ਨਾਲ ਟ੍ਰੇਡ ਕਰਨੀ ਹੈ, ਪਰ ਇਹ ਹਾਈਲਾਈਟ ਕਰਨਾ ਚਾਹੀਦਾ ਹੈ। ਸੋ ਉਹਦੇ ਨਾਲ ਕਿਉਂਕਿ ਜਿਹੜੀ ਸੇਵਾਵਾਂ ਪਿਛਲੇ 3 ਮਹੀਨਿਆਂ ਦੇ ਵਿੱਚ ਆਪਣੀ ਆਮ ਸੰਗਤ ਨੇ ਗੁਰੂ ਘਰਾਂ ਨੇ ਦੇਖੀ, ਉਹਦੇ ਵਿੱਚ 170 ਆਰਗੇਨਾਈਜੇਸ਼ਨਸ ਗੁਰੂ ਘਰਾਂ ਨੇ, ਉਹਦੇ ਵਿੱਚ ਸਿੱਖ ਸੁਸਾਇਟੀ ਦੀ ਯੂਨੀਵਰਸਿਟੀ ਦੇ ਨੌਜਵਾਨ ਯੂਨੀਵਰਸਿਟੀ ਪੜ੍ਹਦੇ ਹੁਣ ਸਾਰਿਆਂ ਨੇ ਸਪੋਰਟ ਦਿੱਤੀ ਆ। ਸੋ ਜਿੱਥੇ ਵੀ ਦੇਖੀਏ ਕਿ ਇਹ ਗਰੁੱਪ ਦੀ, ਇਹ ਕਾਉਂਸਲ ਦੀ ਸੇਵਾ ਦੇਖ ਕੇ, ਇਹਨਾਂ ਦੀ ਐਕਟੀਵਿਟੀਜ਼ ਦੇਖ ਕੇ ਉਹਨਾਂ ਨੇ ਸਪੋਰਟ ਦਿੱਤੀ ਚਿੱਠੀ ਨੂੰ ਕਿ ਕਾਉਂਸਲ ਮੋੜੇ ਹੋ ਕੇ ਕਰ ਸਕਦੀ ਹੈ। ਸੋ ਕਾਫੀ ਕਹਿ ਸਕਦੇ ਪੋਜ਼ਿਟਿਵ ਫੀਡਬੈਕ ਬਹੁਤ ਮਿਲਿਆ ਆ। ਗੁਰੂ ਘਰ ਵੀ ਕਾਫੀ ਫੋਨ ਕਰਦੇ ਹੁੰਦੇ ਆ ਸਪੋਰਟ ਵਾਸਤੇ, ਜਿੱਦਾਂ ਕੋਵਿਡ ਤੇ ਵੀ ਚੱਲਿਆ ਹੈ ਹਨਾ, ਜਿਹੜੇ ਗਾਈਡਲਾਈਨਸ ਆਪਣੇ ਡਾਕਟਰ ਸਾਹਿਬ ਸੁਖਦੇਵ ਸਿੰਘ ਉਹਨਾਂ ਨੇ ਵੀ ਲਿਖੇ ਸੀਗੇ ਸੀ ਕਾਉਂਸਲ ਦੇ ਨਾਲ ਹਨਾ। ਤੇ ਇਹਦੇ ਵਿੱਚ ਵੀ ਜਦੋਂ ਜਿਹੜੇ ਲਿੰਕਸ ਆ ਸਾਡੇ ਵੈਬਸਾਈਟ ਤੇ ਹਨਾ, ਕਈ ਫੋਨ ਕਰਦੇ ਹੁੰਦੇ, ਪਰ ਉਹ ਸ਼ਾਬਾਸ਼ ਵੀ ਦਿੰਦੇ ਆ ਕਿ ਨੌਜਵਾਨਾਂ ਨੇ ਐਕਸਟੈਂਡ ਲਿਆ ਤੇ ਹੁਣ ਵੀ ਜਿਹੜੀ ਸੇਵਾ ਕਰਦੇ ਆ, ਕਿਉਂਕਿ ਆਉਣ ਵਾਲੀ ਪੀੜ੍ਹੀ ਵਾਲੇ ਅਸੀਂ ਆਪਣੇ ਲਈ ਨਹੀਂ ਕਰਦੇ, ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਕਰਦੇ। ਹੁਣ ਸਾਨੂੰ ਕਹਿੰਦੇ ਅਸੀਂ ਨੌਜਵਾਨ ਆ, ਪਰ ਅਸੀਂ ਆਪਣੇ ਹੁਣ ਦੀ ਗੱਲ ਕਰਦੇ, ਪਰ ਆਪਣੇ ਸਾਡੇ ਵੀ ਬੱਚੇ, ਅਸੀਂ ਆਪਣੇ ਬੱਚਿਆਂ ਦੀ ਵੀ ਸੋਚਦੇ ਅੱਗੇ ਆ ਕੇ, ਅੱਗੇ ਜਾ ਕੇ ਆਪਣੇ ਬੱਚਿਆਂ ਲਈ ਕੀ ਪਲੇਟਫਾਰਮ ਬਣੂਗਾ। ਇਹ ਗੱਲ ਮੈਂ ਇੱਥੇ ਜ਼ਰੂਰ ਕਹਿ ਦਵਾਂ, ਅਸੀਂ ਗੱਲ ਖੁਸ਼ੀ ਵਾਲੀ ਗੱਲ ਹੈ ਵੀ ਮੋਰਲੈਸ ਸਾਰੇ ਨੌਜਵਾਨ ਨੇ, ਐਂਡ ਅਸੀਂ ਬਹੁਤ ਵਾਰ ਗੱਲ ਕਹਿੰਦੇ ਕਿ ਜਿਹੜੀ ਆ ਸਿਆਣਿਆਂ ਨੇ ਸੇਵਾ ਅੱਗੇ ਬਹੁਤ ਕੀਤੀ ਆ, ਉਹ ਵੀ ਇੱਕ ਦਿਨ ਨੌਜਵਾਨ ਸੀ, ਪਰ ਹੁਣ ਜਿਹੜੀ ਆ ਅਗਲੀ ਪੀੜ੍ਹੀ ਨੂੰ ਸੌਂਪ ਦੇਣੀ ਚਾਹੀਦੀ ਸੇਵਾ, ਤੇ ਅਸੀਂ ਬੈਕ ਰਹਿ ਕੇ ਉਹਨਾਂ ਨੂੰ ਵਾਚ ਕਰੀਏ, ਉਹਨਾਂ ਦੀ ਸਪੋਰਟ ਕਰੀਏ। ਪਰ ਕਿਤੇ ਨਾ ਕਿਤੇ ਕੁਰਸੀ ਛੱਡਣੀ ਬੜੀ ਔਖੀ ਹੈ। ਇਹੀ ਕਾਰਨ ਹੈ ਕਿ ਜਦੋਂ ਜੇ ਆਪਾਂ ਭਾਰਤ ਦੀ ਗੱਲ ਕਰਦੇ, ਜਿਸ ਦੇਸ਼ ਨੇ 5 ਲੱਖ ਕਿਸਾਨ ਪੂਰੇ ਭਾਰਤ ਦਾ ਬੈਠਾ ਬਾਰਡਰ ਤੇ, ਇਕੱਲੇ ਪੰਜਾਬ ਦਾ ਮੋਰਚਾ ਨਹੀਂ ਰਿਹਾ, ਬੇਸਿਕਲੀ ਪੰਜਾਬ ਨੇ ਲੀਡ ਕੀਤਾ, ਹਰਿਆਣਾ, ਯੂਪੀ, ਤਾਮਿਲਨਾਡੂ, ਈਵਨ ਗੁਜਰਾਤ ਤੋਂ ਵੀ ਬੰਦੇ ਵਿਚਾਰੇ ਭੇਸ ਬਦਲ ਕੇ ਆਉਣਾ ਪਿਆ ਉਹਨਾਂ ਨੂੰ ਕਿ ਸਰਕਾਰ ਤੰਗ ਕਰਦੀ ਆ। ਡਾਕਟਰ ਸਾਹਿਬ, ਮੇਰਾ ਅਗਲਾ ਸਵਾਲ ਤੁਹਾਡੇ ਕੋਲ ਹੈ, ਡਾਕਟਰ ਮਨਦੀਪ ਸਿੰਘ ਜੀ। ਕੋਵਿਡ-19 ਦੇ ਵਿੱਚ ਮੈਨੂੰ ਪਤਾ ਬੜਾ ਕੰਮ ਤੁਸੀਂ ਕੀਤਾ, ਬੜਾ ਟੈਲੀਵਿਜ਼ਨ ਤੇ ਗਾਈਡਲਾਈਨ ਦਿੱਤੀਆਂ ਇੱਥੇ ਆਣ ਕੇ, ਤੇ 2 ਸਵਾਲ ਮੇਰੇ ਕੋਲ ਮੈਂ ਪੁੱਛਣੇ ਨੇ ਤੁਹਾਨੂੰ ਦੋਨਾਂ ਦਾ, ਤੁਸੀਂ ਇਕੱਠਾ ਹੀ ਸਵਾਲਾਂ ਦਾ ਜਵਾਬ ਦੇ ਦਿਓ 1 ਬਾਈ 1। ਪਹਿਲੀ ਗੱਲ ਤਾਂ ਜਿਹੜੀ ਹੁਣ ਸਿਚੁਏਸ਼ਨ ਕੋਵਿਡ-19 ਦੀ ਕੀ ਹੈ, ਖਾਸ ਕਰਕੇ ਆਪਣੀ ਕਮਿਊਨਿਟੀ ਲਈ ਕਿਹੋ ਜਿਹਾ ਰਿਸਕ ਹੈ। ਟੀਅਰ 4 ਦੇ ਵਿੱਚ ਕਈ ਪਲੇਸਿਸ ਇੰਗਲੈਂਡ ਦੇ ਵਿੱਚ ਕਈ ਇਲਾਕੇ ਚਲ ਗਏ ਨੇ, ਕੁਝ ਜਾਣ ਵਾਲੇ ਨੇ, ਤੇ ਨਾਲ ਜੇ ਮੈਂ ਤੁਹਾਡੇ ਕੋਲ ਸਵਾਲ ਪੁੱਛਾਂ, 5 ਲੱਖ ਦੇ ਲਗਭਗ ਦਿੱਲੀ ਦੇ ਬਾਰਡਰ ਤੇ ਵੀਰ ਭੈਣਾਂ, ਬਜ਼ੁਰਗ, ਬੱਚੇ ਸਾਰੇ ਬੈਠੇ ਨੇ, ਤੇ ਜਿਨ੍ਹਾਂ ਦੇ ਨਾਲ ਅਸੀਂ ਵੀ ਇੱਥੋਂ ਸਪੋਰਟ ਕਰ ਰਹੇ ਹਾਂ, ਪਰ ਜਿਹੜਾ ਉੱਥੇ ਕੋਈ ਟੈਸਟ ਨਹੀਂ ਹੋ ਰਿਹਾ, ਕੋਈ ਮਤਲਬ ਕਿ ਫੇਸ ਮਾਸਕ ਨਹੀਂ ਪਾਏ ਜਾ ਰਹੇ, ਪਰ ਇਹ ਤੁਸੀਂ ਇੰਨੇ ਲੋਕਾਂ ਦੀ ਲਾਈਫ ਜਿਹੜੀ ਆ ਤੁਸੀਂ ਉਹ ਡੇਂਜਰ ਵਿੱਚ ਦੇਖਦੇ ਹੋ। ਪਹਿਲਾ ਸਵਾਲ ਇੰਗਲੈਂਡ ਦਾ ਕਰਕੇ, ਉਹਦੇ ਨਾਲ ਹੀ ਸਵਾਲ ਦਾ ਜਿਹੜਾ ਅਗਲਾ ਜਵਾਬ ਤੁਸੀਂ ਸਾਨੂੰ ਉਸ ਦਿੱਲੀ ਦੇ ਬਾਰਡਰ ਤੇ ਜਿਹੜੇ ਲੋਕ ਬੈਠੇ ਨੇ ਉਹਦਾ ਦਿਓ ਜੀ। ਹਾਂਜੀ ਡਾਕਟਰ ਸਾਹਿਬ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦੋਨੋਂ ਹੀ ਕੁਐਸਚਨ ਬਹੁਤ ਇੰਪੋਰਟੈਂਟ ਹੈ। ਪਹਿਲੀ ਗੱਲ ਇਹ ਜਿਹੜੀ ਕੋਵਿਡ-19 ਨਵੀਂ ਬਿਮਾਰੀ ਨਿਕਲੀ ਸੀਗੀ ਫੈਬਰਵਰੀ ਦੇ ਵਿੱਚ, ਇਸ ਮੁਲਕ ਦੇ ਵਿੱਚ, ਹੁਣ ਸਾਨੂੰ ਪਤਾ 11ਵਾਂ ਮਹੀਨਾ ਆ, ਤਾਂ ਇਹ ਵਾਇਰਸ ਹਾਲੇ ਕਿਤੇ ਨਹੀਂ ਗਈ। ਉਹੀ ਵਾਇਰਸ ਹੁਣ ਤੀਸਰਾ ਰੰਗ ਬਦਲ ਕੇ ਸਾਨੂੰ ਸੈਕੰਡ ਵੇਵ ਵਿੱਚ ਬਹੁਤ ਤੰਗੀ ਦੇ ਰਹੀ ਆ।
ਤਾਂ ਸਾਡੀਆਂ ਜਿਹੜੀਆਂ ਮੌਤਾਂ ਤੁਸੀਂ ਹੁਣ ਰੋਜ਼ ਸੁਣਦੇ ਨਿਊਜ਼ ਤੇ, ਮੌਤਾਂ ਦੀ ਗਿਣਤੀ ਵੀ ਹਾਲੇ ਵੀ 500-600 ਰੋਜ਼ ਮੌਤਾਂ ਹੁੰਦੀਆਂ ਇਸ ਮੁਲਕ ਵਿੱਚ। ਇੰਡੀਆ ਦੀ ਗੱਲ ਫਿਰ ਬਾਤ ਕਰੀ, ਵੈਸੇ ਪਹਿਲਾਂ ਇੰਗਲੈਂਡ ਦੀ ਕਰੀਏ। ਸੋ ਹੁਣ ਜਾਂ ਪਹਿਲਾਂ ਸਾਡਾ ਇੰਗਲੈਂਡ ਦੀ ਕਰੋ। ਪਹਿਲਾਂ ਇੰਗਲੈਂਡ ਦੀ ਕਰਦੀ ਆ। ਸੋ ਇਸ ਵੇਲੇ COVID-19 ਕਿਤੇ ਨਹੀਂ ਗਿਆ ਨਾ ਕਿਤੇ ਜਾਣਾ। ਸਾਨੂੰ ਲੱਗਦਾ ਸ਼ਾਇਦ ਤੋਂ 9 ਮਹੀਨਿਆਂ ਵਿੱਚ ਸ਼ਾਇਦ ਥੋੜੀ ਸਟੇਬਿਲਿਟੀ ਆ ਜੂਗੀ, ਕਿਉਂਕਿ ਹੁਣ ਟੀਕਾ ਵੀ ਇੱਕ ਲਾਇਸੈਂਸ ਮਿਲੀ ਵਾ, ਟੀਕੇ 3 ਹੋਰ ਵੀ ਤਿਆਰ ਆ ਜਿਹੜੇ ਜਨਵਰੀ ਤਾਈਂ ਤਿਆਰ ਹੋ ਕੇ ਉਹ ਬਣ ਸਕਦੇ। ਸੋ ਟੀਕਿਆਂ ਦੇ ਰਾਹੀਂ ਸਾਨੂੰ ਲੱਗਦਾ 3-4 ਮਹੀਨੇ ਵਿੱਚ ਕੰਟਰੋਲ ਥੋੜੀ ਹੋ ਸਕਦੀ ਹੈ। ਪਰ ਜਿਹੜੀ ਇਹ ਵਾਇਰਸ ਆ, ਇਹ ਪਹਿਲੀ ਵਾਰੀ ਜੀ ਹਿਸਟਰੀ ਵਿੱਚ ਇਦਾਂ ਦੀ ਵਾਇਰਸ ਨਿਕਲੀ ਆ ਜਿਹਦੇ ਬਾਰੇ ਪਹਿਲਾਂ ਤਾਂ ਸਾਨੂੰ 3 ਮਹੀਨੇ ਲਈ ਕੁਛ ਨਹੀਂ ਪਤਾ ਸੀ ਇਹਦੇ ਬਾਰੇ, ਕਿੱਥੋਂ ਆਈ ਆ, ਕਿੱਦਾਂ ਜੀ ਹੈ, ਇਹਦੇ ਦੇ ਕੀ ਬਿਮਾਰੀ ਹੈ, ਕੀ ਅਸਰ ਆ। ਤਾਂ ਹੁਣ ਸਾਨੂੰ ਕਾਫੀ ਰਿਸਰਚ ਦੇ ਰਾਹੀਂ ਪਤਾ ਲੱਗ ਗਿਆ। ਸੋ ਪਹਿਲੀ ਪ੍ਰੋਬਲਮ ਆ ਜਿਹੜੀ ਇਹ ਵਾਇਰਸ ਆ, ਇਹਦਾ ਤੀਸਰਾ ਰੰਗ ਹੁਣ ਅੱਜ ਤੁਸੀਂ ਪੜ੍ਹਦੇ ਪੇਪਰਾਂ ਵਿੱਚ ਮਿਊਟੇਸ਼ਨ ਹੋਇਆ ਆ। ਜਿਹੜੀ ਹੁਣ ਵਾਇਰਸ ਫੈਲ ਰਹੀ ਆ, ਇਹ ਅੱਗੇ ਨਾਲੋਂ ਬਹੁਤ ਜ਼ਿਆਦਾ ਤੇਜ਼ੀ ਨਾਲ ਟ੍ਰਾਂਸਮਿਟ ਹੁੰਦੀ ਆ, 70% ਜ਼ਿਆਦਾ। ਸੋ ਜਿੱਥੇ ਅੱਗੇ ਆਪਣੀ ਪਬਲਿਕ ਬਚ ਗਏ ਸੀਗੇ, ਜਿਹੜੇ ਮਾਸਕ ਨਹੀਂ ਪਾਉਂਦੇ ਸੀ, ਜਿਹੜੇ ਹੱਥ ਨਹੀਂ ਧੋਂਦੇ ਸੀਗੇ, ਜਿਹੜੇ ਸੋਸ਼ਲ ਡਿਸਟੈਂਸ ਨਹੀਂ ਕਰਦੇ ਸੀਗੇ, ਹੁਣ ਇਹ ਵਾਇਰਸ ਨੇ ਸਿੱਖ ਲਿਆ ਭਈ ਜੇ ਅਸੀਂ ਜੀਣਾ ਆ ਸਾਨੂੰ ਹੁਣ ਏਦਾਂ ਕਰਨਾ ਪੈਣਾ। ਸੋ ਇਹ ਵਾਇਰਸ ਵੀ ਬੜੀ ਕਲੇਵਰ ਆ, ਤਾਂ ਇਹ ਹੁਣ ਇਹਦੀ ਜੀ ਟ੍ਰਾਂਸਮਿਸ਼ਨ ਬਹੁਤ ਜ਼ਿਆਦਾ ਵੱਧ ਗਈ ਆ। ਤਾਂ ਤੁਸੀਂ ਜਿਹੜੇ ਅੱਗੇ ਫੈਲ ਰਹੇ ਸੀਗੇ, ਜੇ ਤੁਸੀਂ ਉਹ ਕਰੀ ਜਾਵੋ ਤੁਹਾਨੂੰ ਵਾਇਰਸ ਇਹ ਜ਼ਰੂਰ ਬਿਮਾਰੀ ਹੋਣੀ ਹੈ। ਸੋ ਹੁਣ ਕਰਕੇ ਜੀ ਟੀਕਾ ਤਿਆਰ ਆ, ਥੋੜੀ ਕਿ ਤੁਹਾਨੂੰ ਫਿਊਚਰ ਠੀਕ ਲੱਗਦਾ ਪਈ ਜੇ 9 ਮਹੀਨਿਆਂ ਵਿੱਚ ਸਟੇਬਿਲਿਟੀ ਆ ਗਈ ਫਿਰ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਸੋ ਇਸ ਵੇਲੇ ਮੇਨ ਪ੍ਰੀਵੈਂਸ਼ਨ ਜਿਹੜੇ ਅਸੀਂ ਮੁੜ ਕੇ ਫਿਰ ਤੁਹਾਨੂੰ ਦੱਸੀਏ, ਹੱਥ ਧੋਣੇ ਚਾਹੀਦੇ ਆ ਸਾਬਣ ਦੇ ਨਾਲ 20 ਘੰਟਾ ਲਈ, ਕਿਉਂਕਿ ਜਿਹੜੀ ਉਹ ਵਾਇਰਸ ਆ ਉਹਦਾ ਜਿਹੜਾ ਐਨਵਲਪ ਹੈ, ਜਿਹੜੀ ਉਹਦੀ ਮਾਸ ਆ ਉਹ 20 ਘੰਟਾ ਹੂੰ ਵਿੱਚ ਖੁਰ ਜਾਂਦਾ ਆ, ਸਾਬਣ ਦੇ ਨਾਲ ਤਾਂ ਮਰ ਜਾਂਦੀ ਹੈ ਵਾਇਰਸ। ਸੋ ਜੇ ਤੁਹਾਡੇ ਹੱਥਾਂ ਤੇ ਵਾਇਰਸ ਜੀ ਹੋਵੇ 20 ਘੰਟੇ ਵਿੱਚ ਤੁਸੀਂ ਉਹਨੂੰ ਮਾਰ ਸਕਦੇ ਆ, ਤਾਂ ਤੁਸੀਂ ਫਿਰ ਹੋਰ ਕਿਸੇ ਨੂੰ ਸਪਰੈਡ ਨਹੀਂ ਕਰਨੀ। ਦੂਸਰੀ ਗੱਲ ਜਿਹੜਾ ਮਾਸਕ ਆ, ਜੇ ਤੁਸੀਂ ਇੱਕ ਦੂਜੇ ਨਾਲ ਗੱਲ ਕਰਦੇ ਆ ਤਾਂ ਤੁਸੀਂ 2-2 ਮੀਟਰ ਤੇ ਬੈਠੇ ਆ, ਜੇ ਮਾਸਕ ਨਹੀਂ ਪਾਇਆ 75% ਚਾਂਸ ਹੈ ਤੁਹਾਨੂੰ ਵਾਇਰਸ ਜਾ ਕੇ ਤੁਹਾਨੂੰ ਇਨਫੈਕਸ਼ਨ ਦੇ ਸਕਦੀ ਹੈ। ਜੇ ਇੱਕ ਬੰਦਾ ਮਾਸਕ ਪਾ ਲਵੇ ਫਿਰ ਉਹ ਪਰਸੈਂਟੇਜ ਰਿਸਕ 5% ਤੱਕ ਚਲ ਜਾਂਦੀ ਆ। ਜੇ ਦੋਨੋਂ ਨੇ ਹੂੰ ਮਾਸਕ ਪਾਇਆ ਫਿਰ 1.5%। ਫਿਰ ਤੁਸੀਂ ਆਪ ਸੋਚੋ, ਜਿਹੜੀ ਇਹ ਸਾਰੀ ਇਹ ਰਿਸਰਚ ਕੀਤੀ ਉਹ ਡਾਕਟਰਾਂ ਨੇ 10 ਮਹੀਨਿਆਂ ਵਿੱਚ, ਅੱਜ ਤਾਈਂ 1-2 ਹੋਰ ਵੀ ਪੇਪਰ ਨਿਕਲੇ ਹੋ ਜਿੱਥੇ ਲਿਖਿਆ ਪਿਆ ਮਾਸਕ ਦਾ ਕੋਈ ਫਾਇਦਾ ਨਹੀਂ। ਪਰ ਅਸਲ ਵਿੱਚ ਜਿਹੜੇ 4 ਲੱਖ ਡਾਕਟਰ ਇਸ ਮੁਲਕ ਵਿੱਚ ਆ, ਸਾਰੇ ਤਾਂ ਨਹੀਂ ਝੂਠ ਬੋਲ ਸਕਦੇ। ਮੈਜੋਰਿਟੀ ਤੁਹਾਨੂੰ ਜੀ ਫਿਰ ਵੀ ਕਹੂਗੀ ਤੁਸੀਂ ਮਾਸਕ ਪਾਵੋ। ਤਾਂ ਸਾਡੇ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਵੀ ਹੈਗੇ ਤੁਸੀਂ ਜ਼ਰੂਰ ਮਾਸਕ ਪਾਵੋ। ਮਾਸਕ ਥੋੜੀ ਕਾਫੀ ਬਚਾਅ ਕਰਦੇ ਆ। ਮਾਸਕ ਤੋਂ ਬਿਨਾ 70% ਚਾਂਸ ਹੈ ਕੋਰੋਨਾ ਵਾਇਰਸ ਦੀ, ਜੇ ਇੱਕ ਮਾਸਕ ਹੂੰ ਪਾਵੇ 5% ਤਾਂ ਘੱਟ, ਜੇ ਦੋਨੋਂ ਹੀ ਮਾਸਕ ਪਾਉਂਦੇ ਹੂੰ ਫਿਰ 1.5%। ਸੋ ਮਾਸਕ ਜ਼ਰੂਰੀ। ਤੀਸਰੀ ਗੱਲ ਸੋਸ਼ਲ ਡਿਸਟੈਂਸ 2-2 ਮੀਟਰ। ਜਿਹੜੀ ਇਹ ਵਾਇਰਸ ਆ ਇਹ ਫਲੂ ਵਾਂਗਰ ਨਹੀਂ ਜਿਹੜੀ ਉਹ ਹਵਾ ਵਿੱਚ ਜਾਂਦੀ ਆ, ਇਹ 2-2 ਮੀਟਰ ਤਾਂ ਸਿਰਫ ਜਾਂਦੀ ਆ। ਸੋ ਜੇ ਤੁਸੀਂ ਆਪਾਂ ਥੋੜਾ ਦੂਰ ਰੱਖੋ ਫਿਰ ਵਾਇਰਸ ਇੱਕ ਦੂਜੇ ਨਾਲ ਲੱਗ ਨਹੀਂ ਸਕਦੀ। ਪ੍ਰੋਬਲਮ ਇਸ ਵੇਲੇ ਆਹ ਹੋ ਗਿਆ ਆ, ਸਾਰੇ ਥੱਕ ਗਏ, ਹੂੰ ਹਾਰ ਗਏ, ਸੁਣ ਕੇ ਹੱਥ ਧੋਵੋ, ਮਾਸਕ ਪਾਵੋ, 2-2 ਮੀਟਰ ਤੇ ਬੈਠੋ। ਤਾਂ ਇੱਥੇ ਅੰਗਰੇਜ਼ੀ ਹੂੰ ਵਿੱਚ ਸਾਡੇ ਆ ਫਟੀਗ, ਪੈਂਡੈਮਿਕ ਫਟੀਗ, ਤੇ ਮਹਾਮਾਰੀ ਦਾ ਸੁਣ ਕੇ ਬੰਦਾ ਆਪਣੇ ਮਨ ਚੋਂ ਕਰਦਾ ਵੀ ਛੱਡੋ ਮੈਨੂੰ ਨਾ ਸੁਣਾਵੋ, ਇਹਦੇ ਨਾਲ ਮੈਂ ਬਹੁਤ ਜ਼ਿਆਦਾ ਸੁਣਿਆ। ਸੋ ਉਸ ਪੈਂਡੈਮਿਕ ਫਟੀਗ ਦੇ ਨਾਲ 65% ਅੱਜ ਇਹਨਾਂ ਪ੍ਰੀਵੈਂਸ਼ਨ ਮੈਥਡਸ ਨੂੰ ਵਰਤਦੇ ਨੇ, ਤਾਂ ਹੀ ਗਿਣਤੀ ਵਧੀ ਜਾਂਦੀ ਆ, ਮੌਤਾਂ ਵਧੀ ਜਾਂਦੀਆਂ ਆ। ਤਾਂ ਹਸਪਤਾਲਾਂ ਦਾ ਹੁਣ ਤੁਸੀਂ ਆਪ ਕਪੈਸਿਟੀ ਦੇਖ ਲਓ, ਉਹ ਭਰੀਆਂ ਪਈਆਂ ਆ। ਜਿੱਦਾਂ ਬੁਰਾ ਹਾਲ ਜਨਵਰੀ ਹੈ ਫੈਬਰਵਰੀ ਦੇ ਨੰਬਰ ਹੋਣੇ ਚਾਹੀਦੇ ਆ, ਉਹ ਹੁਣ 2 ਮਹੀਨੇ ਪਹਿਲਾਂ ਭਰ ਗਈਆਂ ਆ। ਸੋ ਸਾਨੂੰ ਲੱਗਦਾ ਜੀ ਜਨਵਰੀ ਫੈਬਰਵਰੀ ਵਿੱਚ ਬਹੁਤ ਜ਼ਿਆਦਾ ਪ੍ਰੈਸ਼ਰ NHS ਤੇ ਪੈਣਾ ਆ। ਸੋ ਇਸ ਮੁਲਕ ਦੇ ਵਿੱਚ 6-4 ਤਾਂ ਹੀ ਸ਼ੁਰੂ ਕੀਤਾ ਸੀ ਕ੍ਰਿਸਮਸ ਤੋਂ ਪਹਿਲਾਂ, ਕਿਉਂਕਿ ਜੇ 6-4 ਨਾ ਕਰਦੇ, 6-4 ਹੈਗਾ ਲੋਕਡਾਊਨ ਦੇ ਹਿਸਾਬ ਦੇ ਨਾਲ ਨੀਲੀ ਲੋਕਡਾਊਨ ਹੈ, ਪਰ 1-2 ਵਿੱਚ ਰਿਸਟ੍ਰਿਕਸ਼ਨ ਘੱਟ ਆ। ਸੋ 6-4 ਇਸ ਵੇਲੇ 25% ਮੁਲਕ 6-4 ਦੇ ਵਿੱਚ ਆ, ਬਾਕੀ ਹੈਗਾ 6-3। ਹੂੰ 98% ਇੰਗਲੈਂਡ 6-3 ਜਾਂ 6-4 ਵਿੱਚ ਆ। ਤਾਂ 6-3 ਜੀ ਤੇ 6-4 ਕਾਫੀ ਸਿਮਿਲਰ ਹੈ, ਪਰ 6-4 ਜ਼ਿਆਦਾ ਲੰਡਨ ਵੱਲ ਆ, ਤਾਂ ਮਿਡਲੈਂਡਸ ਵੱਲ ਆ ਰਹੀ ਆ। ਸਾਨੂੰ ਲੱਗਦਾ ਵੀ ਜਨਵਰੀ ਵਿੱਚ ਇੱਥੇ ਵੀ 6-4 ਕਰ ਦੇਣਾ ਹੈ। ਸੋ 6-4 ਦਾ ਮਤਲਬ ਹੈ ਤੁਸੀਂ ਘਰ ਰਹੋ, ਜੇ ਕੋਈ ਹੂੰ ਜ਼ਰੂਰੀ ਕੰਮ ਆ ਬਾਹਰ ਜਾਣਾ, ਜਿਹੜਾ ਤੁਸੀਂ ਕੰਮ ਘਰੋਂ ਨਹੀਂ ਕਰ ਸਕਦੇ, ਕੰਮ ਲਈ ਤੁਸੀਂ ਬਾਹਰ ਜਾ ਸਕਦੇ ਆ। ਜੇ ਤੁਹਾਡੀ ਪੜ੍ਹਾਈ ਜੀ ਹੈ ਜਦੋਂ ਯੂਨੀਵਰਸਿਟੀ ਜਾਂ ਸਕੂਲ,
ਤੁਸੀਂ ਜਾ ਸਕਦੇ ਆ। ਜੇ ਤੁਹਾਡੀ ਛਾੜ ਕੇ ਦੀ ਕੋਈ ਰਿਸਪੌਂਸਿਬਿਲਿਟੀ ਆ ਕਰ ਸਕਦੇ, ਜੇ ਜ਼ਰੂਰੀ ਸ਼ਾਪਿੰਗ ਆ ਕਰ ਸਕਦੇ, ਜੇ ਐਕਸਰਸਾਈਜ਼ ਕਰਨੀ ਹੈ ਇਕੱਲਾ ਕਰ ਸਕਦਾ ਆ, ਹੋਰ ਕਿਸੇ ਦੇ ਨਾਲ ਨਹੀਂ। ਬਾਕੀ 6 ਦੇ ਵਿੱਚ ਤੁਸੀਂ ਕਿਤੇ ਨਹੀਂ ਹੋਰ ਜਾ ਸਕਦੇ, ਤੁਸੀਂ ਆਪਣੇ ਸ਼ਹਿਰ ਨੂੰ ਛੱਡ ਨਹੀਂ ਸਕਦੇ ਹੋਰ ਸ਼ਹਿਰ ਨੂੰ ਜਾਣ ਨੂੰ। ਡਾਕਟਰ ਸਾਹਿਬ ਇੰਡੀਆ ਬਾਰੇ ਗੱਲ ਮੈਂ ਤੁਹਾਡੇ ਕੋਲ ਬਾਅਦ ਚ ਆਉਣਾ, ਕਿਉਂਕਿ ਮੈਂ ਆਨੰਦ ਸਾਹਿਬ ਕੋਲ ਜਾਣਾ। ਗੁਰਪ੍ਰੀਤ ਆਨੰਦ ਜੀ, ਜਿਵੇਂ ਕਿ ਤੁਹਾਨੂੰ ਪਤਾ ਵੀ 31 ਆਪਣੇ ਹੁਣ ਦਸੰਬਰ ਆਉਣ ਵਾਲੀ ਹੈ, ਤੇ ਗੁਰਦੁਆਰਾ ਸਾਹਿਬ ਖਾਸ ਕਰਕੇ ਆਪਣਾ ਤਕਰੀਬਨ ਆਪਾਂ ਨੂੰ ਪਤਾ ਕਿ ਆਪਾਂ ਗੁਰੂ ਸਾਹਿਬ ਦਾ ਓਟ ਆਸਰਾ ਲੈਨੇ ਉਸ ਦਿਨ, ਕਿ ਜਿਹੜਾ ਵੈਸੇ ਤੇ ਸਿੱਖ ਸਵੇਰੇ ਸ਼ਾਮੀ ਅਰਦਾਸ ਕਰਦਾ ਕਿ ਜੇ 4 ਪਹਿਰ ਦਿਨ ਦਾ ਜਿਹੜਾ ਸੁੱਖਾਂ ਨਾਲ ਬਤੀਤ ਹੋਇਆ ਤੇ ਰਾਤ ਵੀ ਜਿਹੜੀ ਹੈ ਸੁੱਖਾਂ ਨਾਲ ਬਤੀਤ ਆਵੇ, ਤੇ ਸਵੇਰੇ ਨਾ ਅੰਮ੍ਰਿਤ ਵੇਲੇ ਉੱਠ ਕੇ ਫੇਰ ਅਰਦਾਸ ਕਰਦਾ। 31 ਦਸੰਬਰ ਨੂੰ ਆਪਾਂ ਸਾਰੇ ਮੋਸਟਲੀ ਜਿਹੜੇ ਆ, ਮੈਂ ਕਹਾਂ ਮੈਜੋਰਟੀ ਜਿਹੜੇ ਆ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ, ਉਹ ਗੁਰਦੁਆਰਾ ਸਾਹਿਬ 'ਚ ਆਪਣਾ ਨਵਾਂ ਸਾਲ ਚੜਾਉਣਾ ਚਾਹੁੰਦੇ ਨੇ। ਤੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ ਇਸ ਵਾਰ ਤਾਂ ਹੁਣ ਉਧਰੋਂ ਲੋਕਡਾਊਨ ਆ, ਰਿਸਟ੍ਰਿਕਸ਼ਨਸ ਬਹੁਤ ਨੇ, ਤੁਹਾਡੇ ਸਿੱਖ ਕੌਂਸਲ ਜਿਹੜੀ ਹੈ ਕਿਹੜੀ ਤੁਸੀਂ ਤਿਆਰੀ ਜਾਂ ਕਿਹੜੀ ਗਾਈਡਲਾਈਨਸ ਜਿਹੜੀਆਂ ਤੁਸੀਂ ਇਸ ਹਿਸਾਬ ਨਾਲ ਸੋਚਦੇ ਹੋ ਵੀ 31 ਦਸੰਬਰ ਤਾਂ ਆਈ ਲੈ, ਕੱਲ ਤੋਂ ਪਰਸੋਂ ਨੂੰ ਸ਼ਾਮ ਨੂੰ ਜਿਹੜਾ ਕਿ ਆਪਾਂ ਉੱਥੇ ਪਹੁੰਚਣਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂਜੀ, ਸੋ ਇਹ ਇੱਕ ਬੜੀ ਰਿਸਕ ਦੀ ਗੱਲ ਹੈ। ਸਾਨੂੰ ਪਤਾ ਹੈ ਇਸ ਵੇਲੇ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਤੇ ਸਾਰੇ ਇਕੱਠੇ ਹੁੰਦੇ ਗੁਰੂ ਘਰ, ਬੜੀ ਅੱਛੀ ਗੱਲ ਹੈ ਜੀ, ਬਟ ਬੜੀ ਰਿਸਕ ਦੀ ਗੱਲ। ਤੁਹਾਨੂੰ ਮੈਂ ਆਪ ਮੁੱਖ ਸੇਵਾਦਾਰ ਹੈਗਾ ਖਾਲਸਾ ਜਥਾ ਬ੍ਰਿਟਿਸ਼ ਆਇਲਸ ਵਿੱਚ, ਜਾਂ ਸਭ ਤੋਂ ਪੁਰਾਣਾ ਗੁਰਦੁਆਰਾ UK ਵਿੱਚ, ਤੇ 31 ਉਸ ਦਿਨ ਮੇਰੇ ਖਿਆਲ 1000-2000 ਤੱਕ ਸੰਗਤਾਂ ਲੰਘ ਕੇ ਜਾਂਦੇ ਗੁਰੂ ਘਰ ਵਿੱਚ, ਤੇ ਇਹ ਹੁਣ ਬੜਾ ਡੇਂਜਰਸ, ਬਿਕੋਜ਼ Day 4 ਵਿੱਚ ਹੈ ਜਦ ਨਵਾਂ ਵਾਇਰਸ ਦਾ ਸਟ੍ਰੇਨ ਵੀ ਆਇਆ, ਉਹ ਜ਼ਿਆਦਾ ਇਨਫੈਕਸ਼ੀਅਸ ਵੀ ਹੈਗਾ, ਤੇ ਅਸੀਂ ਚਾਹੁੰਦੇ ਆ ਜਿਹੜੇ ਗੁਰੂ ਘਰ ਆਂਗੇ ਉਹ ਸੇਫ ਰਹਿਣਾ ਚਾਹੀਦਾ। ਸੋ ਇਸ ਸਾਲ ਜ਼ਿਆਦਾ ਤੋਂ ਜ਼ਿਆਦਾ ਗੁਰੂ ਘਰ ਇਹ ਕਰੇ। ਕੋਈ ਥੋੜਿਆਂ ਨੇ ਆਪਣਾ ਜਿਹੜਾ ਨਿਊ ਈਅਰਸ ਈਵ ਦਾ ਪ੍ਰੋਗਰਾਮ ਕੈਂਸਲ ਕੀਤਾ ਹੋਇਆ, ਉਹ ਕਹਿੰਦੇ ਸੰਗਤਾਂ ਪਲੀਜ਼ ਨਹੀਂ ਆਓ, ਬਿਕਾਜ਼ ਅਸੀਂ ਉਹਨਾਂ ਨੂੰ ਪਤਾ ਮੇਨਟੇਨ ਕਰਨਾ ਬੜਾ ਮੁਸ਼ਕਿਲ ਹੈ। ਦੂਸਰੇ ਗੁਰੂ ਘਰ ਕਰੇ ਜਲਦੀ ਖਤਮ ਕਰਨਾ ਪ੍ਰੋਗਰਾਮ, ਜਿਸ ਤਰ੍ਹਾਂ 10 ਵਜੇ ਖਤਮ ਕਰਕੇ ਫਿਰ ਉਹ ਪ੍ਰੋਗਰਾਮ ਕੀਰਤਨ ਚੱਲਦਾ ਰਹੇਗਾ, ਬਟ ਤੁਸੀਂ ਘਰ ਜਾ ਕੇ ਦੇਖੋ ਆਨਲਾਈਨ YouTube ਤੇ ਸਾਰਾ ਲਾਈਵ ਸਟ੍ਰੀਮ ਹੋਏਗਾ, ਤੇ ਤੁਸੀਂ ਅੱਜ ਕੱਲ੍ਹ ਤਾਂ ਸੌਖਾ ਹੈਗਾ। ਹਾਂਜੀ, ਤੁਸੀਂ ਜ਼ਰੂਰ ਟੇਕ ਅਵੇ ਲੰਗਰ ਲੈ ਜਾਓ, ਘਰ ਜਾ ਕੇ ਬੈਠੋ ਤੇ ਆਨਲਾਈਨ ਦੇਖੋ, ਤੇ ਕਮ ਸੇ ਕਮ ਸਾਰੇ ਸੇਫ ਹੋਣਗੇ, ਲੰਗਰ ਵੀ ਛਕੋ, ਤੇ ਤੁਸੀਂ ਕਮ ਸੇ ਕਮ ਕੀਰਤਨ ਵੀ ਸੁਣ ਸਕਦੇ। ਸੋ ਥੋੜਾ ਡਿਫਰੈਂਟ ਹੋਏਗਾ, ਪਰ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਤੇ ਕਿ ਸਾਰਿਆਂ ਨੂੰ ਸੇਫ ਰੱਖਣਾ। ਤੇ ਇਹ ਵੀ ਬੜੇ ਗੁਰੂ ਘਰ ਦੇਖਦੇ ਪਏ ਕੀ ਸਿਚੁਏਸ਼ਨ ਹੈ, ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਕਹਿ ਰਿਹਾ ਥੋੜੇ ਗੁਰਦੁਆਰਾ ਸਾਹਿਬ ਦੇਖ ਰਹੇ 10 ਵਜੇ ਤੱਕ ਅਸੀਂ ਖੁੱਲੇ रहेंगे ਦਰਸ਼ਨ ਲਈ, ਬਟ ਡਿਪੈਂਡ ਕਰੇਗਾ ਉਸ ਦਿਨ ਤੇ ਕੀ ਸਿਚੁਏਸ਼ਨ ਹੈਗਾ, ਉਹ ਵੀ ਚੇਂਜ ਹੋ ਸਕਦਾ ਹੈ। ਸਾਡਾ ਇਹ ਪਹਿਲਾ ਪ੍ਰਾਇੋਰਟੀ ਹੈ ਸੰਗਤਾਂ ਨੂੰ ਸੇਫ ਰੱਖਣਾ। ਇਫ ਇਟਸ ਡੇਂਜਰਸ, ਇਫ ਇਟਸ ਗੋਇੰਗ ਟੂ ਬੀ ਡੇਂਜਰਸ, ਇਫ ਸਾਨੂੰ ਲੱਗੇਗਾ ਖਤਰਾ ਹੋਏਗਾ, ਤੇ ਫਿਰ ਉਹ ਵੀ 10 ਵਜੇ ਦਾ ਪਲਾਨ ਵੀ ਚੇਂਜ ਹੋ ਸਕਦਾ। ਗੁਰਪ੍ਰੀਤ ਮੈਮ ਜੀ, ਇੱਕ ਸਵਾਲ ਨਾਲ ਲੱਗਦਾ ਮੈਂ ਤੁਹਾਡੇ ਕੋਲ ਪੁੱਛ ਲਵਾਂ ਅੱਗੇ ਜਾਣ ਤੋਂ ਪਹਿਲਾਂ ਭੈਣ ਜੀ ਹੋਣਾ ਤੋਂ ਜਾਂ ਮਨਮਗਨ ਹੋਣਾ ਤੋਂ, ਬਈ ਟਾਸਕ ਫੋਰਸ ਜਿਹੜੀ ਬਣੀ ਸੀ ਇੱਥੇ, ਤੁਹਾਨੂੰ ਸ਼ਾਇਦ ਯਾਦ ਹੋਵੇ, ਉਹਦਾ ਬੜਾ ਵਿਵਾਦ ਵੀ ਖੜਿਆ ਹੋਇਆ ਸੀਗਾ, ਤੇ ਗਵਰਨਮੈਂਟ ਨੇ ਕੋਈ ਪਰਸਨ ਲਾ ਦਿੱਤਾ ਸੀ ਜਿਹੜਾ ਕਿ ਉਹ ਕਾਬਲ ਨਹੀਂ ਸੀ। ਚਲੋ ਗਵਰਨਮੈਂਟ ਤੇ ਸਟੈਪ ਬੈਕ ਹੋ ਗਈ। ਟਾਸਕ ਫੋਰਸ ਦੇ ਨਾਲ ਸਿੱਖ ਕੌਂਸਲ ਦਾ ਕੋਈ ਡਾਇਲੋਗ ਜਦੋਂ ਦੇ ਤੁਸੀਂ ਹੁਣ ਮੁੜ ਕੇ ਜਿਹੜੀ ਨਵੀਂ ਚੋਣ ਹੋਈ ਆ, ਟਾਸਕ ਫੋਰਸ ਗਵਰਨਮੈਂਟ ਲੈਵਲ ਤੇ ਤੁਸੀਂ ਕੋਈ ਗੱਲਬਾਤ ਉਹਨਾਂ ਦੇ ਨਾਲ ਤੁਹਾਡਾ ਡਾਇਲੋਗ ਚੱਲ ਰਿਹਾ? ਹਾਂਜੀ, ਅਸੀਂ ਟਾਸਕ ਫੋਰਸ ਤੇ ਹੈ ਨਹੀਂ, ਅਸੀਂ ਜ਼ਰੂਰ ਆਪਣਾ ਫੀਡਬੈਕ ਭੇਜਿਆ ਹੋਇਆ ਗਵਰਨਮੈਂਟ ਨੂੰ, ਕਿਉਂਕਿ ਸਾਨੂੰ ਲੱਗ ਰਿਹਾ ਜਿਹੜੇ ਹੈਗੇ ਆ ਟਾਸਕ ਫੋਰਸ ਤੇ ਉਹ ਫੀਡਬੈਕ ਨਹੀਂ ਲੈ ਰਹੇ ਜਿਹੜੇ ਗੁਰਦੁਆਰਿਆਂ ਤੋਂ, ਉਹ ਮੈਸੇਜ ਨਹੀਂ ਜਾ ਰਿਹਾ, ਬਿਕੋਜ਼ ਅਸੀਂ ਬੜੇ ਕੰਸਰਨਡ ਹੁੰਦੇ ਜਦੋਂ ਟਾਸਕ ਫੋਰਸ ਤੋਂ ਕੁਝ ਆਂਦਾ ਬਾਹਰ, ਉਹ ਲੱਗਦਾ ਜਿਸ ਤਰ੍ਹਾਂ ਕੋਈ ਕੰਸਲਟੇਸ਼ਨ ਨਹੀਂ ਹੋਈ ਠੀਕ ਤਰ੍ਹਾਂ, ਤੇ ਸਾਨੂੰ ਬੜਾ ਦੁੱਖ ਹੋਇਆ। ਅਸੀਂ ਬੰਦੀ ਛੋੜ ਦਿਵਸ ਨਹੀਂ ਮਨਾ ਸਕੇ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵੀ ਨਹੀਂ ਮਨਾ ਸਕੇ, ਤੇ ਜ਼ਰੂਰ ਅਸੀਂ ਇਹ ਗਵਰਨਮੈਂਟ ਨੂੰ ਲਿਖਿਆ ਤੁਸੀਂ ਥੋੜਾ ਐਡਜਸਟ ਕਰੋ, ਪਰ ਗਵਰਨਮੈਂਟ ਨੇ ਇਹ ਗੱਲ ਕੰਸੀਡਰ ਨਹੀਂ ਕੀਤੀ। ਤੇ ਮੈਨੂੰ
ਥੋੜਾ ਅਜੀਬ ਲੱਗਿਆ। ਸਾਡੇ ਇੰਨੇ ਪੁਰਾਣੇ ਆਰਗੇਨਾਈਜੇਸ਼ਨਸ ਹੈਗੇ ਇਸ ਮੁਲਕ ਵਿੱਚ, ਤੇ ਇਸ ਵਾਰੀ ਜਿਹੜਾ ਟਾਸਕ ਫੋਰਸ ਤੇ ਇਹ ਸਾਰੇ ਨਵੇਂ ਨਵੇਂ ਆਏ ਹੋਏ ਆਰਗੇਨਾਈਜੇਸ਼ਨਸ, ਤੇ ਉਹ ਥੋੜਾ ਅਜੀਬ ਲੱਗ ਰਿਹਾ। ਜਿਹੜੇ ਪੁਰਾਣੇ ਆਰਗੇਨਾਈਜੇਸ਼ਨਸ ਉਹਨਾਂ ਦੇ ਨਾਲ ਗੱਲ ਕਿਉਂ ਨਹੀਂ ਹੋ ਰਿਹਾ, ਤੇ ਕਮ ਸੇ ਕਮ ਉਹ ਸਾਨੂੰ ਪਤਾ ਹੁੰਦਾ ਹੈ। ਮੈਂ ਜਿਸ ਤਰ੍ਹਾਂ ਅਸੀਂ ਗੁਰਦੁਆਰੇ ਵਿੱਚ ਵੀ ਸੇਵਾ ਕਰਦੇ ਆ, ਜਦੋਂ ਪ੍ਰੋਬਲਮਸ ਆਉਂਦੇ ਸਿੱਖ ਕਾਉਂਸਲ ਸਾਨੂੰ ਅਪਰੋਚ ਕਰਦੇ ਤੇ ਪੁੱਛਦੇ, ਸਾਡਾ ਸਲਾਹ ਪੁੱਛਦੇ ਹੈਗੇ। ਦੂਸਰੇ ਵੀ ਪੁਰਾਣੇ ਆਰਗੇਨਾਈਜੇਸ਼ਨਸ ਉਹ ਸਾਰੇ ਅਪਰੋਚ ਕਰਕੇ ਪੁੱਛਦੇ ਹੈਗੇ। ਬਟ ਨਵੇਂ ਆਰਗੇਨਾਈਜੇਸ਼ਨਸ ਦਾ ਵਨ ਵੇ ਡਾਇਲੌਗ ਚੱਲ ਰਿਹਾ। ਜੋ ਹੁਕਮ ਆਉਂਦਾ ਗਵਰਨਮੈਂਟ ਤੋਂ ਉਹ ਬਸ ਆਪਣਾ ਲੈਟਰ ਪਾ ਕੇ ਰਿਲੀਜ਼ ਕਰ ਦਿੰਦੇ, ਇਹ ਹੈਗਾ। ਤੇ ਜਿਹੜਾ ਬੈਕ ਮਤਲਬ ਕਿ ਕਾਊਂਟਰ ਕੁਐਸਚਨ ਨਹੀਂ ਕੋਈ ਕਰ ਰਿਹਾ, ਕੋਈ ਵੀ ਉਹਨਾਂ ਨੂੰ ਕਾਊਂਟਰ ਕੁਐਸਚਨ ਨਹੀਂ ਕਰ ਰਿਹਾ ਬੈਕ। ਮੈਨੂੰ ਲੱਗ ਰਿਹਾ ਨਹੀਂ, ਸ਼ਾਇਦ if it is happening it's not coming in the open। ਬਹੁਤ ਧੰਨਵਾਦ। ਭੈਣ ਜੀ, ਆਪਣੇ ਮਨਜਿੰਦਰ ਪਾਲ ਕੌਰ ਜੀ, ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਹਾਂ ਵੀ ਇੱਕ ਬਿਆਨ ਤੁਸੀਂ ਪਿਛਲੇ ਦਿਨਾਂ 'ਚ ਸੁਣਿਆ ਸੀਗਾ ਬੋਰਿਸ ਜੌਨਸਨ ਦਾ। ਚਲੋ ਆਪਾਂ ਇੱਕ ਪਾਸੇ ਤੇ ਕਹਿੰਦੇ ਕਿ ਪ੍ਰਧਾਨ ਮੰਤਰੀ ਬੀਜੇਪੀ ਮੈਜੋਰਟੀ ਹੈ, ਉਹ ਪ੍ਰੈਸ਼ਰ ਤਾਂ ਹੈ ਪਰ ਉਹ ਸਟੈਪ ਬੈਕ ਨਹੀਂ ਹੋਣਾ ਚਾਹੁੰਦੇ। ਉਹਨਾਂ ਦੇ ਮਨ ਵਿੱਚ ਇਹ ਗੱਲ ਆ ਵੀ ਸ਼ਾਇਦ ਸਾਡੀ ਬੇਇੱਜ਼ਤੀ ਆ, ਫੀਲ ਕਰ ਰਹੇ ਆ ਕਿ ਡਿਕਟੇਟਰ ਜਿਹੜੇ ਇਸ ਟਾਈਮ, ਆਪਾਂ ਡੈਮੋਕ੍ਰੇਸੀ ਦੀ ਤਾਂ ਗੱਲ ਨਹੀਂ, ਡਿਕਟੇਟਰ ਹੀ ਨੇ। ਪਰ ਇੱਕ ਬੋਰਿਸ ਜੌਨਸਨ ਨੇ ਬੜਾ ਵੱਡਾ ਬਿਆਨ ਦਿੱਤਾ ਸੀਗਾ ਕਿ ਇਹ ਜਿਹੜਾ ਮਸਲਾ ਹੈਗਾ ਬਿਟਵੀਨ ਪਾਕਿਸਤਾਨ ਤੇ ਇੰਡੀਆ ਦਾ, ਤੁਸੀਂ ਦੇਖਿਆ ਹੋਣਾ ਕੁਐਸਚਨ ਆਵਰ ਦੇ ਵਿੱਚ ਸਿੱਖ ਕੌਂਸਲ ਜਿਹੜੀ ਹੈ ਯੂਕੇ, ਇਹਨੇ ਕੋਈ ਇਹਦੇ ਵਾਸਤੇ ਕੋਈ ਆਪ ਜੀ ਨੇ ਕੋਈ ਸੀਰੀਅਸ ਜਾਂ ਕੋਈ ਉਹਨਾਂ ਨਾਲ ਇਹਦੇ ਵਾਸਤੇ ਪਾਰਲੀਮੈਂਟ ਨੂੰ ਤੁਸੀਂ ਕੋਈ ਲੈਟਰ ਲਿਖੀ ਜਾਂ ਤੇ ਤੁਸੀਂ ਕੋਈ ਪ੍ਰੈਸ ਰਿਲੀਜ਼ ਕੀਤੀ? ਹਾਂਜੀ, ਮੈਂ ਸਾਡੇ ਜਿਹੜੇ ਦੂਸਰੇ ਮੈਂਬਰ ਨੇ ਸਿੱਖ ਨੈਟਵਰਕ ਵਾਲਿਆਂ ਨੇ ਜ਼ਰੂਰ ਚਿੱਠੀਆਂ ਪਾਈਆਂ ਨੇ। ਸ਼ਾਇਦ ਮਨਮੰਗਲ ਵੀਰ ਜੀ ਵੇਰਵੇ ਨਾਲ ਦੱਸ ਦੇਣਗੇ ਕਿੱਥੇ ਕਿੱਥੇ ਪਾਈਆਂ ਸੀ ਚਿੱਠੀਆਂ, ਕਿ ਕੀ ਹੋ ਸਕਦਾ, ਕਿ ਕਿਸ ਤਰ੍ਹਾਂ ਹੋ ਸਕਦਾ ਹੈ ਇੱਕ ਪ੍ਰਾਈਮ ਮਿਨਿਸਟਰ ਦੇ ਕੁਐਸਚਨ ਟਾਈਮ ਵੇਲੇ ਉਹਨਾਂ ਦੀ ਬਰੀਫਿੰਗ ਇੰਨੀ ਮਿਕਸ ਅਪ ਹੋ ਗਈ ਹੋਵੇ ਕਿ ਜਿਹੜਾ ਸਵਾਲ ਸੀ ਉਹ ਸਵਾਲ ਨੂੰ ਉਹਨਾਂ ਨੇ ਪਾਕਿਸਤਾਨ ਦੇ ਨਾਲ ਜੋੜ ਦਿੱਤਾ, ਕਿ ਇਹਦੇ ਵਿੱਚ ਕੋਈ ਗਲਤੀ ਨਹੀਂ ਸੀ ਤੇ ਕੋਈ ਹੋਰ ਸਾਜ਼ਿਸ਼ ਹੈ ਜਾਂ ਸੱਚੀ ਮੁੱਚੀ ਇੰਨੀ ਵੱਡੀ ਗਲਤੀ ਇੱਕ ਪ੍ਰਾਈਮ ਮਿਨਿਸਟਰ ਕਰ ਸਕਦਾ ਹੈ। ਉਹਦੇ ਬਾਰੇ ਜ਼ਰੂਰ ਸਿੱਖ ਕਾਉਂਸਲ ਦੇ ਮੈਂਬਰਾਂ ਰਾਹੀਂ ਇਹ ਰਾਸ ਉਹਨਾਂ ਦੇ ਨਾਲ ਜ਼ਰੂਰ ਪਹੁੰਚੀ ਸੀ। ਤੇ ਜਿਹੜਾ ਤੁਸੀਂ ਕਹਿ ਰਹੇ ਸੀ ਵੀ ਇੰਡੀਆ ਵਿੱਚ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਆਪਣੀ ਕੀ ਕਹਿ ਸਕਦੇ, ਆਪਣੇ ਨੱਕ ਦੇ ਪਿੱਛੇ ਆਪਣੀ ਇੱਜ਼ਤ ਦੇ ਕਰਕੇ ਬੈਕ ਡਾਊਨ ਨਹੀਂ ਕਰ ਰਿਹਾ। ਪਰ ਕੱਲ ਨੂੰ 2 ਵਜੇ ਇੰਡੀਅਨ ਟਾਈਮ ਤੇ ਜਿਹੜੀ ਮੀਟਿੰਗ ਹੋਣੀ ਹੈ ਸਾਰੇ ਕਿਸਾਨ ਯੂਨੀਅਨ ਦੀ ਤੇ ਇੰਡੀਅਨ ਗਵਰਨਮੈਂਟ ਨਾਲ, ਉਹਦੇ ਤੇ ਅਜੇ ਵੀ ਜਿਹੜੇ ਸਾਡੇ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਜਾਂ ਮੋਢੀ ਨੇ, ਉਹ ਅਜੇ ਵੀ ਕਹਿ ਰਹੇ ਨੇ ਵੀ ਅਸੀਂ ਆਸ ਰੱਖਦੇ ਹਾਂ ਕਿ ਅਜੇ ਵੀ ਮੌਕਾ ਹੈ ਪ੍ਰਾਈਮ ਮਿਨਿਸਟਰ ਦਾ ਕਿ ਉਹ ਇਸ ਸਿਚੁਏਸ਼ਨ ਨੂੰ ਸਮਝ ਕੇ ਬੈਕ ਡਾਊਨ ਕਰ ਲੇਗਾ। ਤੇ ਨਿੱਜੀ ਤੌਰ ਤੇ ਆਪਾਂ ਨਿੱਜੀ ਤੌਰ ਤੇ ਵੀ ਇੱਕ ਐਨਾਲਿਸਿਸ ਹੁੰਦੀ ਹੈ, ਉਹ ਵੇਖਣ ਚਾਹੁੰਦਾ ਹੈ ਕਿ ਇਹ ਹਾਲਾਤ ਐਸੇ ਹੋ ਗਏ ਨੇ ਜਿਸ ਕੰਟਰੀ ਵਿੱਚ 60% ਤੋਂ ਜ਼ਿਆਦਾ ਲੋਕ ਫਾਰਮਿੰਗ ਨਾਲ ਜੁੜੇ ਨੇ, ਮਤਲਬ 60% ਤੋਂ ਜ਼ਿਆਦਾ ਜਿਹੜੇ ਵੋਟ ਪਾਉਣ ਵਾਲੇ ਫਾਰਮਿੰਗ ਨਾਲ ਜੁੜੇ ਨੇ। ਤੇ ਉਹਨਾਂ ਦੀ ਜੇ ਉਹਨਾਂ ਦੀ ਵੋਟ ਤੁਹਾਨੂੰ ਅਜੇ ਨਹੀਂ ਸਮਝ ਆਈ ਵੀ ਉਹਦੀ ਮਹੱਤਤਾ ਕੀ ਹੈ ਤੇ ਫਿਰ ਤੁਸੀਂ ਗਲਤੀ ਜ਼ਰੂਰ ਕਰੋਗੇ। ਪਰ ਜੇ ਉਹਨਾਂ ਨੂੰ ਸਮਝ ਆ ਗਈ ਵੀ ਪਿੱਛੇ ਨਹੀਂ ਹਟੇ, ਹੁਣ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੈ ਤੇ ਇਹਨਾਂ ਨੇ ਨਹੀਂ ਹਟਣਾ, ਤੇ ਫਿਰ ਸ਼ਾਇਦ ਉਹਨਾਂ ਨੂੰ ਉਹਦੀ ਬੁੱਧੀ ਪ੍ਰਾਈਮ ਮਿਨਿਸਟਰ ਦੀ ਬੁੱਧੀ ਅਨੁਸਾਰ ਉਹ ਪਿੱਛੇ ਬੈਕ ਡਾਊਨ ਕਰੇਗਾ, ਕਿਉਂਕਿ ਉਹਦੇ ਵਿੱਚ ਹੀ ਉਹਦੀ ਖੂਬੀ ਹੈ। ਜੇ ਆਪਣੀ ਗਲਤੀ ਕਰੇਗਾ, ਆਪਣੇ ਪੈਰ ਤੇ ਕੁਹਾੜਾ ਮਾਰੇਗਾ ਤੇ ਫਿਰ ਉਹ ਪਰਸਿਸਟ ਕਰੇਗਾ। ਜੀ ਮਨਮੋਹਨ ਸਿੰਘ ਜੀ, ਮੈਂ ਨਾਲ ਹੀ ਇਹ ਸਵਾਲ ਤੁਹਾਡੇ ਕੋਲ ਵੀ ਜਵਾਬ ਲੈਣਾ ਚਾਹੁੰਦਾ ਹੈ ਵੀ ਬੋਰਿਸ ਜੌਨਸਨ ਦਾ ਜਿਹੜਾ ਬਿਆਨ ਸੀਗਾ ਉਹ ਬੜਾ ਹਾਸੋਹੀਣਾ ਬਿਆਨ ਸੀਗਾ, ਤੇ ਸਿੱਖ ਕੌਂਸਲ ਨੂੰ ਚਾਹੀਦਾ ਸੀਗਾ ਜਾਂ ਤੁਸੀਂ ਇਹ ਤੇ ਮਤਲਬ ਕਿ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਕੰਮ ਹੋਣਾ ਚਾਹੀਦਾ ਸੀਗਾ ਪਾਰਲੀਮੈਂਟ ਦੇ ਵਿੱਚ, 2 ਆਪਣੇ MP ਵੀ ਨੇ, ਤੇ ਜਿਹੜੀ ਗੱਲ ਆ ਇਹਨੂੰ ਜ਼ਰੂਰ, ਜਾਂ ਜਿਹੜੀ ਕੱਲ ਨੂੰ 30 ਤਰੀਕ ਨੂੰ, ਹੁਣ ਤੁਹਾਡੇ ਕੋਲ ਸਮਾਂ ਹੈਗਾ, ਜਿਹੜੀ 30 ਤਰੀਕ ਨੂੰ ਕੱਲ ਨੂੰ ਜਿਹੜੀ ਉੱਥੇ ਮੀਟਿੰਗ ਹੋ ਰਹੀ ਹੈ, ਤੇ ਮੈਂ ਤੇ ਇਹ ਚਾਹੁੰਦਾ ਕਿ ਤੁਹਾਨੂੰ ਕੱਲ ਨੂੰ ਉੱਥੇ ਮਿਨਿਸਟਰੀ ਨੂੰ, ਇੰਡੀਆ ਨੂੰ ਵੀ ਜਿਹੜੀ ਲੈਟਰ ਲਿਖਣੀ ਚਾਹੀਦੀ ਆ ਵੀ ਪ੍ਰਧਾਨ ਮੰਤਰੀ ਕੱਲੇ ਕੋਆਪਰੇਟ ਘਰਾਣਿਆਂ ਦੀਆਂ ਵੋਟਾਂ ਦੇ ਨਾਲ ਨਹੀਂ ਬਣਿਆ, ਉਹ ਤਕਰੀਬਨ 60% ਜਿਹੜੇ ਲੋਕ ਅੰਨ ਪੈਦਾ ਕਰਦੇ ਨੇ ਉਹਨਾਂ ਦੀਆਂ ਵੋਟਾਂ ਦਾ ਵੀ ਲੈ ਕੇ ਬਣਿਆ। ਉਹ ਕੱਲੇ
ਦੋ ਤਿੰਨ ਵੱਡੇ ਅਮੀਰ ਘਰਾਣਿਆਂ ਦਾ ਪ੍ਰਧਾਨ ਮੰਤਰੀ ਨਹੀਂ, ਉਹ ਪੂਰੀ ਜਿਹੜੀ ਕਿ 135 ਕਰੋੜ ਲੋਕਾਂ ਦਾ ਪ੍ਰਧਾਨ ਮੰਤਰੀ ਆ। ਇਹ ਦੋਨੇ ਸਵਾਲ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਹਿਲੀ ਗੱਲ ਹੈ ਕਿ ਪੂਰੀ ਤਰ੍ਹਾਂ ਇਸ ਗੱਲ ਦੀ ਨਿੰਦਾ ਕੀਤੀ ਗਈ। ਅਸੀਂ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਤੇ ਆਪਣੇ ਐਮਪੀਜ਼ ਦੇ ਵੱਲੋਂ ਵੀ ਚਿੱਠੀ ਲਿਖੀ ਗਈ ਹੈ ਕਿ ਜਿਹੜੀ ਇਹ ਆਪਣੀ ਗੱਲ ਬੋਰਿਸ ਜੌਨਸਨ ਨੇ ਕੀਤੀ ਸੀ ਹਾਊਸ ਆਫ ਪਾਰਲੀਮੈਂਟ ਦੇ ਵਿੱਚ। ਮੈਨੂੰ ਲੱਗਦਾ ਕਿ ਇੱਕ ਪਾਸੇ ਮੈਨੂੰ ਲੱਗਦਾ ਕਿ ਚਲੋ ਇਹਨੇ ਭੁਲੇਖੇ ਨਾਲ ਗੱਲ ਕੀਤੀ, ਪਰ ਦੂਜੇ ਪਾਸੇ ਇਹ ਵੀ ਲੱਗਦਾ ਕਿ ਇਹਨੇ ਇਹ ਗੱਲ ਜਾਣ ਬੁੱਝ ਕੇ ਵੀ ਕੀਤੀ ਕਿ ਇਸ ਮੁਹਿੰਮ ਨੂੰ ਕੋਈ ਦੂਜਾ ਰੂਪ ਦਿੱਤਾ ਜਾਵੇ, ਕਿ ਇਸ ਨੂੰ ਕਿਸਾਨਾਂ ਦੇ ਵਿੱਚੋਂ ਕੱਢ ਕੇ ਇਹ ਦਿਖਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਕਿਸੇ ਹੋਰ ਦਾ ਹੱਥ ਆ। ਤੇ ਇੱਕ ਸੈਕੰਡ ਮੈਂ ਤੁਹਾਨੂੰ ਸਟਾਪ ਤੁਹਾਡੇ ਨਾਲ ਹੀ ਇੱਥੇ ਮੈਂ ਐਂਟਰ ਕਰਨਾ ਚਾਹੁੰਦਾ। ਤੁਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਹਨੂੰ ਪਤਾ ਨਹੀਂ, ਇਹਨੇ ਜਾਣ ਬੁੱਝ ਕੇ ਕੀਤੀ, ਕਿਉਂਕਿ ਭਾਰਤ ਦਾ ਜਿਹੜੀ ਬੀਜੇਪੀ ਸਰਕਾਰ ਉਹ ਵੀ ਪਾਕਿਸਤਾਨ ਦੇ ਨਾਲ ਜੋੜ ਰਹੀ ਹੈ। ਤੇ ਮੈਂ ਇਹਨੂੰ, ਮੇਰਾ ਆਪਣਾ ਮੰਨਣਾ ਕਿ ਇਹਨੇ ਡਿਲੀਵਰਲੀ ਗੱਲ ਇਹ ਜਿਹੜੀ ਆ ਬੋਰਿਸ ਜੌਨਸਨ ਨੇ ਕਹੀ ਹੈ। ਇਹ ਮੈਂ ਕਹਿਣ ਲੱਗਾ ਸੀਗਾ ਕਿ ਇਹਨੇ ਕੋਈ ਇਹ ਹਾਸੋਹੀਣੀ, ਇਹਦਾ ਇਹ ਇੱਕ ਅੰਦਾਜ਼ ਆ ਕਿ ਜਿਹੜੀ ਗੱਲ ਨੂੰ ਨਾ ਇਹਨੇ ਟਾਲਣਾ ਹੁੰਦਾ ਨਾ, ਉਹਨੂੰ ਹਾਸੋਹੀਣੀ ਦੇ ਵਿੱਚ ਮਜ਼ਾਕ ਜਿਹਾ ਬਣਾ ਕੇ ਦੱਸ ਦਿੰਦਾ, ਪਰ ਨਾਲੇ ਇਹ ਇਸ਼ਾਰਾ ਵੀ ਦੇ ਦਿੰਦਾ ਆ ਕਿ ਮੇਰਾ ਇਸ ਦੇ ਵਿੱਚ ਕੀ ਆਪਣੇ ਸਮਝਿਆ ਇਸ ਨੇ। ਹਾਂਜੀ, ਇਸ ਕਰਕੇ ਜਾਣ ਕੇ ਇਹਨੇ ਪਾਕਿਸਤਾਨ ਨੂੰ ਜੋੜਿਆ ਕਿ ਇਸ ਚੀਜ਼ ਨੂੰ ਕਮਜ਼ੋਰ ਕੀਤਾ ਜਾਵੇ, ਕਿਸਾਨਾਂ ਤੋਂ ਇਹ ਲਾ ਕੇ ਦਿਖਾਇਆ ਜਾਵੇ ਕਿ ਬਾਹਰਲੀਆਂ ਸ਼ਕਤੀਆਂ ਇੰਡੀਆ ਨੂੰ ਤੋੜਨ ਵਾਸਤੇ ਇਹ ਕੰਮ ਕਰ ਰਹੀਆਂ। ਸੋ ਮੇਰਾ ਇਹ ਨਿੱਜੀ ਖਿਆਲ ਆ ਕਿ ਇਸਨੇ ਜਾਣ ਕੇ ਇਹ ਗੱਲ ਕੀਤੀ। ਪਰ ਨਾਲ ਇਹ ਵੀ ਗੱਲ ਹੈਗੀ ਆ ਕਿ ਇਹਦੇ ਆਲੇ ਦੁਆਲੇ ਇੰਨੇ ਐਡਵਾਈਜ਼ਰਸ ਆ, ਫੋਰਨ ਮਿਨਿਸਟਰੀ ਆ, ਹੋਮ ਮਿਨਿਸਟਰੀ ਆ, ਤੇ ਕਿੰਨੇ ਆਪਣੇ ਵੀ ਕਹਿ ਲਈ ਇੰਡੀਅਨ ਆਪਣੇ ਹੈਗੇ ਐਮਪੀਜ਼ ਹੈਗੇ ਆ, ਉਹਨੂੰ ਸਾਰਿਆਂ ਨੂੰ ਪਤਾ ਇੰਡੀਆ 'ਚ ਕੀ ਹੋ ਰਿਹਾ। ਜ਼ਿਆਦਾ ਐਮਪੀਜ਼ ਤਾਂ ਰੱਖੀ ਵੀ, ਮੈਂ ਇਹ ਵੀ ਕਹਿ ਸਕਦਾ ਨਿੱਜੀ ਤੌਰ ਤੇ ਕਿ ਬੀਜੇਪੀ ਦੇ ਕਹਿਣ ਤੇ ਰੱਖੇ ਗਏ ਆ, ਜਿਹੜੇ ਇਹਦੇ ਖਾਸ ਇਸ ਵੇਲੇ ਹੋਮ ਮਿਨਿਸਟਰ ਆ ਜਾਂ ਕਹਿ ਲਈਏ ਆਪਣੇ ਦੂਜਾ ਹੋਮ ਮਿਨਿਸਟਰ ਜੀ, ਤੇ ਜਿਹੜੇ ਆਪਣੇ ਫਾਈਨੈਂਸ ਜਿਹੜਾ ਚਾਂਸਲਰ ਆ, ਉਹ ਐਵੇਂ ਨਹੀਂ ਬਣੇ ਜਿੱਦ ਤੱਕ ਆਪਣਾ ਸੋਚਿਆ, ਉਹ ਵੀ ਕਿਸੇ ਦੇ ਕਈ ਕਹਾਏ ਤੇ ਖੜੇ ਕੀਤੇ ਗਏ ਨੇ। ਸੋ ਇਸ ਕਰਕੇ ਇਹਨਾਂ ਨੂੰ ਸਾਰੀ ਨੌਲੇਜ ਆ, ਪਰ ਇਹਨਾਂ ਨੇ ਇਸ ਗੱਲ ਨੂੰ ਜਾਣ ਕੇ ਇਹ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਸਾਡਾ ਇਹ ਫਰਜ਼ ਬਣਦਾ, ਜਦੋਂ ਤੁਸੀਂ ਕਿਹਾ ਵੀ ਆ ਕੌਂਸਲ ਵੱਲੋਂ ਅਸੀਂ ਆਪਣੇ ਇਸ ਚੀਜ਼ ਦੀ ਪੂਰੀ ਤਰ੍ਹਾਂ ਨਿੰਦਾ ਕੀਤੀ ਗਈ, ਚਿੱਠੀਆਂ ਵੀ ਲਿਖੀ ਗਈਆਂ ਕਿ ਇੰਨੇ ਵੱਡੇ ਮਸਲੇ ਉੱਤੇ ਜਿੱਥੇ ਲਗਭਗ 250 ਮਿਲੀਅਨ ਲੋਕ ਪ੍ਰੋਟੈਸਟ ਕਰ ਰਹੇ ਨੇ, ਪਹਿਲੀ ਵਾਰ ਇਤਿਹਾਸ ਦੇ ਵਿੱਚ ਇੰਨੇ ਲੋਕ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਨੇ ਕਿ ਉਸ ਚੀਜ਼ ਦਾ ਇਹਨੂੰ ਪਤਾ ਨਾ ਹੋਵੇ, ਇਹ ਗੱਲ ਹੋ ਨਹੀਂ ਸਕਦੀ। ਪਰ ਅਸੀਂ ਆਪਣੇ ਵੱਲੋਂ ਇਹੋ ਜਿਹੀ ਗੱਲਾਂ ਦਾ ਆਪਣੇ ਪੂਰੀ ਤਰ੍ਹਾਂ ਨਿਖੇਧੀ ਕਰਦੇ ਹਾਂ ਤੇ ਕਰਦੇ ਰਵਾਂਗੇ। ਤੇ ਜੋ ਤੁਸੀਂ ਕਿਹਾ ਆ ਕੱਲ ਦੀ ਜਿਹੜੀ ਮੀਟਿੰਗ ਨੂੰ ਸਨਮੁਖ ਰੱਖਦੇ ਹੋਏ ਆ, ਉਹਦੇ ਉੱਤੇ ਵੀ ਅਸੀਂ ਆਪਣੀ ਚਿੱਠੀ ਲਿਖਾਂਗੇ। ਬਹੁਤ ਬਹੁਤ ਧੰਨਵਾਦ ਰਵਿੰਦਰ ਸਿੰਘ ਜੀ। ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਜਿਹੜਾ ਇੱਕ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਪੰਜਾਬ ਦੇ ਭਾਰਤ ਦੇ ਵਿੱਚ ਬਈ ਇਹ ਖਾਲਿਸਤਾਨੀ ਨੇ, ਇਹਨਾਂ ਦੇ ਮਗਰ ਪਾਕਿਸਤਾਨ ਹੈ। ਪਹਿਲਾਂ ਸੰਤ ਜਰਨੈਲ ਸਿੰਘ ਹੁਣਾਂ ਦੇ ਤਸਵੀਰ ਦਾ ਵੀ ਜਿਹੜਾ ਇਹਨਾਂ ਨੇ ਵਿਵਾਦ ਖੜਾ ਕੀਤਾ, ਤੇ ਨਾਲ ਉੱਥੇ ਦਾ ਇੱਕ ਬੜਾ ਵੱਡਾ ਮੀਡੀਆ ਹੈ, ਮੈਂ ਉਹਦਾ ਨਾਂ ਲੈ ਸਕਦਾ ਜੀ ਟੀਵੀ ਤੇ, ਉਹਨਾਂ ਨੇ ਸੰਤ ਜਰਨੈਲ ਸਿੰਘ ਉਹਨਾਂ ਨੂੰ ਟੈਰਰਿਸਟ ਕਿਹਾ, ਖਾਲਸਾ ਏਡ ਦੇ ਨਾਲ ਜੋੜ ਕੇ, ਬਈ ਉਹ ਟੈਰਰਿਸਟ ਹੈ ਜਿਹੜੇ ਸੰਤ ਜਰਨੈਲ ਸਿੰਘ ਜੀ। ਤੇ ਤੁਸੀਂ ਇਹ ਸਾਮ ਲਾਓ ਬਈ ਜੇ ਤੁਹਾਡੇ ਕੋਲ ਮੈਂ ਪੁੱਛਾਂ, ਤੁਸੀਂ ਨੌਜਵਾਨ ਹੋ, ਜਿੰਨੀ ਕੁ ਉਮਰ ਤੁਹਾਡੀ ਵੀ ਲੰਘੀ ਆ, ਜਿੱਦਾਂ ਦਾ ਇਹ ਵੱਡਾ ਪ੍ਰੋਟੈਸਟ ਹੈ, ਪੂਰਾ ਪੰਜਾਬ ਜਿਹੜੀ ਗੱਲ ਸਿੱਖ ਜਥੇਬੰਦੀਆਂ ਜਾਂ ਸੰਤ ਬਾਬਾ ਜਰਨੈਲ ਸਿੰਘ ਹੁਣਾਂ ਨੇ ਉਸ ਵੇਲੇ ਧਰਮ ਯੁੱਧ ਮੋਰਚੇ ਤੋਂ ਬਾਅਦ ਜਦੋਂ ਸ਼ੁਰੂਆਤ ਹੋਈ ਵੀ ਜਿਵੇਂ ਉਵੇਂ ਪੰਜਾਬ ਸਾਰਾ ਉੱਠਿਆ ਸੀ, ਤੁਹਾਨੂੰ ਦਿਸਦਾ ਨਹੀਂ ਕਿ ਅੱਜ ਸਾਰਾ ਪੰਜਾਬ ਜਿਹਨੂੰ ਇਹ ਨਸ਼ੇੜੀ ਉੜਤੇ ਪੰਜਾਬ ਵਰਗੀ ਫਿਲਮ ਬਣਾਤੀ, ਹਮੇਸ਼ਾ ਸਾਨੂੰ ਬਦਨਾਮ ਕਰਦੇ ਸਨ, ਅੱਜ ਪੰਜਾਬ ਦੇ ਲੀਡਰਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਇਹ ਪੰਜਾਬ ਦਾ ਜੂਤ ਆਪ ਮਹਾਰੇ ਹੀ ਆ ਗਿਆ, ਆਪ ਹੀ ਸੇਵਾ ਕਰਦੇ ਨੇ, ਐਂਡ ਮੋਰਚਾ ਦਿਨ ਪਰ ਦਿਨ ਸਕਸੈਸ ਹੋ ਰਿਹਾ। ਉੱਥੇ ਨਾਰੇ ਵੀ ਲੱਗਦੇ ਨੇ, ਸੰਤਾਂ ਦੀਆਂ ਤਸਵੀਰਾਂ ਵੀ ਆ, ਨਿਸ਼ਾਨ ਸਾਹਿਬ ਵੀ ਆ। ਤੁਸੀਂ ਇਹਦੇ ਬਾਰੇ ਕੀ ਕਹੋਗੇ? ਇੱਕ ਗੱਲ, ਇੱਕ ਵੱਡੀ ਖੇਲ ਦੁਨੀਆ ਦੇ ਵਿੱਚ ਜੋ ਅਸੀਂ ਦੇਖੀ ਆ ਨਾ, ਤਾਂ ਮੋਮੈਂਟ ਖੇਲ ਹੋ ਰਹੀ ਆ ਕਿ ਸਿੱਖਾਂ ਦੀ ਸੈਂਸਰਸ਼ਿਪ, ਕਿ ਉਹਨਾਂ ਨੂੰ ਜਿਹੜੀ ਗਵਰਨਮੈਂਟ ਆ, ਜਾਂ ਅਸੀਂ ਕਹਿ ਸਕਦੇ ਆ ਜਿਹੜੇ ਵਿਰੋਧੀ ਆ, ਕਹਿ ਸਕਦੇ ਪੰਥ ਦੇ ਵੀ ਵਿਰੋਧੀ ਕਹਿ ਸਕਦੇ, ਜਾਂ ਕਿਸਾਨਾਂ ਦੇ ਜਿਹੜੇ ਮੋਰਚੇ ਚੱਲਦੇ ਉਹਨਾਂ ਦੇ ਵਿਰੋਧੀ ਆ। ਦੁਨੀਆ ਤੇ ਅਸੀਂ ਦੇਖਿਆ ਪਿਛਲੇ, ਕਹਿ ਸਕਦੇ ਆ ਸਾਡੀ ਆਪਣੀ ਆਰਗੇਨਾਈਜੇਸ਼ਨ ਸੀਕ ਟੂ ਇੰਸਪਾਇਰ, ਤੇ ਉਹਦੇ ਉੱਤੇ ਸਾਡੇ ਬੜੇ ਵੀਡੀਓ ਜਿਹੜੇ ਧਰਮ ਦੇ ਹੁੰਦੇ, ਪ੍ਰਚਾਰ ਦੇ ਹੁੰਦੇ, ਬੜੀ ਸੈਂਸਰਸ਼ਿਪ ਲੱਗਦੀ ਆ। ਇੱਕ ਵੀਡੀਓ ਅਸੀਂ ਬਣਾਉਂਦੇ ਆ ਗੁਰਪੁਰਬ ਦਾ, ਤੇ ਜਿਸ ਦਿਨ ਅਸੀਂ ਰਿਲੀਜ਼ ਕਰ ਉਸ ਦਿਨ ਹੀ ਬਲੌਕ ਹੋ ਜਾਂਦਾ ਆ। ਇਹ ਸਾਡੇ ਨਾਲ 6 ਮਹੀਨੇ ਹੋ ਗਏ ਏਦਾਂ ਹੋ ਰਿਹਾ। ਤੇ ਹੁਣ ਅਸੀਂ ਦੇਖਦੇ ਆ ਕਿ ਦੁਨੀਆ ਦੇ ਵਿੱਚ ਸਿੱਖ ਹੈਸ਼ਟੈਗ ਵੀ ਇੱਕ ਧਰਮ ਦਾ ਹੈਸ਼ਟੈਗ ਦੁਨੀਆ ਤੇ ਬੈਨ ਹੁੰਦਾ ਆ। ਤੇ ਕੱਲ ਸਾਨੂੰ ਖਬਰ ਆਈ ਆ ਕਿ ਜਿਹੜਾ ਚਮਕੌਰ ਸਾਹਿਬ ਦਾ ਸਾਖਾ ਆ,
ਉਹ ਵਿਕੀਪੀਡੀਆ ਤੋਂ ਹੂੰ ਰਿਮੂਵ ਕੀਤਾ ਗਿਆ। ਹੁਣ ਅਸੀਂ ਜੇ ਦੇਖਦੇ ਹਾਂ ਸਾਡਾ ਇਤਿਹਾਸ, ਸਾਡੀ ਜਿਹੜਾ ਕਹਿ ਸਕਦੇ ਅਸੀਂ ਤਾਂ ਇਤਿਹਾਸ ਪੜ੍ਹ ਕੇ ਸਾਡੇ ਨੌਜਵਾਨ ਹੋਰ ਇੱਧਰ ਵੱਲ ਵਧੂਗੇ, ਇਹ ਡਿਲੀਟ ਹੋਣ ਲੱਗਿਆ ਇੰਟਰਨੈਟ ਤੋਂ। ਜਿਹੜਾ ਸਾਡਾ ਕਹਿ ਸਕਦੇ ਆ ਨੌਜਵਾਨਾਂ ਦਾ ਜਿੱਥੋਂ ਅਸੀਂ ਸਾਰਾ ਕੁਝ ਪੜ੍ਹਦੇ ਨੌਲੇਜ ਲੈਂਦੇ ਅੱਜ ਕੱਲ੍ਹ ਇੰਟਰਨੈਟ ਤੋਂ, ਗੂਗਲ ਤੋਂ ਹੁੰਦੇ, ਉੱਥੋਂ ਡਿਲੀਟ ਹੋ ਜਾਂਦਾ। ਤੇ ਕਿਉਂਕਿ ਇੱਕ ਮੈਂ ਕਹਿ ਸਕਦਾ ਜੋ ਸਾਡੇ ਨੌਜਵਾਨ ਇੱਥੇ ਵੀ ਇੰਗਲੈਂਡ ਦੇ ਵਿੱਚ ਜੋਸ਼ ਭਰ ਹੋਇਆ ਆ ਇੰਡੀਆ ਦੇ ਜਿਹੜੇ ਨੌਜਵਾਨ ਆ, ਸਿਆਣੇ ਵੀ, ਬਜ਼ੁਰਗ ਵੀ ਆ, ਕਿਉਂਕਿ ਜਿਹੜੀ ਬੀਜ ਆ ਸਾਰੇ ਬਜ਼ੁਰਗਾਂ ਨੇ ਲਾਈ ਆ। ਤੇ ਹੁਣ ਜਿਹੜੀ ਕਹਿ ਸਕਦੇ ਆ ਹੁਣ ਜਿਹੜੇ ਕਹਿ ਸਕਦੇ ਬੂਟੇ ਸਾਨੂੰ ਆਪ ਦੱਸਦੇ ਆ ਕਿ ਕਿੰਨੇ ਵਧੀਆ, ਕਿੰਨੇ ਸੂਝਵਾਨ ਨੌਜਵਾਨ ਹਨਾ ਮੋੜੇ ਹੋ ਕੇ ਪ੍ਰਚਾਰ ਕਰਦੇ ਆ ਇਹ ਗੱਲਾਂ, ਇੱਕ ਸਟੈਂਸ ਲਿਆ। ਜਿਹੜੇ ਅਸੀਂ ਕਈ ਸਾਲਾਂ ਤੋਂ ਅਸੀਂ ਦੇਖਿਆ ਸੀ ਕਿ ਸ਼ਾਇਦ ਉਹ ਜਿਹੜੇ ਸਮੇਂ ਅਸੀਂ ਸੁਣਦੇ ਸੀਗੇ, ਵੀਡੀਓ ਦੇ ਵਿੱਚ ਪੜ੍ਹਦੇ ਸੀਗੇ, ਸੰਤਾਂ ਦੇ ਸਮੇਂ ਦੇ 84 ਦੇ ਸਮੇਂ ਦੇ ਕਿ ਨੌਜਵਾਨ ਇਕੱਠੇ ਹੋਏ ਸੀਗੇ ਇੱਕ ਪਲੇਟਫਾਰਮ ਤੇ ਸਾਰੇ ਖੜੇ ਸੀਗੇ, ਅਸੀਂ ਸੋਚਦੇ ਸੀ ਕਿ ਏਦਾਂ ਦਾ ਸਮਾਂ ਨਾ ਮੁੜ ਕੇ ਆਊਗਾ। ਪਰ ਅੱਜ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਪੰਜਾਬ ਸਿੱਖ ਪੰਥ, ਅਸੀਂ ਕਹਿੰਦੇ ਖਾਲਸਾ ਕਹਿ ਸਕਦੇ ਕਿਉਂਕਿ ਖਾਲਸਾ ਨੇ ਸਟੈਂਡ ਲਿਆ, ਉਹਦੇ ਅੱਗੇ ਉਹਦੇ ਜਿਹੜਾ ਸਟੈਂਡ ਖਾਲਸਾ ਨੇ ਉਹਦੇ ਕਰਕੇ ਸਾਰਾ ਇੰਡੀਆ ਹਨਾ, ਸਾਰੇ ਇੰਡੀਆ ਨੂੰ ਹੌਸਲਾ ਹੋਇਆ ਕਿ ਹਾਂ ਸਾਡੇ ਲਈ ਕੋਈ ਖੜਾ ਆ ਤੇ ਇਹਨਾਂ ਦੇ ਨਾਲ ਅਸੀਂ ਖੜ ਕੇ ਸਾਡੀ ਵੀ ਜਿੱਤ ਹੋ ਸਕਦੀ ਆ। ਕਿਉਂਕਿ ਜਿਹੜੇ ਪੰਜਾਬੀ ਆ, ਜੇ ਅਸੀਂ ਕਹਿੰਦੇ ਖਾਲਸਾ ਆ, ਸਾਡੇ ਵਿੱਚ ਕਦੇ ਜ਼ੁਲਮ ਸਹਿਣ ਦਾ ਹਨਾ, ਕਦੇ ਜ਼ੁਲਮ ਨਹੀਂ ਸਹਿਣਦੇ। ਜਿਹੜਾ ਵੀ ਸਾਡੇ ਨਾਲ ਜ਼ੁਲਮ ਕੀਤਾ ਆ ਜਾਂ ਸਾਡੇ ਹੱਕ ਸਾਡੇ ਖੋਹਣ ਦੀ ਕੋਸ਼ਿਸ਼ ਕੀਤੀ ਆ, ਅਸੀਂ ਹਮੇਸ਼ਾ ਜਵਾਬ ਦਿੱਤਾ ਆ ਤੇ ਸਾਰੇ ਇੰਡੀਆ ਨੂੰ ਵੀ ਪਤਾ ਆ। ਤੇ ਨਾਲ ਹੀ ਛੋਟਾ ਜਿਹਾ ਕੁਇਕ ਸਵਾਲ ਮੈਨੂੰ, ਹਾਂਜੀ ਕੁਇਕ ਸਵਾਲ ਦੇ ਦਿਓ। ਜਿੱਥੇ ਆਪਾਂ ਨੂੰ ਗੱਲ ਕਰਦੇ ਕਿ ਸਾਨੂੰ ਖਾਲਿਸਤਾਨੀ ਕੋਈ ਟੈਰਰਿਸਟ ਕਹਿ ਰਹੇ ਨੇ, ਉੱਥੇ ਹੁਣ ਬਿਹਾਰ ਦੇ ਲੋਕ, ਹਰਿਆਣੇ ਦੇ ਲੋਕ, ਸਾਰੇ ਲੋਕ ਕਹਿ ਰਹੇ ਨੇ ਐਂਡ ਪੂਰਾ ਮਤਲਬ ਕਿ ਪੂਰੀ ਦੁਨੀਆ ਸ਼ੌਕ ਹੈ ਵੀ ਪਹਿਲਾ ਵੱਡਾ ਪ੍ਰੋਟੈਸਟ ਸਿੱਖਾਂ ਦਾ, ਮੈਨੂੰ ਇਹ ਆਪਣਾ ਮੰਨਣਾ ਵੀ ਸਿੱਖੀ ਦਾ ਪ੍ਰਚਾਰ ਸਭ ਤੋਂ ਵੱਧ ਜੇ ਹੋਇਆ ਇਸ ਮੋਰਚੇ 'ਚ ਹੋਇਆ ਜਿੱਥੇ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਦਾ ਲੰਗਰ, ਗੁਰਬਾਣੀ ਦੀ ਗੱਲ, ਉਧਰ ਸਾਰੇ ਇੱਕ ਜੋ ਕਿ ਸਾਂਝੀ ਬਾਲਤਾ ਦਾ ਮੈਸੇਜ ਜਾ ਰਿਹਾ, ਹਿੰਦੂ ਵੀ ਛਕ ਰਿਹਾ, ਮੁਸਲਮਾਨ ਵੀ ਛਕ ਰਿਹਾ, ਕਿਸੇ ਨੂੰ ਜਾਤ ਨਹੀਂ ਪੁੱਛੀ ਜਾ ਰਹੀ। ਬਹੁਤ ਜਲਦੀ ਕੁਇਕ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਬਲਵਿੰਦਰ ਸਿੰਘ ਜੀ? ਵੀਰ ਜੀ ਗੱਲ ਇਹ ਆ ਜਿਹੜੀ ਇਹ ਟੈਰਰਿਸਟ ਵਰਤਦੇ ਆ ਜਾਂ ਇੰਡੀਆ ਦੇ ਵਿਰੋਧੀ ਜਾਂ ਏਦਾਂ ਕੋਈ ਵੀ ਯੂਜ਼ ਕਰਦੇ, ਇਹ ਇੱਕ ਡੇਂਜਰਸ ਵਰਡ ਆ। ਕਿਉਂਕਿ ਦੁਨੀਆ ਜਦੋਂ ਸੁਣਦੀ ਹੈ ਕਿ ਬੰਦੇ ਟੈਰਰਿਸਟ ਹੈ, ਉਹ ਪਿੱਛੇ ਹਟ ਜਾਂਦੇ ਕਿ ਅਸਲ ਦੇ ਵਿੱਚ ਜੇ ਕੋਈ ਕਿਸੇ ਨੂੰ ਟੈਰਰਿਸਟ ਸਾਦਾ ਕੋਈ ਗੱਲ ਹੋਣੀ ਵਿੱਚ, ਇਹ ਕੋਸ਼ਿਸ਼ ਕਰਦੇ ਆ ਕਿ ਦੁਨੀਆ ਦੇ ਵਿੱਚ ਨੈਗੇਟਿਵ ਪੁਆਇੰਟ ਬਣੇ ਇਹ ਜਿਹੜਾ ਮੋਰਚਾ ਚੱਲਦਾ ਆ। ਪਰ ਜਦੋਂ ਔਨ ਦ ਗਰਾਊਂਡ ਲੈਵਲ ਦੇਖਦੇ ਆ ਕੀ ਹੋ ਰਿਹਾ ਆ, ਆਮ ਲੋਕਾਂ ਨਾਲ ਗੱਲ ਹੁੰਦੀ ਆ, ਉਹਨਾਂ ਹੈਰਾਨ ਹੁੰਦੇ ਆ ਕਿ ਇੱਥੇ ਇੰਨੀ ਸੰਗਤ ਇੱਥੇ ਜੁੜੀ ਆ, ਸਾਰੀ ਕਮਿਊਨਿਟੀ ਆ ਤੋਂ ਹਿੰਦੂ ਵੀ, ਮੁਸਲਮਾਨ ਵੀ ਉੱਥੇ ਸੇਵਾ ਕਰਦੇ ਆ, ਸਾਰੇ ਐਵਰੀ ਸਿੰਗਲ ਕੋਰਨਰ ਆਫ ਇੰਡੀਆ ਤੋਂ ਕੋਈ ਨਾ ਕੋਈ ਆਇਆ ਉੱਥੇ। ਤੇ ਹੈਰਾਨ ਹੁੰਦੇ ਆ ਲੋਕੀ ਕਿ ਇਹਨਾਂ ਨੂੰ ਆਪਣੀ ਜਿਹੜੀ ਕਮਿਊਨਿਟੀ ਇੰਨੀ ਸੇਵਾ ਕਰਦੀ ਆ, ਇਹ ਆਪਣੇ ਹੱਕਾਂ ਲਈ ਲੜਦੇ ਆ, ਉਹਨਾਂ ਦੀ ਗਵਰਨਮੈਂਟ ਇਹਨਾਂ ਨੂੰ ਟੈਰਰਿਸਟ ਕਹਿੰਦੇ ਕਿ ਯਕੀਨ ਨਹੀਂ ਹੁੰਦਾ ਆ। ਤੇ ਦੁਨੀਆ ਦੇ ਵਿੱਚ ਜਦੋਂ ਇਹ ਪ੍ਰਚਾਰ ਹੋ ਰਿਹਾ ਆ, ਲੋਕੀ ਵੀ ਉਹ ਦੇਖਣ ਲੱਗ ਪਏ ਕਿ ਇੰਡੀਆ ਦੇ ਵਿੱਚ ਕੋਈ ਨਾ ਕੋਈ ਬਿਗ ਪ੍ਰੋਬਲਮ ਜੇ ਆਪਣੀ ਸੰਗਤ ਨੂੰ, ਆਪਣੀ ਰਹਿਣ ਵਾਲੇ ਕਮਿਊਨਿਟੀ ਨੂੰ ਇਹ ਟੈਰਰਿਸਟ ਕਹਿਣ ਲੱਗ ਪਏ ਆ। ਬਹੁਤ ਵੱਡੀ ਗੱਲ ਹੈ ਕਿ ਵਰਲਡ ਲੈਵਲ ਤੇ ਇੰਡੀਆ ਦਾ ਮੇਰੇ ਹਿਸਾਬ ਨਾਲ ਆਪਾਂ ਕਹਿ ਸਕਦੇ ਖਿੱਲੀ ਉੱਡ ਰਹੀ ਹੈ, ਉਹਨਾਂ ਦਾ ਬੈਡ ਜਿਹੜਾ ਇੰਪ੍ਰੈਸ਼ਨ ਜਾ ਰਿਹਾ। ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਸਵਾਲ ਪੁੱਛਦਾ ਵੀ ਜਿਵੇਂ ਕਿ ਆਪਾਂ ਤੁਸੀਂ ਦੱਸਿਆ ਵੀ ਕਰੋਨਾ ਵਾਇਰਸ ਜਿਹੜਾ ਅੱਗੇ ਨਾਲੋਂ ਡੇਂਜਰਸ ਜਿਹੜਾ ਤੀਜੀ ਸਟੇਜ ਜਿਹੜੀ ਹੈਗੀ ਹੈ ਕਿ ਥਰਡ ਤੁਸੀਂ ਕਹਿੰਦੇ ਕਿ ਇਹ ਜਿਹੜਾ ਇਹਨੇ ਸਟੇਜ ਲਈ ਆ। ਪਰ ਜਿਹੜੀ ਮੈਂ ਖਾਸ ਕਰਕੇ ਸਵਾਲ ਤੁਹਾਨੂੰ ਮੈਂ ਪਹਿਲਾਂ ਪੁੱਛਿਆ ਸੀ ਉਹ ਫਿਰ ਲੰਬਾ ਬਣਦਾ ਸੀ ਜ਼ਿਆਦਾ, ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਕਿ 500,000 ਦੇ ਲਾਗੇ ਛਾਗੇ ਜਾਂ ਆਪਾਂ 4 ਲੱਖ ਕਹਿ ਲਈਏ, 3 ਲੱਖ ਕਹਿ ਲਈਏ, ਇਹ ਅਣਗਿਣਤ ਬੈਠੇ ਕਿਉਂਕਿ ਆਪਾਂ ਨੂੰ ਇਹ ਪਤਾ ਵੀ ਸਾਰੇ ਪਾਸਿਆਂ ਤੋਂ ਦਿੱਲੀ ਤੇ ਪ੍ਰੈਸ਼ਰ ਆ, ਦਿੱਲੀ ਨੂੰ ਘੇਰਿਆ ਹੋਇਆ ਬਈ ਤੁਸੀਂ ਗਿਣਤੀ ਨਹੀਂ ਕਰ ਸਕਦੇ, ਤੁਸੀਂ 92 ਦੀ ਤਾਂ ਜਿੰਨੇ ਮਰਜ਼ੀ ਤੁਸੀਂ ਉਹਨਾਂ ਨੂੰ ਨੰਬਰ ਦੇ ਸਕਦੇ ਹੋ। ਉੱਥੇ ਕੋਈ ਜਦੋਂ ਆਪਾਂ ਸਕਰੀਨ ਤੇ ਦੇਖਦੇ ਆ ਨਾ, ਉੱਥੇ ਕੋਈ ਵੀ ਮਤਲਬ ਸਾਵਧਾਨੀ ਨਹੀਂ ਵਰਤੀ ਜਾ ਰਹੀ, ਨਾ ਫੇਸ ਮਾਸਕ ਹੈ, ਨਾ ਡਿਸਟੈਂਸ ਹੈ, ਮੌਤਾਂ ਵੀ ਬਹੁਤ ਹੋ ਰਹੀਆਂ ਨੇ। ਪਰ ਜੇ ਕਿਤੇ ਇਹ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਨਾ ਟੈਸਟਿੰਗ ਹੋ ਰਹੀ, ਸਭ ਤੋਂ ਵੱਡੀ ਗੱਲ ਉੱਥੇ ਟੈਸਟਿੰਗ ਵੀ ਨਹੀਂ ਹੋ ਰਹੀ, ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਸੋ ਪਹਿਲੀ ਗੱਲ ਇਹ ਜਿਹੜਾ ਹੱਕ 3 ਕਾਨੂੰਨਾਂ ਦਾ ਇੰਟਰੋਡਕਸ਼ਨ ਕੀਤਾ ਇਹ ਗਵਰਨਮੈਂਟ ਨੇ ਜਾਣ ਕੇ ਮਹਾਮਾਰੀ ਦੇ ਸਮੇਂ ਵਿੱਚ ਇਹ ਸੈਪਟੈਂਬਰ ਵਿੱਚ ਕੱਢਿਆ
ਕਿ ਇਹਨੂੰ ਪਤਾ ਸੀਗਾ ਭਈ ਰਿਸਟ੍ਰਿਕਟਡ ਰਿਸਪਾਂਸ ਹੋਣਾ, ਕਿਉਂਕਿ ਪੈਂਡੇਮਿਕ ਦੇ ਵਿੱਚ ਤੁਸੀਂ ਖੁੱਲੀ ਪ੍ਰੋਟੈਸਟ ਨਹੀਂ ਕਰ ਸਕਦੇ। ਪਰ ਜਿਹੜੇ ਕਿਸਾਨ ਆ ਇਹਨਾਂ ਨੇ ਉਹ ਵੀ ਪਾਸੇ ਕਰਕੇ ਜਾ ਕੇ ਦਿੱਲੀ ਮੋਰਚਾ ਇਹਨਾਂ ਨੇ ਕੀਤਾ ਹੈ। ਹੁਣ ਪ੍ਰੋਬਲਮ ਆ ਕੋਵਿਡ ਜਿੰਨੀ ਇਸ ਮੁਲਕ ਵਿੱਚ ਆ, ਬਾਕੀ ਸਾਰੇ ਮੁਲਕ ਵਿੱਚ ਆ, ਜਿਹੜੀ ਨਵੀਂ ਮਿਊਟੇਸ਼ਨ ਹੈ ਤੀਸਰੀ, ਹੁਣ ਇਹ ਹਰੇਕ ਮੁਲਕ ਦੇ ਵਿੱਚ ਬਣ ਰਹੀ ਆ। ਸੋ ਕਿਸਾਨਾਂ ਨੂੰ ਸਾਡੀ ਐਡਵਾਈਸ ਆ ਹੈ ਕਿ ਜਿੰਨਾ ਤੁਸੀਂ ਇੱਕ ਦੂਜੇ ਤੋਂ 2-2 ਮੀਟਰ ਤੇ ਬੈਠ ਸਕਦੇ ਆ ਬੈਠੋ। ਜਿਹੜੇ ਇਕੱਠੇ ਰਹਿੰਦੇ ਆ ਇੱਕ ਬਬਲ ਵਿੱਚ ਉਹ ਠੀਕ ਇਕੱਠੇ ਰਹਿ ਸਕਦੇ ਆ, ਪਰ ਜਿਹੜੇ ਹੋਰ ਜਿੱਦਾਂ ਘਰੋਂ ਆ ਜਾਂ ਹੋਰ ਪਾਸਿਓਂ ਤੁਸੀਂ 2-2 ਮੀਟਰ ਦਾ ਡਿਸਟੈਂਸ ਰੱਖੋ, ਮਾਸਕ ਪਾਵੋ, ਕਿਉਂਕਿ ਦਿੱਲੀ ਵਿੱਚ ਤੁਹਾਨੂੰ ਪਤਾ ਉੱਥੇ ਪੋਲੂਸ਼ਨ ਕਿੰਨੀ ਆ। ਜੇ ਵੀ ਮਹਾਮਾਰੀ ਨਾ ਹੋਵੇ ਪੋਲੂਸ਼ਨ ਤੁਸੀਂ ਮਾਸਕ ਪਾ ਕੇ ਉਹ ਕਾਫੀ ਘਟਾ ਸਕਦੇ ਆ। ਜਿਹੜੀਆਂ ਮੌਤਾਂ ਤੁਸੀਂ ਕਹਿੰਦੇ ਬਹੁਤ ਜ਼ਿਆਦਾ ਵੱਧ ਰਹੀਆਂ, ਪਹਿਲਾ ਦੁੱਖ ਆਇਆ 3-4 ਮੌਤਾਂ ਨੂੰ ਉਹਨਾਂ ਨੇ ਸੁਇਸਾਈਡ ਲਿਖ ਦਿੱਤਾ, ਤਾਂ ਮੈਂ ਉਹ ਮੰਨ ਨਹੀਂ ਸਕਦਾ ਕਿ ਉਹ ਸੁਇਸਾਈਡ ਕੀਤਾ ਆ। ਨਹੀਂ ਸੁਸਾਈਡ ਨਹੀਂ ਜੀ, ਇਹ ਮੈਨੂੰ ਲੱਗਦਾ ਨਹੀਂ ਹੋ ਸਕਦੀ। ਨਹੀਂ ਸਿਰਫ ਇੱਕ ਜਿਹੜਾ ਕਿ ਜਿਹੜੇ ਭਾਈ ਰਾਮ ਸਿੰਘ, ਬਾਬਾ ਰਾਮ ਸਿੰਘ ਜੀ ਉਹਨਾਂ ਨੇ ਆਪਣੇ ਆਪ ਨੂੰ ਸੁਸਾਈਡ ਕੀਤਾ, ਬਾਕੀ ਮੌਤਾਂ ਜਿਹੜੀਆਂ ਉਹ ਇਸ ਮੋਰਚੇ ਦੇ ਦੌਰਾਨ ਹੀ ਹੋਈਆਂ ਨੇ। ਇਹ ਮੈਨੂੰ ਲੱਗਦਾ ਬੈਡ ਨਿਊਜ਼ ਜਾਣ ਕੇ। ਹੁਣ ਤੁਹਾਨੂੰ ਪਤਾ ਜਰਨਲਿਜ਼ਮ ਵਿੱਚ ਸਟੈਂਡਰਡ ਹੁੰਦੇ ਆ, ਜਰਨਲਿਜ਼ਮ ਜਜਮੈਂਟਲ ਨਹੀਂ ਹੋ ਸਕਦੇ। ਹੁਣ ਜੇ ਤੁਸੀਂ ਜਰਨਲਿਜ਼ਮ ਕਰਕੇ ਕਹੋ ਭਈ ਸਾਰੇ ਸਿੱਖ ਟੈਰਰਿਸਟ ਆ, ਸਾਰਿਆਂ ਨੂੰ ਪਤਾ ਲੱਗ ਪਿਆ ਹਾਂ ਮੂਰੇ ਜਰਨਲਿਸਟ ਨਹੀਂ ਬੈਠਾ ਇਹ ਰਾਈਟ ਵਿੰਗ ਕੋਈ narrow minded person ਬੈਠਾ। ਜਰਨਲਿਜ਼ਮ ਦਾ ਬਣਦਾ ਦੋਨੋਂ ਹੀ ਪਾਸੇ ਦੇਖੋ ਤਾਂ ਪਬਲਿਕ ਆਪ ਫਿਰ ਦੇਖ ਸਕਦੀ ਹੈ ਕਿ ਕਿਹੜੇ ਰਾਈਟ ਹੈ ਕਿਹੜੇ ਰੋਂਗ ਹੈ। ਸੋ ਇੰਡੀਆ ਦੀ ਜਰਨਲਿਜ਼ਮ ਦੀ ਪ੍ਰੋਬਲਮ ਹੈ, ਤੇ ਜਿਹੜੀਆਂ ਮੌਤਾਂ ਦੀ ਇਹ ਮੀਡੀਆ ਵਿੱਚ ਕੱਢਦੇ ਆ ਰਿਪੋਰਟਾਂ, ਉਹ ਵੀ ਉਹਨੂੰ ਲੱਗਦਾ ਗਲਤ ਹੈ, ਕਿਉਂਕਿ ਕਰੋਨਾ ਵਾਇਰਸ ਦੇ ਨਾਲ ਸਿਰਫ ਤੁਹਾਨੂੰ ਲੰਗ ਇਨਫੈਕਸ਼ਨ ਨਹੀਂ ਹੁੰਦਾ। ਜਦ ਕਰੋਨਾ ਵਾਇਰਸ ਤੁਹਾਡੇ ਤੇ ਲੱਗਦੀ ਆ, ਤੁਹਾਡੇ ਸਰੀਰ ਦਾ ਆਕਸੀਜਨ ਘਟ ਜਾਂਦਾ ਆ, ਤਾਂ ਜੇ ਤੁਹਾਡੇ ਸਰੀਰ ਵਿੱਚ ਪਹਿਲਾਂ ਹੀ ਥੋੜਾ ਨੁਕਸ ਹੈਗਾ ਆ, ਜੋ ਬਿਮਾਰੀ ਜਾਂ ਕਮਜ਼ੋਰੀ ਹਾਰਟ ਦੀ ਜਾਂ ਕਿਡਨੀ ਦੀ ਜਾਂ ਸਟ੍ਰੋਕ ਦੀ, ਫਿਰ ਕਰੋਨਾ ਵਾਇਰਸ ਤਾਂ ਠੰਡ ਦੇ ਵਿੱਚ ਤੁਹਾਨੂੰ ਮੌਤ ਹੋਣੀ ਆ। ਸੋ ਮੌਤਾਂ ਵੀ ਹੁਣ 5-6 ਲਿਖਿਆ ਹੈ, ਕਾਰਡੀਅਕ ਅਰੈਸਟ, ਹਾਰਟ ਅਟੈਕ। ਉਹ ਹਾਰਟ ਅਟੈਕ ਪੰਜਾਬ ਚ ਕਾਹਦੇ ਹੋਏ, ਆ ਕੇ ਦਿੱਲੀ ਕਾਹਤੇ ਹੋਏ ਆ? ਤੁਸੀਂ ਕਹਿ ਵੀ ਨਹੀਂ ਸਕਦੇ ਵੀ ਫਿਕਰ ਦੇ ਨਾਲ ਆ, ਕਿਉਂਕਿ ਫਿਕਰ ਤਾਂ ਪੰਜਾਬ ਹੀ ਬੈਠੇ ਫਿਕਰ ਉਨੀ ਸੀਗੀ। ਇਹ ਲੱਗਦਾ ਕਰੋਨਾ ਵਾਇਰਸ ਵਧੀ ਹੋਆ ਕਿ ਕੋਈ ਧਿਆਨ ਰੱਖ ਨਹੀਂ ਸਕਦਾ ਕਰੋਨਾ ਵਾਇਰਸ ਦਾ। ਤੁਸੀਂ ਇੱਥੇ ਦੇਖੋ ਕਿੰਨਾ ਆਰਗੇਨਾਈਜੇਸ਼ਨ ਚਾਹੀਦਾ ਕਰੋਨਾ ਵਾਇਰਸ ਟੈਸਟਿੰਗ ਸੈਂਟਰ ਬਣਾਉਣ ਨੂੰ, ਵੈਕਸੀਨ ਸੈਂਟਰ ਬਣਾਉਣ ਨੂੰ, ਉਹ ਤਾਂ ਦਿੱਲੀ ਵਿੱਚ ਕਦੇ ਕਰਨਾ ਨਹੀਂ ਕਿਸਾਨਾਂ ਲਈ। ਸੋ ਗਵਰਨਮੈਂਟ ਨੇ ਜਾਣ ਕੇ ਉਹ ਇਨਵਾਇਰਮੈਂਟ ਬਣਾ ਲਈ ਆ ਜਿੱਥੇ ਜਿਹੜੇ ਮੋਰਚੇ ਤੇ ਗਏ ਹੋ ਆ ਉਹਨਾਂ ਦਾ ਈਵਨ ਬੇਸਿਕ ਕੇਅਰ ਹੋ ਨਹੀਂ ਸਕਦਾ। ਹੁਣ ਅਸੀਂ 1-2 ਮੈਡੀਕਲ ਗਰੁੱਪਾਂ ਦੇ ਰਾਹੀਂ ਪੁੱਛਦੇ ਹਾਂ ਕਿ ਸਿੱਖ ਡਾਕਟਰਸ ਐਸੋਸੀਏਸ਼ਨ ਹੈ ਅਤੇ ਬ੍ਰਿਟਿਸ਼ ਸਿੱਖ ਡਾਕਟਰਸ ਆਰਗੇਨਾਈਜੇਸ਼ਨ UK SDDS, 3 ਡਾਕਟਰ ਆਰਗੇਨਾਈਜੇਸ਼ਨ UK ਵਿੱਚ ਆ। ਅਸੀਂ ਸਾਰਿਆਂ ਨੇ ਟਰਾਈ ਕੀਤਾ ਸਪੋਰਟ ਕਰਨ ਨੂੰ ਦਿੱਲੀ ਵਿੱਚ, ਜੋ ਤੁਹਾਨੂੰ ਚਾਹੀਦਾ ਆ ਅਸੀਂ ਇੱਥੋਂ ਤਾਂ ਨਹੀਂ ਸਾਰੇ ਜਾ ਸਕਦੇ, ਜੇ ਦੁਆਵਾਂ ਚਾਹੀਦੀਆਂ ਆ ਜਾਂ ਬੈਂਡੇਜ ਜੋ ਵੀ ਚਾਹੀਦਾ ਤੁਹਾਨੂੰ ਦੱਸੋ, ਅਸੀਂ ਖਰੀਦ ਕੇ ਤੁਹਾਨੂੰ ਭੇਜ ਸਕਦੇ ਹਾਂ, ਜਾਂ ਅਸੀਂ ਸਿੱਧੇ ਪੈਸੇ ਫਾਰਮੇਸੀ ਦਿੱਲੀ ਵਿੱਚ ਪਹੁੰਚਾ ਦੋਗੇ, ਤੁਸੀਂ ਉੱਥੋਂ ਸਮਾਨ ਚੱਕ ਲਿਓ। ਹੁਣ ਉੱਥੇ ਹੌਲੀ ਹੌਲੀ ਫਰਸਟ ਏਡ ਸੈਂਟਰ, ਬੇਸਿਕ ਮੈਡੀਕਲ ਕੇਅਰ, ਯੂਨਾਈਟਿਡ ਸਿੱਖਸ ਨੇ ਬੜਾ ਜ਼ੋਰ ਲਾਇਆ, ਮੈਡੀਕਲ ਇਹਨਾਂ ਦਾ ਸਿਸਟਮ ਵੀ ਉੱਥੇ ਤਿਆਰ ਆ। ਤਾਂ ਹੁਣ ਮੈਡੀਕਲ ਹੌਲੀ ਹੌਲੀ ਸਰਵਿਸ ਬਣ ਰਹੀ, ਪਰ ਮੈਡੀਕਲ ਸਰਵਿਸ ਦਾ ਤਾਂ ਹੀ ਫਾਇਦਾ ਹੈ ਜੇ ਸਾਰਿਆਂ ਨੂੰ ਜਿਹਨੂੰ ਲੋੜ ਹੈ ਉਹ ਜਾ ਸਕਣ। ਹੁਣ ਉੱਥੇ ਤੁਸੀਂ ਦੇਖੇ ਤੇ 10-10 ਕਿਲੋਮੀਟਰ ਦੇ ਤਾਂ ਲੰਬੀਆਂ ਖੀਵਾਂ ਆ, ਤਾਂ ਕਿਸੇ ਨੂੰ ਪਤਾ ਨਹੀਂ ਕਿੱਥੇ ਮੈਡੀਕਲ ਕੈਂਪ ਲੱਗਾ, ਕਿੱਥੇ ਮੈਡੀਕਲ ਕੈਂਪ ਨਹੀਂ ਲੱਗਾ। ਸੋ ਸਾਰੇ ਬੈਠ ਕੇ ਜੋ ਵੀ ਉਹਨਾਂ ਨੂੰ ਹੁੰਦਾ ਆ ਉਹ ਸਹਾਰੀ ਜਾਂਦੇ ਆ, ਵਿੱਚ ਵਿੱਚ ਮੌਤਾਂ ਹੋਈ ਜਾਂਦੀਆਂ ਆ। ਜਿਹੜੇ ਆਪਣੇ ਬਜ਼ੁਰਗ ਸਿਆਣੇ ਆ 65 ਤੋਂ ਉੱਪਰ, ਜਿਹਨਾਂ ਨੂੰ ਡਾਇਬੀਟੀਜ਼ ਜਾਂ ਜਿਹਨਾਂ ਨੂੰ ਸਟ੍ਰੋਕ ਹੋਈ ਵਾ, ਉਹ ਕੀ ਕਰਨ? ਸੋ ਸਮਾਂ ਬਹੁਤ ਮੁਸ਼ਕਿਲ ਹੈ, ਠੰਡ ਦੇ ਵਿੱਚ ਬੈਠੇ ਆ, ਮਹਾਮਾਰੀ ਹਰੇਕ ਪਾਸੇ ਆ। ਤਾਂ ਮੈਨੂੰ ਲੱਗਦਾ ਹਾਲੇ ਤਾਂ ਅਸੀਂ 50-60 ਮੌਤਾਂ ਦੇਖੀ, ਇਹ ਵੀ ਵਧੀ ਜਾਣੀ ਕਿ ਕਰੋਨਾ ਵਾਇਰਸ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਣੀ ਹੈ। ਤਾਂ ਗਵਰਨਮੈਂਟ ਵੀ ਕਹਿੰਦੇ ਠੀਕ ਹੈ ਹੋ ਜਾਵੇ, ਗਵਰਨਮੈਂਟ ਤੇ ਚਾਹੁੰਦੀ ਆ ਵੀ ਇਦਾਂ ਦਾ ਕੁਝ ਹੋਵੇ ਤੇ ਫਿਰ ਅਸੀਂ ਇਲਜ਼ਾਮ ਲਾ ਕੇ ਤੇ ਮੁੜ ਕੇ, ਕਿਉਂਕਿ ਜਿੱਦਾਂ ਘੱਲੂਘਾਰਾ ਜੂਨ ਵਿੱਚ ਕੀਤਾ ਸੀ ਜਦ ਬਹੁਤ ਗਰਮੀ ਸੀ, ਜਦ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੁਰਬ ਸੀਗਾ, ਉਹਨੂੰ ਪਤਾ ਸੀ ਕਿ ਹਰਿਮੰਦਰ ਸਾਹਿਬ ਵਿੱਚ ਬਹੁਤ ਜ਼ਿਆਦਾ ਗਿਣਤੀ ਹੋਣੀ ਆ। ਤਾਂ ਉਹਨੂੰ ਹੁਣ ਵੀ ਪਤਾ ਪਈ ਇਹ ਜਿਹੜੀ ਕਰੋਨਾ ਵਾਇਰਸ ਆ, ਜੇ ਜ਼ਿਆਦਾ ਗਿਣਤੀ ਵਿੱਚ ਇਹ ਘੱਟ ਹੋ ਗਏ ਠੰਡ ਦੇ ਵਿੱਚ, ਆਪ ਹੀ ਇਹਨਾਂ ਨੇ ਆਪ ਇਹਨਾਂ ਨੇ ਮੁੱਕ ਜਾਣਾ, ਪਰ ਇੰਨੀ ਛੇਤੀ ਇਹਨਾਂ ਨੇ ਨਹੀਂ ਮੁੱਕਣਾ। ਮੌਤਾਂ ਤਾਂ ਹਾਲੇ ਬਹੁਤ ਹੋਣ ਵਾਲੀਆਂ ਆ, ਤਾਂ ਸਾਨੂੰ ਸਪੋਰਟ ਕਰਨੀ ਪੈਣੀ, ਜਿੰਨੀ ਵੀ ਸਪੋਰਟ ਅਸੀਂ ਕਰ ਸਕਦੇ ਹਾਂ। ਬਿਲਕੁਲ, ਮੈਂ ਉਹ ਭੈਣ ਜੀ ਉਹਨਾਂ ਨੂੰ ਪੁੱਛਾਂਗਾ, ਪਰ ਉਸ ਤੋਂ ਪਹਿਲਾਂ ਗੁਰਪ੍ਰੀਤ ਨੰਦ ਜੀ ਲਾਸਟ ਸਵਾਲ ਆ ਮੇਰਾ, ਕਿਉਂਕਿ ਆਪਣਾ ਸਮਾਂ ਹੋ ਚੁੱਕਾ ਹੈ।
ਪਰ ਮੈਂ ਉਹਨਾਂ ਨੂੰ ਕਿਹਾ ਮੈਨੂੰ 10 ਮਿੰਟ ਵੱਧ ਦੇ ਦਿਓ ਕਿ ਮੈਂ ਤੁਹਾਡੇ ਕੋਲ ਇੱਕ ਗੱਲਾਂ ਛੋਟੀਆਂ ਕੋਈ ਹੋਰ ਪੁੱਛਣੀਆਂ ਨੇ। ਜਿਹੜੀ ਗੱਲ ਸੋਸ਼ਲ ਮੀਡੀਆ ਦੀ ਹੈ, ਤੁਹਾਨੂੰ ਪਤਾ ਵੀ ਜਿੰਨੇ ਸਿੱਖਾਂ ਦੇ ਮੀਡੀਆ ਨੇ, ਜੇ ਕਿਸੇ ਦਾ ਸੋਸ਼ਲ ਮੀਡੀਆ ਦਾ ਇੰਸਟਾਗ੍ਰਾਮ ਹੈ, ਫੇਸਬੁੱਕ ਹੈ, YouTube ਆ, ਬਹੁਤ ਜ਼ਿਆਦਾ ਪਿਛਲੇ ਦਿਨਾਂ ਦੇ ਵਿੱਚ ਪੇਜ ਤੁਸੀਂ ਜਦੋਂ ਵੀ ਪੋਸਟ ਪਾਉਨੇ ਆ, ਸਾਡੇ ਤੇ ਵੀ ਇੱਕ ਪੇਜ ਪਹਿਲਾਂ ਬੰਦ ਕਰ ਦਿੱਤਾ, ਦੂਜੇ ਤੇ ਵੀ ਰਿਸਟ੍ਰਿਕਸ਼ਨ ਲਾ ਦਿੱਤੀ ਹੈ, YouTube ਤੇ ਵੀ ਇਦਾਂ। ਇੱਕੋ ਹੀ ਸਾਡੇ ਕੋਲ ਪਲੇਟਫਾਰਮ ਆ ਜਿਹੜੀ ਆਪਣੀ ਗੱਲ ਸੋਸ਼ਲ ਮੀਡੀਆ ਦੇ ਨਾਲ ਆਪਾਂ ਪੂਰੀ ਦੁਨੀਆ ਤੇ ਜਾ ਸਕਦੇ ਹਾਂ, ਕਿਉਂਕਿ ਨੈਸ਼ਨਲ ਮੀਡੀਆ ਤਾਂ ਸਾਡੀ ਗੱਲ ਜਾਣ ਨਹੀਂ ਦਿੰਦਾ, ਉਹ ਤਾਂ ਸਾਨੂੰ ਅੱਤਵਾਦੀ ਤੇ ਵੱਖਵਾਦੀ ਦੱਸ ਦਿਓ। ਤੁਸੀਂ ਐਜ਼ ਏ ਸਿੱਖ ਕੌਂਸਲ ਸੈਕਟਰੀ ਜਨਰਲ ਹੋ, ਤੁਸੀਂ ਕੀ ਐਕਸ਼ਨ ਤੁਸੀਂ ਇਹ ਫੇਸਬੁੱਕ ਦੇ ਅਗੇਂਸਟ ਜਾਂ ਉਹਨਾਂ ਦੇ ਨਾਲ ਤੁਸੀਂ ਕੋਈ ਲੈਟਰ ਵਗੈਰਾ ਜਾਂ ਤੁਸੀਂ ਉਹਨਾਂ ਨਾਲ ਇਸ ਗੱਲ ਤੇ ਮੈਨੂੰ ਆਪਣੇ ਵੱਲੋਂ ਮੈਂ ਚਾਹੁੰਦਾ ਕਿ ਤੁਸੀਂ ਇਸ ਗੱਲ ਨੂੰ ਬਹੁਤ ਸੀਰੀਅਸ ਲੈ ਕੇ ਜਿਹੜਾ ਤੁਸੀਂ ਇਹਨੂੰ ਅੱਗੇ ਲੀਡ ਕਰੋ। ਕੀ ਕਹਿਣਾ ਚਾਹੁੰਦੇ ਲਾਸਟ ਵਿੱਚ? ਹਾਂਜੀ, ਅਸੀਂ ਚਿੱਠੀਆਂ ਲਿਖੇ ਹੋਏ ਤੇ ਇਹ ਕੀ ਕਰਦੇ ਹੈ, ਜੇ ਸੋਸ਼ਲ ਮੀਡੀਆ ਉਹ ਕहेंगे ਟੈਕਨੀਕਲ ਇਸ਼ੂ ਹੈ, किसी ने कंप्लेंट की, किसी ने स्पैम मेल्स पाए इस हैशटैग नाल ते हैशटैग नाल, ते वो थोड़ा कोशिश करते टैक्निकल इशू बनाना, पर इस टैक्निकल इशू दे पिछे ऑब्वियसली कोई गवर्नमेंट और कोई एजेंसी दी मस्ती है। एने मैस विच तुहाडे हैशटैग्स अटैक हो रहे ते कंप्लेंट हो रहे इको दिन ते इन्ने हो जांदे, ए कोई पिछे हैगा। सो असी जरूर गल होर अगे करना है सोशल मीडिया नाल। जिस तरह पंजाब विच 84 विच जदों दरबार साहब ते हमला होया ते उन्हां ने पूरा मीडिया ब्लैकआउट किया। तुसी सोच लो वो इस तरह चल रहे, उन्हां नूं पता है सोशल मीडिया उन्हां दे लई डेंजरस है, जिहड़े झूठ बोलदे पे न्यूज़ चैनल्स ते ਐਵੇਂ ਸਾਰਿਆਂ ਨੂੰ ਟੈਰਰਿਸਟ ਬੁਲਾ ਰਹੇ ਤੇ ਗਲਤ ਗੱਲਾਂ ਕਰ ਰਹੇ, ਉਹਨਾਂ ਨੂੰ ਪਤਾ ਸੋਸ਼ਲ ਮੀਡੀਆ ਤੇ ਸੱਚ ਨਿਕਲ ਜਾਂਦੀ ਹੈ। ਸੋ ਉਹ ਕੋਸ਼ਿਸ਼ ਕਰ ਰਹੇ ਉਹ ਜਿਹੜੀ ਸੱਚ ਹੈ ਉਹਨਾਂ ਨੂੰ ਉਹਨੂੰ ਬਲੌਕ ਕਰਨ ਦੀ, ਤੇ ਅਸੀਂ ਜ਼ਰੂਰ we must be opposing this is censorship, this is against the sort of the freedoms that we enjoy in this country। ਬਹੁਤ ਬਹੁਤ ਧੰਨਵਾਦ। ਮਨਜਿੰਦਰ ਕੌਰ ਭੈਣ ਜੀ, ਲਾਸਟ ਵਿੱਚ ਸ਼ਾਇਦ ਮੇਰੇ ਕੋਲ ਕੋਈ ਸਵਾਲ ਰਹਿ ਗਿਆ ਹੋਵੇ, ਤੁਸੀਂ ਆਪਣੇ ਲੈਵਲ ਤੇ ਇੱਕ ਤੇ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਵੀ ਜਿਹੜੀ ਉੱਥੇ ਮੈਡੀਕਲ ਜਿਹੜੀ ਕਰੋਨਾ ਵਾਸਤੇ ਟੈਸਟਿੰਗ ਆ, ਮੇਰੇ ਹਿਸਾਬ ਨਾਲ ਇਹ ਜਿਵੇਂ ਤੁਸੀਂ ਸੇਵਾ ਕਰਦੇ ਵੀ ਹੋ ਉਸ ਲੈਵਲ ਤੇ ਮੈਂ ਆਸ ਕਰਾਂਗਾ ਜੇ ਤੁਸੀਂ ਉਹਨੂੰ ਵਧਾਓ, ਜੇ ਤੁਹਾਨੂੰ ਸਾਡੇ ਐਜ਼ ਏ KTV ਵੱਲੋਂ ਕੋਈ ਸਪੋਰਟ ਦੀ ਲੋੜ ਹੋਵੇ ਤੇ ਅਸੀਂ ਮੋਸਟ ਵੈਲਕਮ। ਤੇ ਤੁਸੀਂ ਕੋਈ ਗੱਲ ਮੇਰੇ ਕੋਲੋਂ ਰਹਿ ਗਈ ਹੋਵੇ ਜਾਂ ਤੁਸੀਂ ਕੋਈ ਐਡ ਕਰਨਾ ਚਾਹੁੰਦੇ ਹੋ ਭੈਣ ਜੀ, ਤੁਸੀਂ ਹੁਣ ਕਹਿ ਸਕਦੇ ਹੋ। ਸਾਰਿਆਂ ਨੇ ਆਪਣੇ ਟੈਲੀਵਿਜ਼ਨ ਸਕਰੀਨਾਂ ਤੇ ਪਿਛਲੇ 1 ਮਹੀਨੇ ਤੋਂ ਵੇਖਿਆ ਹੈ ਵੀ ਜੋ ਚੜ੍ਹਦੀ ਕਲਾ ਵਾਲਾ ਮਾਹੌਲ ਹੈ, ਭਾਵੇਂ ਟਿਕਰੀ ਬਾਰਡਰ ਹੈ, ਭਾਵੇਂ ਉਹ ਕਿ ਸਿੰਘੂ ਬਾਰਡਰ ਹੈ, ਉਹਦੀ ਕੋਈ ਮਿਸਾਲ ਨਹੀਂ ਹੈ। ਇਹ ਮੈਂ ਕਹਾਂਗੀ ਇੱਕ ਗੁਰੂ ਸਾਹਿਬ ਦੀ ਇੱਕ ਦੇਣ ਹੈ। ਇਹ ਸਿੱਖਾਂ ਦੇ ਵਿੱਚ ਉਹਨਾਂ ਦੇ ਮਨਾਂ ਵਿੱਚ ਸ਼ੱਕ ਸੀ ਵੀ ਅਸੀਂ ਸੱਚੀ ਫੁੱਟ ਵਿੱਚ ਭਰੇ ਹੋਏ ਹਾਂ ਜਾਂ ਸਾਡੇ ਵਿੱਚ ਚੜ੍ਹਦੀ ਕਲਾ ਨਹੀਂ ਰਹਿ ਗਈ। ਉਸੇ ਕਿਸਾਨਾਂ ਨੂੰ ਅਸੀਂ ਕਹਿੰਦੇ ਹੁੰਦੇ ਸਾਂ ਵੀ 200 ਰੁਪਏ ਦੇ ਪਿੱਛੇ ਵੋਟਾਂ ਦੇ ਦਿੰਦੇ ਨੇ। ਅੱਜ ਉਹਨਾਂ ਨੇ ਨਮੂਨਾ ਬਣਾ ਕੇ ਦਿਖਾਤਾ ਵੀ ਜਿਹੜੀ ਸਿੱਖੀ ਦੀ ਕਹਿੰਦੇ ਨਾ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ, ਉਹ ਅਜੇ ਵੀ ਉਸੇ ਤਰ੍ਹਾਂ ਹੀ ਵਸਦਾ ਹੈ, ਉਸੇ ਤਰ੍ਹਾਂ ਹੀ ਵਸਦਾ ਹੈ। ਤੇ ਜਦੋਂ ਲੋੜ ਪੈਂਦੀ ਹੈ ਸਿੱਖ ਖੜਾ ਹੁੰਦਾ ਹੈ, ਕਿਉਂਕਿ ਉਹ ਗੁਰਬਾਣੀ ਦੀ ਉਹ ਸ਼ਕਤੀ ਹੈ। ਪਰ ਜੋ ਗੱਲ ਜ਼ਰੂਰ ਕਰਨੀ ਉਹ ਇਹ ਹੈ ਕਿ ਮੌਸਮ ਇੰਨਾ ਠੰਡਾ ਹੋ ਗਿਆ ਹੈ ਕਿ ਲੋਕੀ ਟਰਾਲੀਆਂ ਦੇ ਹੇਠਾਂ ਜਿਹੜੇ ਸੌਂਦੇ ਨੇ, ਤਰੇਲ ਕਰਕੇ ਉਹਨਾਂ ਦੇ ਜਿਹੜੇ ਕੰਬਲ ਗਿੱਲੇ ਹੁੰਦੇ ਨੇ। ਬਹੁਤ ਸਾਰੀਆਂ ਮੌਤਾਂ, ਜਿਸ ਤਰ੍ਹਾਂ ਡਾਕਟਰ ਸੁਖਦੇਵ ਸਿੰਘ ਨੇ ਕਿਹਾ ਹੈ, ਆਰ ਕੋਲਡ ਰਿਲੇਟਡ। ਸੋ ਇਸ ਕਰਕੇ ਹੁਣ ਛੇਤੀ ਤੋਂ ਛੇਤੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਵਾਟਰਪ੍ਰੂਫ ਟੈਂਟ ਲੈ ਰਹੇ ਹਾਂ, ਜਿੱਥੇ ਇੱਕ ਟੈਂਟ ਵਿੱਚ 10-10 ਬੰਦੇ ਸੌਂ ਸਕਦੇ ਨੇ। ਜਿਹੜੇ ਸਿੰਗਲ ਟੈਂਟ ਹੁੰਦੇ ਨੇ ਜਾਂ 2 people ਟੈਂਟ, ਉਹ ਸੋਹਣੇ ਤਾਂ ਲੱਗਦੇ ਨੇ ਪਰ ਬਹੁਤ ਖਲਾਰਾ, ਮਤਲਬ ਥਾਂ ਬਹੁਤ ਮਲਦੇ ਨੇ। ਡਿਸਾਈਡ ਟੂ ਗੋ ਫॉर ਲਾਰਜ ਟੈਂਟਸ। ਉਸੇ ਤਰ੍ਹਾਂ ਜਿਹੜੇ ਸਲੀਪਿੰਗ ਬੈਗਸ ਨੇ, ਕਿਉਂਕਿ ਕੰਬਲ ਤਾਂ ਘਰ ਵਿੱਚ ਸੋਹਣਾ ਲੱਗਦਾ ਹੈ ਪਰ ਬਾਹਰ ਤਰੇਲ ਵਿੱਚ ਜਾਂ ਜਿੱਥੇ ਧੁੰਦ ਹੁੰਦੀ ਹੈ, ਉਹ ਕੰਬਲ ਨੇ ਤਾਂ ਤੁਹਾਨੂੰ ਕੋਈ ਸਾਥ ਨਹੀਂ ਦੇਣਾ, ਤੁਹਾਨੂੰ ਠੰਡ ਦੇਗਾ। ਸੋ ਇਸ ਕਰਕੇ ਹੁਣ ਵਾਟਰਪ੍ਰੂਫ ਸਲੀਪਿੰਗ ਬੈਗ ਤੇ ਉਸੇ ਤਰ੍ਹਾਂ ਥਰਮਲ ਜਿਹੜੇ ਅੰਡਰਗਾਰਮੈਂਟਸ ਹੁੰਦੇ ਨੇ। ਤੇ ਕਿ UK ਦੇ ਗੁਰੂ ਘਰਾਣੇ ਹਿਚਨ ਗੁਰਦੁਆਰਾ ਸਾਹਿਬ ਨੇ ਥਰਮਲ ਦੇ ਅੰਡਰਗਾਰਮੈਂਟ ਦੇ ਵਾਸਤੇ ਜੋ ਪੈਸਾ ਇਕੱਠਾ ਕੀਤਾ ਸੀ ਤੇ ਅਸੀਂ ਉੱਥੇ ਪਹੁੰਚਾਇਆ ਹੈ। ਉਸੇ ਤਰ੍ਹਾਂ ਸੰਡਲਨ ਦੇ ਗੁਰਦੁਆਰਾ ਸਾਹਿਬ ਨੇ ਕਿਹਾ ਸੀ ਤੁਸੀਂ ਤਰਪਾਲ ਦੀ ਸੇਵਾ ਦੇ ਦੋ ਤੇ ਲੈ ਲਓ। ਸੋ ਬਹੁਤ ਜਦੋਂ ਜਦ ਸੇਵਾਵਾਂ ਹੋ ਰਹੀਆਂ ਨੇ ਵੀ ਠੰਡ ਨੂੰ
ਠੰਡ ਦੇ ਕਰਕੇ ਜੋ ਬਿਮਾਰੀਆਂ ਹੋ ਰਹੀਆਂ ਨੇ, ਅੱਜ ਦੇ ਦਿਨ ਤੱਕ ਐਟਲੀਸਟ ਮੋਰ ਦੈਨ 40 ਕੀ ਸ਼ਹੀਦੀਆਂ ਪਾ ਲਈਆਂ ਨੇ ਹੋ ਗਏ। ਕਿਸਾਨਾਂ ਨੇ ਨਾ। ਓਕੇ, ਐਂਡ ਅ ਲੋਟ ਆਫ them are related to the current weather। ਤੇ ਸਭ ਤੋਂ ਵੱਡਾ ਹੈ ਜਿਸ ਤਰ੍ਹਾਂ ਗੁਸਲਖਾਨਾ ਜਿਸ ਜੀ ਤਰ੍ਹਾਂ ਕਹਿੰਦੇ ਜੰਗਲ ਪਾਣੀ ਕਰਨ ਜਾਂਦੇ ਨੇ, ਦੂਰ ਜਾਂਦੇ ਜੀ ਸੀ, ਜੀ ਠੰਡ ਹੈ। ਜੀ ਤੋ ਜੀ ਜੀ ਹੁਣ ਹਾਂਜੀ, ਹੁਣ ਕੀ ਸਾਨੂੰ ਇੱਕ ਡੋਨੇਸ਼ਨ ਆਈ ਹੈ ਵੀ 100 ਪੋਰਟੇਬਲ ਲੂਸ ਆਪਾਂ ਖੜੇ ਕਰੀਏ, ਜਿੱਥੇ ਸਫਾਈ ਵਾਲਾ ਵੀ ਬੰਦਾ ਰੱਖਿਆ ਹੋਇਆ ਹੈ, ਕਿਉਂਕਿ ਜੇ ਜੀ ਸਫਾਈ ਨਾ ਹੋਏਗੀ ਤੇ ਉਹ ਫਿਰ ਬਿਮਾਰੀ ਬਿਲਕੁਲ ਦਾ ਘਰ ਹੈ। ਸੋ ਇਹ ਜੀ ਮੈਂ ਕਵਾਂਗੀ ਜਿਹੜੇ ਵੀ ਤੁਸੀਂ ਆਪਾਂ ਹੁਣ ਨਿੱਘ ਵਿੱਚ ਬੈਠੇ ਹਾਂ, ਸਾਨੂੰ ਇਹ ਯਾਦ ਹੋਣਾ ਚਾਹੀਦਾ ਉਹ ਸਿਰਫ ਠੰਡ ਨਹੀਂ ਹੈ, ਉਹ ਬਾਹਰ ਦੀ ਠੰਡ ਹੈ। ਬਾਹਰ ਦੀ ਜੀ ਠੰਡ ਬਹੁਤ ਫਿਰ ਧੁੰਦ ਵੀ ਹੈ, ਤੇ ਜਿੰਨਾ ਉਹਨਾਂ ਨੇ ਖਾਦਾ ਹੋਏਗਾ, ਪੀਤਾ ਹੋਏਗਾ, ਸਾਰੀ ਖੁਰਾਕ ਦੀ ਕੋਈ ਫਾਇਦਾ ਨਹੀਂ ਜੇ ਇੱਥੇ ਬਹੁਤ ਠੰਡ ਹੋਏਗੀ। ਸੋ ਇਸ ਵੇਲੇ ਉਹ ਫੋਕਸ ਹੈ ਵੀ ਅਸੀਂ ਕਿਸ ਜੀ ਤਰ੍ਹਾਂ ਇਹਨਾਂ ਨੂੰ ਕੋਲਡ ਵੈਦਰ ਦੇ ਵਿੱਚ ਅਸੀਂ ਵਿੰਟਰ ਵਾਰਮਸ ਦਾ ਕੀ ਉਪਰਾਲਾ ਕਰ ਸਕਦੇ ਹਾਂ। ਸੋ ਜਿਹੜੇ ਤੁਹਾਡੇ ਸਰੋਤੇ ਨੇ, ਦਰਸ਼ਕ ਨੇ, ਤੁਸੀਂ ਉਹਨਾਂ ਨੂੰ ਇਹੀ ਸਾਡੇ ਵੱਲੋਂ ਸੂਚਨਾ ਦੇਣੀ ਹੈ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਪਿੰਡਾਂ ਨਾਲ ਸੰਪਰਕ ਕਰੋ, ਕਿਉਂਕਿ ਹਰ ਇੱਕ ਪਿੰਡ ਵਿੱਚੋਂ ਕੋਈ 10-10 12-12 ਬੰਦੇ ਗਏ ਹੋਏ ਨੇ ਤੇ ਵਾਰੋ ਵਾਰੀ ਜਾ ਜੀ ਰਹੇ ਜੀ ਨੇ। ਸੋ ਤੁਹਾਨੂੰ ਪਤਾ ਜੀ ਹੈ ਤੁਹਾਡੇ ਪਿੰਡ ਦੇ ਪਤੇ ਦਾ, ਤੁਹਾਨੂੰ ਪਤਾ ਉੱਥੇ ਜੀ ਸਰਪੰਚ ਕੌਣ ਹੈ, ਤੁਸੀਂ ਉਹਨਾਂ ਨੂੰ ਹੀ ਕਹਿ ਦਿਓ ਵੀ ਆ ਸਾਡੇ ਵੱਲੋਂ ਇੰਨੇ ਟੈਂਟ ਨਾ, ਵੇਖੋ ਜੀ ਇਹ ਮੌਕਾ ਹੈ ਹਰ ਇੱਕ ਸਿੱਖ ਦਾ, ਹਰ ਇੱਕ ਪੰਜਾਬੀ ਦਾ, ਵੀ ਤੁਸੀਂ ਆਪਣੇ ਸੂਬੇ ਲਈ ਕੁਝ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਆਪਣੇ ਪਿੰਡ ਦਾ ਪਤਾ ਹੈ। ਜਿਸ ਨੂੰ ਆਪਣੇ ਪਿੰਡ ਦਾ ਬਿਲਕੁਲ ਨਹੀਂ ਪਤਾ, ਕਿਉਂਕਿ ਪਿੰਡ ਛੱਡ ਕੇ ਚਲੇ ਗਏ ਆ, ਤੁਸੀਂ ਆਪਣੇ ਪਿਓ ਜੀ ਦਾਦੇ ਨੂੰ ਪੁੱਛ ਲਓ ਕਿ ਸਾਡਾ ਪਿਛੋਕੜ ਕਿੱਥੇ ਜੀ ਹੈ, ਐਂਡ ਜੀ ਦੇਅਰਫੋਰ ਹਰ ਇੱਕ ਬੰਦਾ ਪਾਰਟਿਸਿਪੇਟ ਕਰ ਸਕਦਾ ਹੈ। ਬਹੁਤ ਬਹੁਤ ਧੰਨਵਾਦ। ਮਨਮੋਹਨ ਸਿੰਘ ਜੀ, ਲਾਸਟ ਵਿੱਚ ਕੀ ਕਹਿਣਾ ਚਾਹੁੰਦੇ? ਟਾਈਮ ਮੇਰਾ ਓਵਰ ਹੈ, ਪਰ ਮੈਂ ਇੱਕ ਮਿੰਟ ਤੁਹਾਨੂੰ ਵੀ ਦੇਣਾ ਹੈ। ਲਾਸਟ ਵਿੱਚ ਕੋਈ ਗੱਲ ਆਪਣੇ ਕੋਲ ਰਹਿ ਗਈ? ਆਉਣ ਵਾਲੇ ਸਮੇਂ 'ਚ ਆਪਾਂ ਰੈਗੂਲਰ ਪ੍ਰੋਗਰਾਮ ਇਹਦੇ ਤੇ ਕਰਾਂਗੇ। ਮਨਮੋਹਨ ਸਿੰਘ ਜੀ। ਹਾਂਜੀ, ਵੱਡੀ ਗੱਲ ਤਾਂ ਇਹ ਕਰਨੀ ਸੀ ਕਿ ਜਿਹੜਾ ਵੀ ਕੋਈ ਵੀ ਪ੍ਰੈਸ ਰਿਲੀਜ਼ ਅਸੀਂ ਕਰਦੇ ਹਾਂ ਸੋਸ਼ਲ ਮੀਡੀਆ ਉੱਤੇ, ਉਹਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ, ਕਿਉਂਕਿ ਸਾਡੇ ਪ੍ਰੈਸ ਰਿਲੀਜ਼ ਕਰਨ ਦਾ ਜਾਂ ਕੋਈ ਵੀ ਟਵਿੱਟਰ ਕਰਨ ਦਾ, ਇੰਸਟਾਗ੍ਰਾਮ ਦੇ ਉੱਤੇ ਕੋਈ ਵੀ ਚੀਜ਼ ਦਾ ਪ੍ਰਚਾਰ ਜੇ ਹੋਊਗਾ ਤਾਂ ਉਹਦਾ ਅਸਰ ਹੋਊਗਾ। ਸਾਡਾ ਸਭ ਤੋਂ ਵੱਡਾ ਹਥਿਆਰ ਇਹ ਹੈ ਕਿ ਅਸੀਂ ਬਾਹਰੋਂ ਪ੍ਰੈਸ਼ਰ ਪਾਈਏ। ਜਦੋਂ ਵੀ ਕੋਈ ਜੀ ਐਮਪੀ ਨੂੰ ਚਿੱਠੀ ਲਿਖਣੀ ਹੁੰਦੀ ਆ ਤੇ ਅਸੀਂ ਕਹਿੰਦੇ ਆ ਸੰਗਤ ਨੂੰ ਕਿ ਆਪਣੇ ਵੱਲੋਂ ਚਿੱਠੀ ਲਿਖ ਕੇ ਪਾਓ, ਜ਼ਰੂਰ ਪਾਇਆ ਕਰੋ। ਆਮ ਤੌਰ ਤੇ ਕੀ ਹੁੰਦਾ ਹੈ ਕਿ ਲੋਕੀ ਸਮਝਦੇ ਕਿ ਚਲੋ ਮੈਂ ਇਹਨੂੰ ਫੋਰਵਰਡ ਕਰ ਦਿੰਦਾ ਹੈ ਮੈਸੇਜ ਨੂੰ, ਪਰ ਆਪ ਨਹੀਂ ਕਰਦੇ। ਇਸ ਤਰ੍ਹਾਂ ਸਾਰੇ ਕਰਨ ਲੱਗ ਪੈਂਦੇ ਆ। ਪਰ ਆਪਣਾ 2 ਮਿੰਟ ਕੱਢ ਕੇ ਜਿਹੜੇ ਵੀ ਕੋਈ ਆਪਣੇ ਚੱਲ ਰਹੀ ਆ ਕੋਈ ਨਾ ਕੋਈ ਸਪੋਰਟ, ਉਸ ਵਿੱਚ ਸ਼ਾਮਿਲ ਕਰੋ, ਆਪਣੇ ਆਪ ਨੂੰ ਸ਼ਾਮਿਲ ਕਰੋ ਤੇ ਜ਼ਰੂਰ ਕੋਈ ਵੀ ਇਨਫੋਰਮੇਸ਼ਨ ਉਹਨੂੰ ਸ਼ੇਅਰ ਜ਼ਰੂਰ ਕਰੋ, ਖਾਸ ਕਰਕੇ ਕਿਸਾਨਾਂ ਦੇ ਉੱਤੇ। ਤੇ ਐਮਪੀਜ਼ ਨੂੰ ਜਿਹੜੀ ਵੀ ਚਿੱਠੀਆਂ ਆ ਉਹ ਆਪ ਜ਼ਰੂਰ ਲਿਖੋ। ਤੁਹਾਡੇ ਨਾਲ ਉਹਦਾ ਕੋਈ ਵਿਤਕਰਾ ਨਹੀਂ ਹੋਊਗਾ। ਸਾਡੀ ਵੱਡੀ ਇਹੀ ਬੇਨਤੀ ਹੈ ਸਾਰਿਆਂ ਨੂੰ। ਬਹੁਤ ਬਹੁਤ ਧੰਨਵਾਦ। ਭਵਿੰਦਰ ਸਿੰਘ ਜੀ, ਲਾਸਟ ਵਿੱਚ 1 ਮਿੰਟ ਹੈ ਜੀ ਤੁਹਾਡੇ ਕੋਲ। ਹਾਂਜੀ, ਮੈਂ ਇਹੀ ਕਹਿਣਾ ਚਾਹੁੰਦਾ ਸੀ ਕਿ ਜਿਹੜੇ ਅਸੀਂ ਪੰਜਾਬੀ ਜਾਂ ਸਿੱਖ ਇੱਥੇ ਬਾਹਰ ਬੈਠੇ ਆ, ਸਾਨੂੰ ਕੀ ਇਫੈਕਟ ਹੁੰਦੇ, ਇਹ ਸਾਨੂੰ ਆਪਣੇ ਐਮਪੀਆਰ ਨੂੰ ਜ਼ਰੂਰ ਚਿੱਠੀ ਲਿਖਣੀ ਚਾਹੀਦੀ ਆ। ਕਿਉਂਕਿ ਮੈਂ ਆਪਣੇ ਖਾਸ ਤੌਰ ਤੇ ਆਪਣੇ ਫੈਮਿਲੀ ਦੀ ਗੱਲ ਕਰਦੇ ਆ ਕਿ ਅਸੀਂ ਆਪਣੀ ਜ਼ਮੀਨ ਉੱਤੇ ਹਾਲ ਦੇ ਦਿੱਤੀ ਆ। ਹੁਣ ਮੇਰੀ ਮਾਤਾ ਪਿਤਾ ਜਦੋਂ ਵੀ ਇੰਡੀਆ ਜਾਂਦੇ, ਇੱਥੋਂ ਕੋਈ ਪੈਸਾ ਨਹੀਂ ਲੱਗਿਆ, ਉੱਥੇ ਜਿਹੜੀ ਹਾਲਾਤ ਇਕੱਠੇ ਕੀਤੇ ਉਹੀ ਉੱਥੇ ਖਰਚਦੇ ਆ। ਸੋ ਇੱਥੇ ਇਕੋਨਮੀ ਲਈ ਇਹ ਫਾਇਦਾ ਆ। ਜੇ ਅਸੀਂ ਇੱਥੋਂ ਪੈਸੇ ਇੰਡੀਆ ਨਹੀਂ ਲੈ ਕੇ ਜਾਂਦੇ, ਸਾਡੇ ਪੈਸੇ ਆਲਰੇਡੀ ਇੰਡੀਆ ਉੱਥੇ ਅਸੀਂ ਖਰਚਦੇ ਆ, ਹਨਾ। ਸੋ ਇੱਥੇ ਦੀ ਇਕੋਨਮੀ ਲਈ ਬਹੁਤ ਜ਼ਿਆਦਾ ਫਾਇਦਾ ਆ। ਜਾਂ ਕਈ ਆ ਜਿਹੜੇ ਬਜ਼ੁਰਗ ਆ ਉੱਥੇ ਪੈਨਸ਼ਨਾਂ ਦੇ ਲੱਗੇ, ਉੱਥੋਂ ਜਿਹੜੀ ਹਾਲੇ ਦੀ ਜ਼ਮੀਨ ਆ ਉਹ ਪੈਸੇ ਉੱਥੋਂ ਇੱਥੇ ਲੈ ਕੇ ਆਉਂਦੇ ਆ, ਹਨਾ, ਇੱਥੇ ਖਰਚਦੇ ਆ। ਸੋ ਇਹ ਜ਼ਰੂਰ ਸਾਨੂੰ ਆਪਣੇ ਐਮਪੀਆਂ ਨੂੰ, ਜਿੰਨੇ ਵੀ ਇੱਥੇ ਪੰਜਾਬੀ ਬੈਠੇ ਆ, ਸਿੱਖ ਬੈਠੇ ਆ, ਆਪਣੇ ਐਮਪੀਆਂ ਨੂੰ ਜ਼ਰੂਰ ਚਿੱਠੀ ਪਾਓ ਕਿ ਸਾਨੂੰ ਡਾਇਰੈਕਟ ਇੰਪੈਕਟ ਆ ਤੇ ਸਾਡੀ ਗਵਰਨਮੈਂਟ ਨੂੰ ਸਾਡੀ ਹੈਲਪ ਕਰਨੀ ਚਾਹੀਦੀ ਆ। ਕਿਉਂਕਿ ਜੇ ਪਾਸ ਹੋਵੇ ਕਾਨੂੰਨ, ਸਾਡੇ ਇੱਥੇ ਜਿਹੜੇ ਸਾਡੀ ਜ਼ਮੀਨਾਂ ਸੀ ਹੋਰ ਵੀ ਸੀ, ਇੱਥੇ ਦੀ ਪੈਸੇ ਲੈ ਕੇ ਮੁੜ ਕੇ ਅਸੀਂ ਇੰਡੀਆ ਜਾ ਕੇ ਇਨਵੈਸਟ ਕਰਨਾ ਹੈ। ਤੁਸੀਂ ਇਹ ਕੋਸ਼ਿਸ਼ ਕਰਦੇ ਉੱਥੇ ਦੇ ਪੈਸੇ ਇੱਥੇ ਕਿ ਇਨਵੈਸਟ ਹੋਵੇ, ਪਰ ਉਲਟਾ ਹੋਣਾ ਆ। ਸੋ ਇਹ ਜ਼ਰੂਰ ਆਪਣੇ ਐਮਪੀਆਂ ਨੂੰ ਜ਼ਰੂਰ ਚਿੱਠੀ ਪਾਓ, ਕੰਪਲੇਨ ਪਾਓ ਇਹਦੀ ਬਾਰੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਸਿੱਖ ਕੌਂਸਲ ਦੇ ਸਾਰੇ ਨੁਮਾਇੰਦਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਆਸ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਜ਼ਿਆਦਾ ਆਸ ਹੈ। ਬਹੁਤ ਵਧੀਆ ਟੀਮ, ਪੜ੍ਹੇ ਲਿਖੇ, ਜਿਹਦੇ ਵਿੱਚ ਖਾਸ ਕਰਕੇ ਸਾਡੀਆਂ ਭੈਣਾਂ ਬਹੁਤ ਨੇ। ਅੱਜ ਤਾਂ ਸਿਰਫ ਅਸੀਂ 4-5 ਹੀ ਮੈਂਬਰਾਂ ਨੂੰ ਤੁਹਾਡੇ ਰੂਬਰੂ ਕਰਾ ਸਕੇ। ਆਸ ਕਰਦਾ ਮੈਂ ਪ੍ਰੋਗਰਾਮ ਨੂੰ ਕੋਸ਼ਿਸ਼ ਕੀਤੀ ਹੈ ਹਰ ਪਹਿਲੂ ਨੂੰ ਟੁੰਬਣ ਦੀ, ਕਿ ਜਿਹੜੀ ਮੌਜੂਦਾ ਹਾਲਾਤਾਂ 'ਚ ਸਾਨੂੰ ਜ਼ਰੂਰਤ ਸੀ। ਕਈ ਵਾਰੀ ਕੋਈ ਗੱਲ ਰਹਿ ਜਾਂਦੀ ਹੈ, ਸਾਡਾ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਕਦੀ ਵੀ ਮੋਟਿਵ ਨਹੀਂ ਹੁੰਦਾ। ਪਰ ਮੇਰੀ ਬੇਨਤੀ ਹੈ, ਸਿੱਖ ਕੌਂਸਲ ਯੂਕੇ ਜਿਹੜੀ ਹੈ ਸੰਸਥਾ, ਇਹਦੇ ਨਾਲ ਵੱਧ ਤੋਂ ਵੱਧ ਸਪੋਰਟ ਕਰੋ ਇਹਨਾਂ ਦੀ। ਦੂਜੇ ਪਾਸੇ ਆ ਕੋਈ ਜਿੰਨੀ ਵੀ ਆਰਗੇਨਾਈਜੇਸ਼ਨ ਹੈ, ਸਾਰਿਆਂ ਸਾਨੂੰ ਇਕੱਠੇ ਹੋ ਕੇ, ਜਿਵੇਂ ਕਿ ਇਸ ਟਾਈਮ ਪੰਜਾਬ, ਹਰਿਆਣਾ, ਪੂਰੇ ਭਾਰਤ ਦੇ ਕਿਸਾਨ, ਉਹਨਾਂ ਨੇ ਕੋਈ ਜਿਹੜੀ ਗੁਰੂ ਨਾਨਕ ਮਹਾਰਾਜ ਸਾਹਿਬ ਦਾ ਕਨਸੈਪਟ ਸੀ, ਕਿਰਤ ਕਰੋ
ਨਾਮ ਜਪੋ, ਵੰਡ ਛਕੋ, ਜਿਹੜੇ ਕਿ ਇੱਕੋ ਥਾਂ ਸਾਂਝੀ ਬਾਲਤਾ ਦਾ ਸਾਰੇ ਇਕੱਠੇ ਬੈਠ ਕੇ ਇੱਕ ਪਿਆਰ ਭਾਵਨਾ ਦੇ ਨਾਲ ਗੱਲ ਕਰ ਰਹੇ ਨੇ। ਆਸ ਕਰੀਏ ਕੱਲ ਦੀ ਜਿਹੜੀ ਮੀਟਿੰਗ ਹੈ 30 ਤਰੀਕ ਦੀ, ਉਹ ਜਿਹੜੀ ਆ ਸਰਕਾਰ ਆਪਣੀ ਕੀਤੀ ਹੋਈ ਗਲਤੀ ਨੂੰ ਮੰਨ ਕੇ ਕਾਨੂੰਨ ਗਲਤ ਤਰੀਕੇ ਨਾਲ ਲਿਆਂਦੇ ਗਏ। ਉਹਨਾਂ ਨੂੰ ਪਤਾ ਸਾਡੇ ਕੋਲ ਬਹੁਤ ਜ਼ਿਆਦਾ ਪ੍ਰੂਫ ਨੇ ਕਿ ਜਿਹੜੇ ਕੰਟਰੈਕਟ ਫਾਰਮਿੰਗ ਦੀ ਇਹ ਗੱਲ ਕਰ ਰਹੇ ਨੇ, ਭਾਰਤ ਵਿੱਚ ਕਿਸਾਨ ਕਿੱਦਾਂ ਰੁਲ ਰਹੇ ਨੇ। ਪਰ ਆਪਾਂ ਇਸ ਤੇ ਕਿਸੇ ਦਿਨ ਹੋਰ ਡਿਸਕਸ ਕਰਾਂਗੇ। ਤੇ ਮੇਰੇ ਵੀਰਾਂ ਦਾ, ਮੇਰੇ ਭੈਣ ਜੀ ਉਹਨਾਂ ਦਾ ਬਹੁਤ ਖੁਸ਼ੀ ਹੋਈ ਮੈਨੂੰ ਤੁਹਾਡੇ ਨਾਲ ਗੱਲ ਕਰਕੇ। ਤੇ ਆਉਣ ਵਾਲੇ ਦਿਨਾਂ 'ਚ ਆਪਾਂ ਜ਼ਰੂਰ, ਮੈਂ ਆਸ ਕਰਦਾ ਕਿ KTV ਦਾ ਪਲੇਟਫਾਰਮ ਤੁਹਾਡੇ ਲਈ ਆ 24 ਘੰਟੇ ਖੁੱਲਾ। ਤੁਸੀਂ ਜਦੋਂ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਤੇ ਜਿਹੜੀ ਟੀਮ ਸਾਡੀ ਆ, ਤੁਸੀਂ ਰਾਬਤਾ ਕਰੋ ਤੇ ਤੁਸੀਂ ਵੱਧ ਤੋਂ ਵੱਧ, ਖਾਸ ਕਰਕੇ ਜਿਹੜੇ ਇੰਗਲੈਂਡ ਦੇ ਮੁੱਦੇ ਨੇ, ਭਾਰਤ ਦੇ ਮੁੱਦੇ ਨੇ, ਉਹਨਾਂ ਨੂੰ ਤੁਸੀਂ ਐਡਰੈਸ ਕਰੋ। ਅਖੀਰ ਵਿੱਚ ਭੁੱਲਾਂ ਚੁੱਕਾਂ ਦੀ ਮਾਫੀ। ਫਤਿਹ ਦਾ ਜਵਾਬ ਫਤਿਹ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।